ਸਤਿ ਸ਼੍ਰੀ ਅਕਾਲ ਜੀ ਫੇਸਬੁੱਕ ਪਰਿਵਾਰ ਨੂੰ, ਕਿਵੇਂ ਹੋ ਸਾਰੇ? ਠੀਕ ਹੋ? ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਰੇਡੀਓ ਤੇ ਵੀ ਪਹੁੰਚੀਏ। ਰੇਡੀਓ ਤੇ ਪਹੁੰਚ ਕੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ। ਵੈਸੇ ਤਾਂ ਬਸ ਸਟੂਡੀਓ ਹੀ ਆ, ਭਾਵ ਰੇਡੀਓ ਤੇ ਸਟਾਰਟ ਕਰ ਲਈ ਸੀ। FM 90.4 ਰਫਤਾਰ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰ ਫਿਰ ਜੀ ਆਇਆਂ ਅਸੀਂ ਕਹਿੰਦੇ ਆ। ਤੇ ਪ੍ਰੋਗਰਾਮ ਦਾ ਆਗਾਜ਼, ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆ ਉਹ ਤੁਹਾਡੇ ਨਾਲ ਸਭ ਦੇ ਨਾਲ ਸਾਂਝੀ ਕਰਦੇ ਆ। ਸੋ ਆਓ ਫਿਰ ਅੱਜ ਸਾਹਿਤਕ ਖੇਤਰ ਦੇ ਵਿੱਚ ਕੁਝ ਗੱਲਾਂ ਬਾਤਾਂ ਕਰਦੇ ਆ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਨਾਲ ਭੈਣ ਭਰਾਵਾਂ ਨੇ ਜਿਨ੍ਹਾਂ ਨੇ ਸਾਨੂੰ ਕੁਝ ਕੁ ਰਚਨਾਵਾਂ ਭੇਜੀਆਂ ਆ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਂਗੇ, ਕਿਉਂਕਿ ਉਹ ਰਚਨਾਵਾਂ ਸਾਨੂੰ ਇੱਕ ਨਵਾਂ ਸੁਨੇਹਾ ਤੇ ਇੱਕ ਨਵੀਂ ਦਿੱਖ ਦਿੰਦੀਆਂ ਆ ਤੇ ਆਪਾਂ ਤੁਹਾਡੇ ਸਭ ਦੇ ਨਾਲ ਸਾਂਝੀਆਂ ਕਰਨੀਆਂ ਆ ਤੇ ਉਹਨਾਂ ਰਚਨਾਵਾਂ ਤੋਂ ਹੀ ਆਪਾਂ ਕੁਝ ਨਵੀਂ ਸੇਧ ਵੀ ਲਵਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਕੋਲ ਵੀ ਤੁਹਾਡੇ ਕੋਲ ਵੀ ਹੈ ਨਾ ਬਹੁਤ ਸਾਰੀਆਂ ਰਚਨਾਵਾਂ ਸੁਣਨ ਨੂੰ ਮਿਲਣਗੀਆਂ। ਅੱਜ ਦਾ ਜਿਹੜਾ ਵਿਸ਼ਾ ਆ ਜੀ ਉਹ ਹੈਗਾ ਜੀ ਬਚਪਨ। ਹੁਣ ਕਹੋਗੇ ਜੀ ਬਚਪਨ, ਹਾਂਜੀ ਜੀ ਬਚਪਨ ਤੇ ਹੀ ਆਪਾਂ ਅੱਜ ਗੱਲਾਂ ਬਾਤਾਂ ਕਰਾਂਗੇ। ਤੇ ਬਚਪਨ ਸਾਡਾ ਜਿਹੜਾ ਆ ਬਹੁਤ ਪਿਆਰਾ ਤੇ ਖੂਬਸੂਰਤ ਆ ਤੇ ਇਸ ਬਚਪਨ ਦੇ ਵਿੱਚ ਅੱਜ ਕੀ ਖੇਡਾਂ, ਕੀ ਸਭ ਕੁਝ ਜਿਹੜਾ ਇੱਧਰ ਉੱਧਰ ਹੋਇਆ ਨਾ ਉਹਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਹਾਜ਼ਰੀ ਜ਼ਰੂਰ ਭਰੋ ਜੀ। ਤੇ ਹਾਜ਼ਰੀ ਭਰਨ ਦੇ ਲਈ ਆਪਣੇ ਸਟੂਡੀਓ ਦਾ ਜਿਹੜਾ ਨੰਬਰ ਆ ਉਹ ਹੈਗਾ ਜੀ 94 7 85 56 7 93 ਤੇ ਜਿਹੜਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਜਿਹੜੀ ਆ ਗੱਲਬਾਤ ਕਰਨ ਦੇ ਲਈ ਕਾਲ ਕਰਨੀ। ਆਓ ਪਹਿਲੀ ਰਚਨਾ ਮਨਦੀਪ ਕੌਰ ਹੁਣਾਂ ਦੀ ਆਵਾਜ਼ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ। ਹਾਂਜੀ, ਮੇਰਾ ਨਾਮ ਮਨਦੀਪ ਭਦੌੜ ਹੈ। ਮੈਂ ਭਦੌੜ ਪਿੰਡ ਤੋਂ ਬੋਲ ਰਹੀ ਹਾਂ ਔਰ ਮੇਰੀ ਰਚਨਾ ਦਾ ਵਿਸ਼ਾ ਹੈ ਸਕੂਲ ਦਾ ਦਿਨ। ਔਰ ਰੇਡੀਓ ਸੀਚੇਵਾਲ 90 FM ਲਾਈਵ ਸੁਣਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਕੂਲ ਦੇ ਦਿਨ ਆਪਾਂ ਨੂੰ ਸਾਰਿਆਂ ਨੂੰ ਹੀ ਕਿਤੇ ਨਾ ਕਿਤੇ ਹਮੇਸ਼ਾ ਹੀ ਚੇਤਿਆਂ 'ਚ ਵਸੇ ਰਹਿੰਦੇ ਹੈ। ਸੋ ਮੇਰੀ ਵੀ ਬੜੀ ਹੀ ਪਿਆਰੀ ਯਾਦ ਹੈ। ਸਾਡਾ ਘਰ ਸੀ ਜੋ ਦੋ ਪਿੰਡਾਂ ਦੇ ਦਰਮਿਆਨ ਸੀ। ਅਸੀਂ ਖੇਤਾਂ 'ਚ ਰਹਿੰਦੇ ਸੀਗੇ, ਮਤਲਬ ਸਹੀ ਅਰਥਾਂ ਜਗ੍ਹਾ ਦਾ ਫਾਰਮ ਹਾਊਸ। ਅਸੀਂ ਬਸ ਬਹੁਤ ਹਰਿਆਵਲ ਹੁੰਦੀ ਸੀ, ਮਤਲਬ ਕੁਦਰਤ ਇੰਨੇ ਨੇੜ ਤੋਂ ਤੱਕਿਆ ਵੀ ਹੁਣ ਵੀ ਲੱਗਦਾ ਕਿ ਜਿਸ ਤਰ੍ਹਾਂ ਕਿ ਉਹ ਨੇਚਰ ਅੱਜ ਲਹੂ ਦੇ ਨਾਲ ਦੌਰਾ ਕਰ ਰਹੀ ਹੈ, ਅੰਦਰ ਰਹਿ ਰਹੀ ਹੈ। ਮੈਨੂੰ ਅੱਜ ਵੀ ਯਾਦ ਹੈ ਜਦੋਂ ਮੇਰੀ ਮੰਮਾ ਮੈਨੂੰ ਸਕੂਲ ਦਾਖਲ ਕਰਾਉਣ ਲੈ ਗਏ ਸੀ। ਪਹਿਲੀ ਜੀ ਪਿੰਡ ਤੋਂ ਬਾਹਰ ਸਾਡਾ ਸਕੂਲ ਸੀ। ਆਸੇ ਪਾਸੇ ਹਰੇ ਭਰੇ ਖੇਤ ਸੀ ਸਕੂਲ ਦੇ, ਔਰ ਸਕੂਲ ਦੇ ਦਰਮਿਆਨ ਜੋ ਸੀ ਗਰਾਊਂਡ ਦੇ ਬਹੁਤ ਵੱਡਾ ਪਿੱਪਲ ਦਾ ਦਰਖਤ ਸੀ ਜਿਹਦੇ ਆਲੇ ਦੁਆਲੇ ਥੜਾ ਬੰਨਿਆ ਗਿਆ ਸੀ। ਉਸ ਤੋਂ ਇਲਾਵਾ ਸਫੈਦਾ, ਅਮਰੂਦ, ਮਹਿੰਦੀ, ਰਾਤ ਦੀ ਰਾਣੀ, ਗੁਲਾਬ, ਬਹੁਤ ਸਾਰੇ ਪੇੜ ਸੀ। ਔਰ 5 ਜਮਾਤਾਂ ਨੂੰ ਪੜ੍ਹਾਉਣ ਲਈ ਤਾਂ ਸਿਰਫ 3 ਹੀ ਅਧਿਆਪਕ ਸੀ। ਮਤਲਬ ਪੜ੍ਹਨਾ, ਖੇਡਣਾ, ਫੱਟੀ ਲਿਖਣੀ, ਦੁਪਹਿਰ ਨੂੰ ਘਰੋਂ ਪਰੌਂਠੇ ਲੈ ਕੇ ਆਉਂਦੇ ਜਾਂ ਸਬਜ਼ੀ ਅਚਾਰ ਨਾਲ ਖਾ ਲੈਣੇ, ਮਸਤ ਰਹਿਣਾ ਸਾਰੇ ਦਿਨ। ਮਤਲਬ ਵਧੀਆ ਹੱਸੀ ਖੁਸ਼ੀ ਨਾਲ ਬੀਤ ਰਹੇ ਸੀ। ਪਰ ਸਾਰੇ ਦਿਨ ਇੱਕੋ ਜਿਹੇ ਵੀ ਕਿੱਥੇ ਹੁੰਦੇ ਆ। ਗੱਲ ਪਹਿਲੀ ਹੈ ਦੂਜੀ ਜਮਾਤ ਦੀ ਹੈ ਕਿ ਅੱਧੀ ਛੁੱਟੀ ਤੋਂ ਕੁਛ ਚਿਰ ਪਹਿਲਾਂ ਇੱਕ ਅਣਜਾਣ ਜਿਹਾ ਭਾਈ ਆਪਦਾ ਵੱਡਾ ਸਾਰਾ ਝੋਲਾ ਲੈ ਕੇ ਸਾਡੇ ਸਕੂਲ ਦੇ ਅੰਦਰ ਜਦੋਂ ਦਾਖਲ ਹੋਇਆ। ਅਸੀਂ ਉਹਨੂੰ ਪਹਿਲਾਂ ਕਦੇ ਨਹੀਂ ਸੀ ਦੇਖਿਆ, ਨਾ ਹੀ ਉਹ ਸਾਡੇ ਪਿੰਡ ਦਾ ਸੀ। ਵੀ ਬੱਚੇ ਵੀ ਮਤਲਬ ਆਪਸ 'ਚ ਬੱਚਿਆਂ 'ਚ ਘੁਸਰ ਮੁਸਰ ਹੋਣ ਲੱਗ ਗਈ ਵੀ ਇਹ ਬੰਦਾ ਕੌਣ। ਕੁਛ ਲਾਲ ਬੁਝੱਕੜ ਕਿਸਮ ਦੇ ਮਤਲਬ ਬੱਚਿਆਂ ਨੇ ਆਪਦੇ ਹਿਸਾਬ ਨਾਲ ਅੰਦਾਜ਼ਾ ਲਾਇਆ ਕਿ ਕੋਈ ਡਾਕਟਰ ਆ ਤੇ ਅੱਜ ਸਾਰਿਆਂ ਨੂੰ ਟੀਕੇ ਲਾਏ ਜਾਣਗੇ। ਕਿਆ ਬਾਤਾਂ। ਜਦੋਂ ਆਪ ਤੋਂ ਵੱਡੀਆਂ ਕੁੜੀਆਂ ਦੇ ਮੂੰਹ ਤੋਂ ਇਹ ਗੱਲ ਸੁਣੀ ਕਿ ਅੱਜ ਵੀ ਸਾਰਿਆਂ ਦੇ ਟੀਕੇ ਲਾਏ ਜਾਣਗੇ, ਹੁਣ ਸਾਡੇ ਤਾਂ ਸਾਹ ਹੀ ਸੁੱਕ ਗਏ, ਕਿਉਂਕਿ ਟੀਕੇ ਦੀ ਸੂਈ ਦੇਖ ਕੇ ਤਾਂ ਵੱਡੇ ਵੱਡੇ ਨਾਡੂ ਖਾਨਾ ਦੀ ਹਾਲਤ ਖਰਾਬ ਹੋ ਜਾਂਦੀ ਹੈ। ਤਾਂ ਫਿਰ ਵੀ ਨੰਨੀਆਂ ਛਾਵਾਂ ਸੀ ਜੀ। ਸੋ ਮਤਾ ਪਕਾਇਆ ਗਿਆ ਸਾਡੀ ਕਲਾਸ ਵੱਲੋਂ, ਮਤਲਬ ਕੁੜੀਆਂ ਵੱਲੋਂ, ਕਿ ਅੱਧੀ ਛੁੱਟੀ ਦਾ ਰੋਟੀ ਪਾਣੀ ਛਕੀਏ ਤੇ ਬਸਤਾ ਸਕੂਲ ਛੱਡੀਏ, ਆਪਾਂ ਚੱਲੀਏ ਬਾਹਰ। ਕਿਆ ਬਾਤਾਂ। ਜਦੋਂ ਸਾਰੀ ਛੁੱਟੀ ਹੋਊਗੀ ਤੇ ਆਪਾਂ ਵੀ ਆਪਦੇ ਬਸਤੇ ਚੱਕਾਂਗੇ ਤੇ ਮਤਲਬ ਕਿ ਸਾਰੇ ਬੱਚਿਆਂ ਨਾਲ ਘਰੇ ਚਲੇ ਜਾਵਾਂਗੇ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ। ਨਾਲੇ ਤਾਂ ਮਤਲਬ ਟੀਕਾ ਲੱਗਣ ਤੋਂ ਬਚਾਂਗੇ, ਔਰ ਜੇ ਟਾਈਮ ਤੋਂ ਪਹਿਲਾਂ ਘਰੇ ਗਏ ਤਾਂ ਫਿਰ ਸਕੂਲ ਦਾ ਤਾਂ ਪਤਾ ਨਹੀਂ, ਵੀ ਘਰੇ ਘੁੱਟ ਬਹੁਤ ਪੈਣੀ। ਹੁਣ ਸਕੂਲ ਬਾਹਰ ਸੀ, ਜਾਂਦੇ ਵੀ ਕਿੱਥੇ। ਸਾਰਾ ਸਮਾਂ ਮਤਲਬ ਇਸੇ ਡਰ ਨਾਲ ਹੀ ਰਹਿੰਦੇ ਰਹੇ ਕਿ ਕੋਈ ਦੇਖ ਨਾ ਲਵੇ, ਕੋਲੇ ਨਾ ਲੱਗ ਕੇ ਬੈਠ ਕੇ ਗੇਟ ਤੇ।
ਔਰ ਟਾਈਮ ਸੀ ਜਿਹੜਾ ਕਿ ਮੁੱਕਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਇਹ ਵੀ ਨਹੀਂ ਸੀ ਪਤਾ ਕਿ ਅੰਦਰ ਹੋ ਕੀ ਰਿਹਾ। ਜਿੰਨੇ ਵੀ ਦੇਵੀ ਦੇਵਤੇ ਯਾਦ ਸੀ ਸਭ ਤਿਆਰ ਛੱਡੇ। ਫਿਰ ਰੱਬ ਰੱਬ ਕਰਕੇ ਸਕੂਲ ਦੀ ਘੰਟੀ ਵੱਜੀ ਔਰ ਬੱਚੇ ਮਤਲਬ ਉੱਠ ਕੇ ਘਰਾਂ ਨੂੰ ਤੁਰਨ ਵਾਸਤੇ ਬੈਗ ਵਗੈਰਾ ਚੱਕਣ ਲੱਗੇ। ਅਸੀਂ ਵੀ ਮਨ ਹੀ ਮਨ ਖੁਸ਼ ਹੋਏ ਵੀ ਇਹਦਾ ਬੜਾ ਵੱਡਾ ਮਾੜਕਾ ਮਾਰਤਾ। ਬੱਸ ਤੇ ਚੁੱਕਣ ਜੋ ਕਲਾਸ 'ਚ ਪਹੁੰਚੇ ਤਾਂ ਦੇਖਿਆ ਕਿ ਸਾਰੀ ਕਲਾਸ ਉਹਨੂੰ ਦੇਖ ਕੇ ਹੱਸ ਰਹੀ ਸੀ। ਮੈਂ ਅਸੀਂ ਹੈਰਾਨ ਹੋਈਆਂ ਕਿ ਇਹ ਵੀ ਸਾਨੂੰ ਦੇਖ ਕੇ ਹੱਸਿਆ ਕਿਉਂ ਜਾ ਰਿਹਾ। ਔਰ ਮੰਦ ਮੰਦ ਮੁਸਕਰਾਉਂਦੇ ਹੋਏ ਭੈਣ ਜੀ ਕਹਿੰਦੇ ਵੀ ਅੱਜ ਤਾਂ ਚਲੋ ਛੁੱਟੀ ਹੋ ਗਈ, ਆਪਾਂ ਮਿਲਦੇ ਹਾਂ ਫਿਰ ਕੱਲ ਨੂੰ। ਹੁਣ ਸਾਨੂੰ ਪਤਾ ਲੱਗਿਆ ਕਿ ਸਾਡੀ ਗਲਤੀ ਫੜੀ ਗਈ। ਔਰ ਉਸ ਤੋਂ ਵੀ ਜ਼ਿਆਦਾ ਦੁਖੀ ਇਸ ਗੱਲ ਨੇ ਕੀਤਾ ਕਿ ਉਹ ਅਣਜਾਣ ਭਾਈ ਕੋਈ ਡਾਕਟਰ ਨਹੀਂ ਸੀ, ਉਹ ਟੀਕੇ ਨਹੀਂ ਸੀ ਲਾਉਣ ਆਇਆ ਬਲਕਿ ਜਾਦੂਗਰ ਸੀ। ਕੀ ਬਾਤ ਹੈ। ਉਹਨੇ ਭਾਂਸਵਾਂ ਤੇ ਮਤਲਬ ਕਿ ਬੱਚਿਆਂ ਨੂੰ ਖੇਲ ਤਮਾਸ਼ੇ ਦਿਖਾ ਕੇ ਸਾਰਿਆਂ ਦਾ ਖੂਬ ਮਨੋਰੰਜਨ ਕੀਤਾ। ਹਰ ਕੋਈ ਆਪਣੇ ਆਪਣੀਆਂ ਗੱਲਾਂ ਦੱਸ ਕੇ ਖੁਸ਼ ਹੋ ਰਿਹਾ ਸੀ। ਪਰ ਜ਼ਿੰਦਗੀ 'ਚ ਪਹਿਲੀ ਵਾਰ ਕੁਛ ਇਹੋ ਜਿਹਾ ਮਹਿਸੂਸ ਹੋਇਆ ਕਿ ਜਿਸ ਨੂੰ ਸ਼ਾਇਦ ਅੱਜ ਵੀ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਫਿਰ ਅਗਲੀ ਸਵੇਰ ਸਾਰੀਆਂ ਨਵੀਆਂ ਛਾਵਾਂ ਨੂੰ ਧੁੱਪੇ ਖੜਾ ਕੇ ਦੋਵਾਂ ਹੱਥਾਂ ਦੇ ਉੱਪਰ 5-5 ਡੰਡੇ ਲਾਏ ਗਏ, ਜੋ ਕਿ ਕਾਫੀ ਸੀ ਸਾਰੀ ਉਮਰ ਇਹ ਯਾਦ ਰੱਖਣ ਲਈ ਕਿ ਇਸ ਤਰ੍ਹਾਂ ਗਲਤੀ ਨਹੀਂ ਕਰਨੀ ਹੈ। ਔਰ ਜੋ ਸਾਹਮਣੇ ਆਉਂਦਾ ਉਹ ਭੁਗਤਣਾ ਤਾਂ ਪੈਂਦਾ ਹੀ ਹੈ ਫਿਰ। ਪਰ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਵੀ ਲੱਗਦਾ ਕਿ ਵਾਹ ਕਮਾਲ ਦੇ ਸੀ ਸਕੂਲ ਦੇ ਦਿਨ। ਕਾਸ਼ ਉਹ ਦਿਨਾਂ ਨੂੰ ਫਿਰ ਤੋਂ ਜੀ ਪਾਉਂਦੇ। ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਤਾਂ ਤੁਸੀਂ ਵਾਕਿਆ ਹੀ ਉਹ ਰਾਉਂਡ, ਉਹ ਦੌਰ ਯਾਦ ਕਰਵਾਤਾ ਜਿਹਦੇ ਵਿੱਚ ਕਿ ਬੱਚੇ ਟੀਕੇ ਵਾਲੇ ਡਾਕਟਰ ਦਾ ਨਾਂ ਸੁਣਦੇ ਸਾਰ ਹੀ ਇੱਕ ਇਸ ਤਰ੍ਹਾਂ ਦੀ ਛਵੀ ਮਨ ਦੇ ਵਿੱਚ ਬਣਾ ਲੈਂਦੇ ਕਿ ਹਾਏ ਬਸ ਹੁਣ ਗਈ ਵਾਰੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਹਿੱਸਾ ਬਣਨ ਦੇ ਲਈ ਕੁਝ ਖਾਸ ਨਹੀਂ ਕਰਨਾ ਜੀ, ਬਸ ਕਰਨਾ ਤਾਂ ਬਸ ਇੰਨਾ ਕਰਨਾ ਹੈ ਕਿ ਅਵਤਾਰ ਰੇਡੀਓ ਦਾ ਜਿਹੜਾ ਸਟੂਡੀਓ ਦਾ ਨੰਬਰ ਆ ਉਹਨੂੰ ਤੁਸੀਂ ਡਾਇਲ ਕਰਨਾ ਆ। ਬਾਕੀ ਜੇ ਗੱਲ ਕਰਾਂ ਕਿ ਇਸ ਸਟੂਡੀਓ ਦਾ ਨੰਬਰ ਦੇ ਵਿੱਚ ਤੁਸੀਂ ਨੰਬਰ ਜਿਹੜਾ ਉਹ ਤਾਂ ਮੈਂ ਬੋਲਿਆ ਨਹੀਂ, ਹਾਂ ਨੰਬਰ ਹੈ ਸਟੂਡੀਓ ਦਾ 94 7 85 56 7 93। ਸੋ ਆਓ ਜੀ ਫਿਰ ਅੱਗੇ ਚੱਲਦੇ ਆ ਜੀ। ਬਲਜੀਤ ਕੌਰ ਝੂਟੀ ਪਿੰਡ ਜਾਣ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਉਹਨਾਂ ਦੀਆਂ ਦੂਰ ਕਾਵਿ ਰਚਨਾ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ। ਮੈਂ ਬਲਜੀਤ ਕੌਰ ਝੂਟੀ ਪਿੰਡ ਜਾਣ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਹੀ ਧੰਨਵਾਦ ਅਮਨਦੀਪ ਭੈਣ ਜੀ ਦਾ, ਜਿਨ੍ਹਾਂ ਕਾਰਨ ਸਾਂਝ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦਾ ਮੌਕਾ ਮਿਲਦਾ। ਅੱਜ ਮੈਂ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਸਿਰਲੇਖ ਹੈ ਯਾਦਾਂ ਬਚਪਨ ਦੀਆਂ ਜੀ। ਐਤਵਾਰ ਨੂੰ ਕੇਸ਼ ਨਿਖਾਰ ਨਾਲ ਸਿਰ ਨਹਾਉਣਾ, ਐਤਵਾਰ ਨੂੰ ਕੇਸ਼ ਨਿਖਾਰ ਨਾਲ ਸਿਰ ਨਹਾਉਣਾ, ਬਾਲ ਖੋਲ ਸਾਰਾ ਦਿਨ ਡੰਡੇ ਨਾਲ ਟਾਇਰ ਘੁਮਾਉਣਾ। ਕੀ ਬਾਤਾਂ। ਮੋਟਰ ਚੱਲਦੀ ਤਾਂ ਖੈਲ ਵਿੱਚ ਛਾਲਾਂ ਮਾਰ ਨਹਾਉਣਾ, ਮੋਟਰ ਚੱਲਦੀ ਤਾਂ ਖੈਲ ਵਿੱਚ ਛਾਲਾਂ ਮਾਰ ਨਹਾਉਣਾ। ਗਾਲਾਂ ਖਾ ਖਾ ਕੇ ਬਾਲਾਂ ਨੂੰ ਤੇਲ ਲਗਾਉਣਾ, ਗਾਲਾਂ ਖਾ ਖਾ ਕੇ ਬਾਲਾਂ ਨੂੰ ਤੇਲ ਲਗਵਾਉਣਾ। ਬਾਈ ਦਾ ਸਾਈਕਲ ਡੰਡੇ ਉੱਪਰ ਦੀ ਚਲਾਉਣਾ, ਬਾਈ ਦਾ ਸਾਈਕਲ ਡੰਡੇ ਉੱਪਰ ਦੀ ਚਲਾਉਣਾ। ਫਿਰ ਡਿੱਗ ਡਿੱਗ ਕੇ ਗੋਡਿਆਂ ਨੂੰ ਛਲਾਉਣਾ। ਘਰ ਆ ਕੇ ਦਾਦੀ ਜੀ ਕੋਲੋਂ ਦੇਸੀ ਤੇਲ ਲਗਾਉਣਾ, ਘਰ ਆ ਕੇ ਦਾਦੀ ਜੀ ਕੋਲੋਂ ਦੇਸੀ ਤੇਲ ਲਗਾਉਣਾ। ਸਾਰਾ ਦਿਨ ਬਿਨ ਮਤਲਬ ਖੌਰੂ ਪਾਈ ਜਾਣਾ। ਸਵੇਰੇ 9 ਵਜੇ ਰਮਾਇਣ ਦੇਖ ਦਿਨ ਬਿਤਾਉਣਾ, ਸਵੇਰੇ 9 ਵਜੇ ਰਮਾਇਣ ਦੇਖ ਦਿਨ ਬਿਤਾਉਣਾ। ਸ਼ਾਮ 4 ਵਜੇ ਫਿਲਮ ਦੇ ਮੂਹਰੇ ਬੈਠ ਸ਼ਾਮ ਬਿਤਾਉਣਾ। ਇੱਕੋ ਵਿਹੜੇ ਵਿੱਚ ਰਾਤ ਨੂੰ ਇਕੱਠਿਆਂ ਰੋਟੀ ਖਾਣਾ, ਇੱਕੋ ਵਿਹੜੇ ਵਿੱਚ ਰਾਤ ਨੂੰ ਇਕੱਠਿਆਂ ਰੋਟੀ ਖਾਣਾ। ਇੱਕੋ ਲਾਈਨ ਵਿੱਚ ਮੰਜੇ ਡਾਹ ਪੱਖੀ ਝੱਲ ਰਾਤ ਬਿਤਾਉਣਾ, ਇੱਕੋ ਲਾਈਨ ਵਿੱਚ ਮੰਜੇ ਡਾਹ ਪੱਖੀ ਝੱਲ ਰਾਤ ਬਿਤਾਉਣਾ। ਦਾਦੀ ਮਾਂ ਦਾ ਰਾਤ ਨੂੰ ਪਰੀਆਂ ਦੀਆਂ ਬਾਤਾਂ ਸੁਣਾਉਣਾ, ਦਾਦੀ ਮਾਂ ਦਾ ਰਾਤ ਨੂੰ ਪਰੀਆਂ ਦੀਆਂ ਬਾਤਾਂ ਸੁਣਾਉਣਾ। ਕੁੱਕੜ ਦੀ ਵਾਂਗ ਤੇ ਬਜ਼ੁਰਗਾਂ ਨੇ ਤੜਕੇ ਹੀ ਉੱਠ ਜਾਣਾ, ਕੁੱਕੜ ਦੀ ਵਾਂਗ ਤੇ ਬਜ਼ੁਰਗਾਂ ਨੇ ਤੜਕੇ ਉੱਠ ਜਾਣਾ। ਆਪੋ ਆਪਣੇ ਕੰਮ ਧੰਦਿਆਂ ਤੇ ਸਵਖਤੇ ਲੱਗ ਜਾਣਾ, ਆਪੋ ਆਪਣੇ ਕੰਮ ਧੰਦਿਆਂ ਤੇ ਸਵਖਤੇ ਲੱਗ ਜਾਣਾ। ਲੱਖ ਬੁਲਾਈਏ
ਉਹ ਬਾਦਸ਼ਾਹੀ ਬੇਪਰਵਾਹ ਬਚਪਨ। ਲੱਖ ਬੁਲਾਈਏ ਉਹ ਬਾਦਸ਼ਾਹੀ ਬੇਪਰਵਾਹ ਉਧਰ ਕਹਿ ਕੇ ਬਚਪਨ। ਆਵਾਜ਼ ਘੱਟ ਕਰ। ਝੂਠੀ ਕਦੇ ਮੁੜ ਦੁਬਾਰਾ ਨਹੀਂ ਆਉਣਾ, ਝੂਠੀ ਕਦੇ ਮੁੜ ਦੁਬਾਰਾ ਨਹੀਂ ਆਉਣਾ। ਬਹੁਤ ਬਹੁਤ ਧੰਨਵਾਦ ਜੀ। ਸੋ ਬਹੁਤ ਬਹੁਤ ਸ਼ੁਕਰੀਆ ਬਲਜੀਤ ਭੈਣ ਜੀ। ਤੇ ਆਓ ਤੁਹਾਡੀ ਜਿਹੜੀ ਅਗਲੀ ਕਾਵਿ ਰਚਨਾ ਉਹ ਵੀ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਕਰੀਏ ਜੀ। ਮੈਂ ਬਲਜੀਤ ਕੌਰ ਝੁੱਟੀ, ਪਿੰਡ ਉੱਧਰ ਚੱਲ ਜਾਣ, ਜਾ। ਜ਼ਿਲ੍ਹਾ ਹੁਸ਼ਿਆਰਪੁਰ ਤੋਂ। ਮੇਰੇ ਵੱਲੋਂ ਸਾਂਝ ਪ੍ਰੋਗਰਾਮ ਦੇ ਸਾਰੇ ਪਰਿਵਾਰ ਨੂੰ ਤੇ ਅਮਨਦੀਪ ਭੈਣ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੈਣੇ। ਅੱਜ ਦਾ ਵਿਸ਼ਾ ਹੈ ਜੀ ਬਾਡੀ। ਉਸ ਤੇ ਲਿਖੀਆਂ ਮੇਰੀਆਂ ਚੰਦ ਸਤਰਾਂ। ਹਾੜੀ ਦੀ ਫਸਲ ਪੱਕ ਕੇ ਤਿਆਰ ਜੀ, ਹਾੜੀ ਦੀ ਫਸਲ ਪੱਕ ਕੇ ਤਿਆਰ ਜੀ, ਕਰਨ ਨੂੰ ਬਾਡੀ ਜੱਟ ਤੇ ਕਾਮੇ ਹੋਏ ਤਿਆਰ ਜੀ, ਕਰਨ ਨੂੰ ਬਾਡੀ ਜੱਟ ਤੇ ਕਾਮੇ ਹੋਏ ਤਿਆਰ ਜੀ। ਸੋਨੇ ਰੰਗੀਆਂ ਕਣਕਾਂ ਦੇਖ ਦਿਲ ਖੁਸ਼ੀ ਵਿੱਚ ਝੂਮਦਾ, ਸੋਨੇ ਰੰਗੀਆਂ ਕਣਕਾਂ ਦੇਖ ਦਿਲ ਖੁਸ਼ੀ ਵਿੱਚ ਝੂਮਦਾ, ਪੁੱਤਾਂ ਵਾਂਗ ਪਾਲੀ ਫਸਲ ਦੇਖ ਦਿਲ ਹਰੌਸਦਾ। ਦਿਲ ਡਰਦਾ ਪੈ ਜਾਏ ਨਾ ਗੜੇ ਮਾਰ ਜੀ, ਕਰਨ ਨੂੰ ਬਾਡੀ ਜੱਟ ਤੇ ਕਾਮੇ ਹੋਏ ਤਿਆਰ ਜੀ, ਕਰਨ ਨੂੰ ਬਾਡੀ ਜੱਟ ਤੇ ਕਾਮੇ ਹੋਏ ਤਿਆਰ ਜੀ। ਪਿੰਡ ਪਿੰਡ ਵਿੱਚ ਕੰਬਾਈਨਾਂ ਆ ਗਈਆਂ, ਪਿੰਡ ਪਿੰਡ ਵਿੱਚ ਕੰਬਾਈਨਾਂ ਆ ਗਈਆਂ, ਤੂੜੀ ਬਣਾਉਣ ਲਈ ਮਸ਼ੀਨਾਂ ਵੀ ਆ ਗਈਆਂ। ਸਾਂਭਣ ਨੂੰ ਫਸਲ ਸਾਰੇ ਪੱਬਾਂ ਭਾਰ ਜੀ, ਸਾਂਭਣ ਨੂੰ ਫਸਲ ਹੋ ਗਏ ਸਾਰੇ ਪੱਬਾਂ ਭਾਰ ਜੀ, ਕਰਨ ਨੂੰ ਵਾਢੀ ਜੱਟ ਤੇ ਕਾਮੇ ਹੋਏ ਤਿਆਰ ਜੀ, ਕਰਨ ਨੂੰ ਵਾਢੀ ਜੱਟ ਤੇ ਕਾਮੇ ਹੋਏ ਤਿਆਰ ਜੀ। ਮਾੜਾ ਮੋਟਾ ਬੱਦਲ ਹੋ ਜਾਏ ਕਿਸਾਨਾਂ ਦੇ ਸਾਹ ਸੁੱਕਦੇ, ਮਾੜਾ ਮੋਟਾ ਬੱਦਲ ਹੋ ਜਾਏ ਕਿਸਾਨਾਂ ਦੇ ਸਾਹ ਸੁੱਕਦੇ, ਰੱਬਾ ਥੋੜਾ ਕੋ ਟਾਈਮ ਦੇ ਦੇ ਹੱਥ ਜੋੜ ਕੇ ਮਿੰਨਤਾਂ ਕਰਦੇ, ਰੱਬਾ ਥੋੜਾ ਕੋ ਟਾਈਮ ਦੇ ਦੇ ਹੱਥ ਜੋੜ ਕੇ ਮਿੰਨਤਾਂ ਕਰਦੇ। ਝੂਟੀ ਸੁੱਖੀ ਸਾਂਦੀ ਦਾਣੇ ਘਰ ਆ ਜਾਵਣ, ਝੂਟੀ ਸੁੱਖੀ ਸਾਂਦੀ ਦਾਣੇ ਘਰ ਆ ਜਾਵਣ। ਸੁਆਣੀਆਂ ਨੇ ਦਾਣੇ ਪਾਉਣ ਲਈ ਡਰਮ ਕਰ ਲਏ ਤਿਆਰ ਜੀ, ਕਰਨ ਨੂੰ ਵਾਢੀ ਜੱਟ ਤੇ ਕਾਮੇ ਹੋਏ ਤਿਆਰ ਜੀ, ਕਰਨ ਨੂੰ ਵਾਢੀ ਜੱਟ ਤੇ ਕਾਮੇ ਹੋਏ ਤਿਆਰ ਜੀ, ਹੋਏ ਤਿਆਰ ਜੀ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਭੈਣੇ, ਬਹੁਤ ਬਹੁਤ ਸ਼ੁਕਰਾਨਾ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣੀ ਜਿਹੜੀ ਹਾਜ਼ਰੀ ਆ ਉਹ ਲਗਾਈ। ਸੋ ਇਸ ਹਾਜ਼ਰੀ ਦੇ ਵਿੱਚ ਤੁਹਾਡੇ ਖੂਬਸੂਰਤ ਸੁਨੇਹਿਆਂ ਦੇ ਨਾਲ, ਕਿਉਂਕਿ ਪਿਛਲੀ ਵਾਰੀ ਤੁਹਾਡੀ ਇਹ ਰਚਨਾ ਜਿਹੜੀ ਮੇਰੇ ਤੋਂ ਰਹਿ ਗਈ ਸੀ, ਸੋ ਇਸ ਲਈ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀ ਜਿਹੜੀ ਇਹ ਰਚਨਾ ਆ ਜ਼ਰੂਰ ਸਾਂਝੀ ਜਿਹੜੀ ਕਰਾਂ। ਸੋ ਆਓ ਜੀ ਫਿਰ ਅੱਗੇ ਚੱਲਦੇ ਆ। ਤੇ ਵੈਸੇ ਤਾਂ ਰਚਨਾਵਾਂ ਮੇਰੇ ਕੋਲ ਇੰਨੀਆਂ ਕੋ ਕਿ ਮੈਂ ਜੇ ਲਗਾਤਾਰ ਉਹਨਾਂ ਦਾ ਨਾਮ ਸਰਨਾਮਾ ਬੋਲਦੀ ਰਵਾਂ ਤਾਂ ਬਹੁਤ ਘੱਟ ਹੋ ਜਾਊਗਾ। ਸੋ ਆਓ ਜੀ ਹੁਣ ਅੱਗੇ ਚੱਲਦੇ ਆ। ਪ੍ਰੀਤਮਾ ਭੈਣ ਹੁਣਾਂ ਦੀਆਂ ਵੀ ਕੁਝ ਰਚਨਾਵਾਂ ਮੇਰੇ ਕੋਲ ਪਹੁੰਚੀਆਂ ਨੇ। ਸੋ ਵੈਸੇ ਤਾਂ ਜੇ ਮੈਂ ਨਾਮ ਸ਼ੁਰੂ ਕਰ ਦਵਾਂ ਤੇ ਨਾਮਾਂ ਦੀ ਲਿਸਟ ਜਿਹੜੀ ਆ ਕਾਫੀ ਲੰਬੇਰੀ ਆ ਮੇਰੇ ਕੋਲ। ਅੱਜ ਆਨੰਦ ਵੀ ਆਊਗਾ ਜੀ, ਕਿਉਂਕਿ ਆਪਾਂ ਸਾਰਿਆਂ ਦੀਆਂ ਰਚਨਾਵਾਂ ਜਿਹੜੀਆਂ ਸੁਣਨੀਆਂ ਆ। ਸੋ ਮੇਰੇ ਕੋਲ ਨਾ ਕਰਤਾਰ ਸਿੰਘ ਸਚਦੇਵਾ ਜੀ ਜਿਹੜੇ ਨੇ, ਉਹਨਾਂ ਦੀਆਂ 2 ਰਚਨਾਵਾਂ ਆਈਆਂ ਨੇ ਤੇ ਉਹ 2 ਰਚਨਾਵਾਂ ਜਿਹੜੀਆਂ ਨੇ ਮੈਂ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਕੁਝ ਕੁ ਰਚਨਾਵਾਂ ਜਿਹੜੀਆਂ ਬਹੁਤ ਮਹੱਤਵਪੂਰਨ ਆ ਕਿ ਕੋਈ ਹਰ ਇੱਕ ਮੈਂਬਰ ਨੇ ਅੱਜ ਖੂਬਸੂਰਤ ਪਲ ਦੇ ਨਾਲ ਖੂਬਸੂਰਤ ਪੈਗਾਮ ਸਾਡੇ ਨਾਲ ਸਾਂਝੇ ਕੀਤੇ ਆ। ਸੋ ਆਓ ਅੱਜ ਉਹਨਾਂ ਵੱਲੋਂ ਦਿੱਤੇ ਗਏ 2 ਸੁਨੇਹਿਆਂ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਆ। ਤਾਂ ਕਰਤਾਰ ਸਿੰਘ ਸਚਦੇਵਾ ਸ਼ਾਹਕੋਟ ਤੋਂ ਉਹਨਾਂ ਦੇ ਕੁਝ ਬੋਲ ਤੁਹਾਡੇ ਨਾਲ ਸਾਂਝੇ ਕਰਦੀ ਆ। ਚੱਲਦਾ ਰਹਿੰਦਾ ਹੈ ਇਸ ਤੋਂ ਕਿ ਅੱਜ ਆਪਾਂ 21ਵੀਂ ਸਦੀ ਵਿੱਚ ਵਿਚਰ ਰਹੇ ਹਾਂ ਜੀ। ਪੁਰਾਤਨ ਸਮੇਂ ਵਿੱਚ ਬਚਪਨ ਵਿੱਚ ਬੱਚੇ ਬਹੁਤ ਸਾਰੀਆਂ ਖੇਡਾਂ ਖੇਡਿਆ ਕਰਦੇ ਸੀ ਜੋ ਅੱਜ ਬਹੁਤੀਆਂ ਵਿਸਰ ਚੁੱਕੀਆਂ ਹਨ। ਅਜੋਕੇ ਬੱਚਿਆਂ ਨੂੰ ਉਹਨਾਂ ਦੇ ਨਾਵਾਂ ਦਾ ਵੀ ਪਤਾ ਨਹੀਂ ਹੈ। ਉਹ ਮੋਬਾਈਲ ਬਾਰੇ ਤਾਂ ਵਿਸਤ੍ਰਿਤ ਜਾਣਕਾਰੀ ਰੱਖਦੇ ਹਨ, ਪਰੰਤੂ ਸਾਡੇ ਵਿਰਸੇ ਨੂੰ ਉਹ ਜਾਣਦੇ ਹੀ ਨਹੀਂ। ਮਾਤਾ ਪਿਤਾ ਜਾਂ ਵੱਡੇ ਵੀ ਇਸ ਪਾਸੇ ਧਿਆਨ ਨਹੀਂ ਦੇ ਰਹੇ। ਅਜਿਹਾ ਨਾ ਹੋਣ ਕਾਰਨ ਬੱਚਿਆਂ ਦੀ ਸਿਹਤ ਵਿੱਚ ਵਿਗਾੜ ਵੀ ਪੈ ਰਿਹਾ ਹਨ। ਜਦ ਲੁਕਣ ਮਚਾਈ ਖੇਡਦੇ ਸੀ, ਕਦੇ ਖੇਡਦੇ ਖਿੱਚਣ ਰੱਸਾ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦ ਮੈਂ ਛੋਟਾ ਬੱਚਾ ਸੀ।
ਨਾ ਫਿਕਰ ਸੀ ਦੇਖ ਲਓ ਜੇ ਕੀੜੇ free ਹੈ ਤਾਂ। ਕੱਪੜੇ ਦਾ, ਨਾ ਫਿਕਰ ਸੀ ਉਹ ਕਰੇ ਕਮਰੇ ਦਾ, ਨਾ ਚਿੰਤਾ ਪ੍ਰਗਟ ਖਰਚੇ ਦੀ, ਨਾ ਦੇਖ ਲਓ ਫਿਕਰ ਭਾਵੇਂ ਸੀ ਮਨ ਦੇ ਸਕਦੇ ਤਕੜੇ ਆ ਦਾ। ਬਾਈ ਜਦੋਂ ਮੈਂ ਤਾਂ ਆਪਣੇ ਇੱਥੇ ਹੁੰਦਾ ਐਵੇਂ ਹੀ ਆ ਰਾਜਾ ਸੀ, ਮੁੜ ਕੇ ਲੈ ਲਿਓ ਭਾਵੇਂ ਤੇੜ ਸਾਡੇ ਕੱਚਾ ਸੀ, ਇਹ ਉਸ ਉੱਧਰ ਵੇਲੇ ਜਾਣਾ। ਦੀ ਗੱਲ ਹੈ ਜਦੋਂ ਉੱਧਰ ਹੀ ਜਾਣਾ। ਕੋਈ ਨਹੀਂ ਲੈ ਜਾ ਬੱਚਾ ਸੀ। ਛੋਟੀ ਭਾਜੀ ਨਾਲ ਤਾਂ ਵੀ 10 ਮਿੰਟ ਹੀ ਹੈ ਇੱਥੇ। ਕਿੱਕਲੀ ਜਾਂ ਕਿੱਕਲੀ ਕਲੀਰ ਦੀ ਖੇਡ ਬਹੁਤ ਪ੍ਰਚਲਿਤ ਸੀ। ਅਕਸਰ ਮੀਂਹ ਵਾਲੇ ਦਿਨ ਜਾਂ ਸ਼ਾਮ ਨੂੰ ਲੜਕੀਆਂ ਇਕੱਠੀਆਂ ਹੋ ਕੇ ਕਿੱਕਲੀ ਪਾਉਂਦੀਆਂ ਸਨ। ਦੋ ਕੁੜੀਆਂ ਇੱਕ ਦੂਜੇ ਦਾ ਹੱਥ ਉਲਟ ਹੱਥ 'ਚ ਫੜ ਕੇ ਘੁੰਮਦੀਆਂ ਸਨ ਅਤੇ ਨਾਲ ਹੀ ਗਾਉਂਦੀਆਂ ਸਨ, ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ। ਇਸ ਤਰ੍ਹਾਂ ਪੂਰਾ ਜੋਰ ਲਾ ਕੇ ਕੁੜੀਆਂ ਘੁੰਮਦੀਆਂ ਸਨ ਅਤੇ ਨਾਲ ਗੁੱਤਾਂ ਨੂੰ ਵੀ ਘੁਮਾਉਂਦੀਆਂ ਸਨ। ਕੋਟਲਾ ਛਪਾਕੀ ਇਹ ਮੁੰਡੇ ਅਤੇ ਕੁੜੀਆਂ ਇਕੱਠੇ ਵੀ ਖੇਡ ਲੈਂਦੇ ਹਨ ਤੇ ਮੁੰਡੇ ਵੱਖਰੇ ਤੇ ਕੁੜੀਆਂ ਵੱਖਰੀਆਂ ਵੀ ਖੇਡਦੇ ਹਨ। ਮੁੰਡੇ ਕੁੜੀਆਂ ਕੁੰਡੀ ਲਾ ਦੇ। ਰਲ ਕੇ ਵੀ ਇਹ ਖੇਡ ਖੇਡਦੇ ਹਨ। ਇਹ ਗੋਲ ਚੱਕਰ ਵਿੱਚ ਖਿਡਾਰੀ ਬੈਠਦੇ ਹਨ, ਉਹ ਅੱਗੇ ਪਿੱਛੇ ਨਹੀਂ ਦੇਖ ਸਕਦੇ। ਚੁੰਨੀ ਦਾ ਇੱਕ ਰੱਸਾ ਜਿਹਾ ਵੱਟ ਲਿਆ ਜਾਂਦਾ ਹੈ, ਇੱਕ ਖਿਡਾਰੀਆਂ ਦੇ ਚੱਕਰ ਦੇ ਦੁਆਲੇ ਕਿਹੜਾ ਇਹ ਬੋਲ ਕੇ ਲਾਉਂਦਾ ਹੈ। ਕੋਟਲਾ ਛਪਾਕੀ ਜਿਵੇਂ ਰਾਤ ਆਈ ਹੈ, ਜਿਹੜਾ ਅੱਗਾ ਪਿੱਛੇ ਵੇਖੇ ਉਹਦੀ ਸ਼ਾਮਤ ਆਈ ਹੈ। ਜਿਹੜਾ ਖਿਡਾਰੀ ਇਸ ਘੁੰਮਣ ਵਾਲੇ ਖਿਡਾਰੀ ਨੂੰ ਅੱਗੋਂ ਪਿੱਛੋਂ ਦੇਖਦਾ ਹੈ, ਉਸ ਦੇ ਲੱਕ ਤੇ ਉਹ ਵੱਟਿਆ ਹੋਇਆ ਰੱਸਾ ਮਾਰਿਆ ਜਾਂਦਾ ਹੈ। ਇਸ ਤਰ੍ਹਾਂ ਡਰਦਾ ਕੋਈ ਇੱਜ਼ਤ ਨਹੀਂ ਕਰਦਾ ਸੀ। ਉਹ ਖਿਡਾਰੀ ਅਚਾਨਕ ਕਿਸੇ ਬੈਠੇ ਖਿਡਾਰੀ ਦੇ ਪਿੱਛੇ ਰੱਸਾ ਰੱਖ ਦਿੰਦਾ ਹੈ। ਜੇਕਰ ਜਿਸ ਦੇ ਪਿੱਛੇ ਰੱਸਾ ਰੱਖਿਆ ਹੁੰਦਾ ਹੈ ਉਸ ਨੂੰ ਪਤਾ ਲੱਗ ਜਾਵੇ ਤਾਂ ਉਹ ਉੱਠ ਕੇ ਰੱਸਾ ਚੁੱਕ ਕੇ ਉਸ ਪਹਿਲਾਂ ਖੜੇ ਖਿਡਾਰੀ ਦੇ ਪਿੱਛੇ ਦੌੜਦਾ ਹੈ ਤੇ ਉਹ ਯਤਨ ਕਰਕੇ ਉਸ ਦੀ ਪਿੱਠ ਤੇ ਰੱਸਾ ਮਾਰਦਾ ਹੈ। ਕੋਸ਼ਿਸ਼ ਕਰਦਾ ਹੈ ਜਿੰਨਾ ਚਿਰ ਉਹ ਖਾਲੀ ਹੋਈ ਥਾਂ ਮੰਨ ਨਹੀਂ ਲੈਂਦਾ। ਇਸ ਤਰ੍ਹਾਂ ਇਹ ਕੰਮ ਸੋ ਇਹਦਾ ਦੂਸਰਾ ਭਾਗ ਜਿਹੜਾ ਆ, ਇਹਦਾ ਦੂਸਰਾ ਭਾਗ ਆ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆ, ਕਿਉਂਕਿ ਇਸ ਭਾਗ ਦੇ ਵਿੱਚ ਕੁਝ ਜਿਹੜੇ ਉਹਨਾਂ ਨੇ ਖੇਡਾਂ ਦੇ ਬਾਰੇ ਜ਼ਿਕਰ ਕੀਤਾ, ਅਗਲੀਆਂ ਖੇਡਾਂ ਵੀ ਬਚਪਨ ਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ। ਇਹ ਖੁੱਤੀ ਉਟਲੀ ਜਾਂਦੀ ਹੈ। ਸਾਰੇ ਪਾਸੋਂ ਇੱਕ ਇੱਕ ਜਾਂ ਵੱਧ ਬਾਕੜਾਂ ਇਕੱਠੀਆਂ ਕਰ ਲਈਆਂ ਜਾਂਦੀਆਂ ਹਨ। ਵਾਰੀ ਖਿਡਾਰੀ ਨੇ ਅਮਨ ਉਧਰਲੇ ਕਮਰੇ 'ਚ ਨਾ ਹੈੱਡਫੋਨ ਸਟੂਡੀਓ ਵਾਲੇ ਚੱਕ ਕੇ ਲਿਆ। ਉਹ ਵਾਲੇ ਲਾਸਟ ਵਾਲੇ ਕਮਰੇ 'ਚ ਭਾਜੀ ਕੋਲ ਇੱਕ ਹੋਰ ਬਾਕੜ ਨਾਲ ਖੁੱਤੀ ਵੱਲ ਛੁੱਟੀਆਂ ਬਾਕੜਾਂ ਤੋਂ ਇੱਕ ਤੇ ਨਿਸ਼ਾਨਾ ਲਗਾਇਆ ਜਾਂਦਾ ਹੈ। ਅਗਰ ਨਿਸ਼ਾਨਾ ਲੱਗ ਜਾਵੇ ਤਾਂ ਉਹ ਬਾਕੜ ਵੀ ਖੁੱਤੀ ਬਣ ਜਾਂਦੀ ਹੈ। ਇਸ ਤਰ੍ਹਾਂ ਆਪਣੀ ਵਾਰੀ ਸਰਬਾਕੀ ਖਿਡਾਰੀ ਖੇਡਦੇ ਹਨ। ਟਾਇਰ ਘੁਮਾਉਂਦੇ, ਇਕੱਲਾ ਟਾਇਰ ਧਾਰਕ ਜਾਂ ਇੱਕ ਤੋਂ ਜ਼ਿਆਦਾ ਟਾਇਰ ਦੜਾਉਂਦੇ ਹਨ। ਇਸ ਤਰ੍ਹਾਂ ਦਾ ਉਹਨਾਂ ਦਾ ਜੋਰ ਵੀ ਲੱਗ ਜਾਂਦਾ ਹੈ, ਦੌੜ ਵੀ ਲੈਂਦੇ ਹਨ ਤੇ ਮੁਕਾਬਲਾ ਵੀ ਕਰ ਲੈਂਦੇ ਹਨ। ਰੱਸਾ ਕਸ਼ੀ ਇਸ ਵਿੱਚ ਦੋ ਟੀਮਾਂ ਹੁੰਦੀਆਂ ਹਨ। ਇੱਕ ਪਾਸੇ ਤੋਂ ਇੱਕ ਟੀਮ ਦੇ ਖਿਡਾਰੀ ਰੱਸਾ ਖਿੱਚਦੇ ਹਨ ਤੇ ਦੂਸਰੇ ਪਾਸੇ ਤੋਂ ਇਹੋ ਕੰਮ ਦੂਸਰੀ ਟੀਮ ਕਰਦੀ ਹੈ। ਇਸ ਤਰ੍ਹਾਂ ਜਿਹੜੀ ਵੀ ਟੀਮ ਰੱਸਾ ਖਿੱਚ ਕੇ ਲੈ ਜਾਵੇ ਉਹ ਜੇਤੂ ਟੀਮ ਬਣ ਜਾਂਦੀ ਹੈ। ਇਹ ਬੜੀ ਸਸਤੀ ਤੇ ਸੌਖੀ ਗੇਮ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੇਮਾਂ ਜਿਵੇਂ ਕੋਟਲਾ ਛਪਾਕੀ, ਪਿੱਠੂ, ਕਾਇਮ, ਸਟਾਪੂ, ਖੋ-ਖੋ, ਲੁਕਣ ਮੀਟੀ, ਗੁੱਲੀ ਡੰਡਾ ਅਤੇ ਇਸ ਤੋਂ ਇਲਾਵਾ ਕੋਈ ਹੋਰ ਵੀ ਗੇਮਾਂ ਹਨ ਜਿੱਦਾਂ ਤਾਸ਼ ਹੋ ਗਈ, ਲੰਗੜੀ ਲੱਤ ਹੋ ਗਈ, ਲੁੱਡੋ ਹੋ ਗਈ, ਊਚ ਨੀਚ ਹੋ ਗਿਆ, ਪੀਂਘ ਹੋ ਗਿਆ, ਅੱਡਾ ਖੱਡਾ ਹੋ ਗਿਆ, ਗੁਲੇਲ ਹੋ ਗਿਆ, ਚਿੜੀ ਛਿੱਕਾ ਅਤੇ ਫੁੱਟਬਾਲ ਜਿਹੀਆਂ ਗੇਮਾਂ ਹਨ ਜਿਨ੍ਹਾਂ ਨੂੰ ਬੱਚੇ ਬੜੇ ਸੌਖੀ ਤਰ੍ਹਾਂ ਖੇਡ ਸਕਦੇ ਆ। ਸੋ ਮਾਪਿਆਂ ਨੂੰ ਵੀ ਚਾਹੀਦਾ ਤੇ ਟੀਚਰਾਂ ਨੂੰ ਵੀ ਚਾਹੀਦਾ ਕਿ ਬੱਚਿਆਂ ਦਾ ਧਿਆਨ ਕਰਨ ਤਾਂ ਜੋ ਬੱਚੇ ਸਿਹਤਯਾਬ ਹੋਣ। ਸੋ ਬਿਲਕੁਲ ਜੀ, ਤੇ ਸਿਹਤ ਜ਼ਾਬਤਾ ਦੇ ਲਈ ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਦੌਰ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਖੇਡਾਂ ਦੀ ਜ਼ਰੂਰਤ ਹੈ ਤੇ ਪਰ ਅੱਜ ਖੇਡਾਂ ਵਿਸਰ ਗਈਆਂ। ਜੇ ਮੈਂ ਸ਼ਬਦ ਬੋਲ ਦਵਾਂ ਤਾਂ ਗੱਲ ਘੱਟ ਨਹੀਂ ਹੋਗੀ, ਕਿਉਂਕਿ ਖੇਡਾਂ ਤਾਂ ਵਿਸਰ ਗਈਆਂ, ਬੱਚਿਆਂ ਦੇ ਲਈ ਉਹ ਮਾਹੌਲ ਪਹਿਲਾਂ ਵਰਗੇ ਨਹੀਂ ਹੈਗੇ। ਤੁਸੀਂ ਮੰਨੋ ਜਾਂ ਨਾ ਮੰਨੋ,
ਸੋ ਪਹਿਲਾਂ ਕੱਚੀਆਂ ਗਲੀਆਂ ਸੀ ਤੇ ਰਾਹ ਖੁੱਲੇ ਸੀ, ਵਿਹੜੇ ਕੱਚੇ ਸੀ ਤੇ ਇਰਦ ਗਿਰਦ ਦੇ ਜਿਹੜੇ ਆਸ-ਪਾਸ ਦੇ ਜਿਹੜੇ ਬੱਚੇ ਆ ਉਹ ਵੀ ਸਾਰੇ ਉਸੇ ਘਰ ਖੇਲਣ ਆ ਜਾਂਦੇ ਹੁੰਦੇ ਸੀ ਤੇ ਰੌਣਕ ਖੂਬ ਲੱਗਦੀ ਸੀ। ਸੋ ਅੱਜ ਪਰਿਵਾਰ ਦੇ ਜਿੱਦਾਂ ਅੱਗੇ ਪਰਿਵਾਰ ਦੇ ਵਿੱਚ 4-4 5-5 6-6 ਬੱਚੇ ਹੁੰਦੇ ਸੀਗੇ ਤਾਂ ਇਰਦ ਗਿਰਦ ਆਸ ਪੜੋਸ ਦੇ ਵਿੱਚ ਖੇਡ ਲਿਆ ਕਰਦੇ ਸੀ। ਪਰ ਹੁਣ ਦਾ ਜਿਹੜਾ ਸਮਾਂ ਆ, ਹੁਣ ਸਮਾਂ ਸਿਰਫ ਆਪਣੇ ਘਰ ਰਹਿਣ ਦਾ, ਮਾਹੌਲ ਨੂੰ ਵੀ ਦੇਖਦੇ ਹੋਇਆ ਤਾਂ ਉਹਦੀ ਕਿਤੇ ਨਾ ਕਿਤੇ ਜਿਹੜਾ ਆ ਮਨ ਨੂੰ ਟੁੰਬਦਾ ਵੀ ਆ। ਸੋ ਆਓ ਫਿਰ ਅਗਲੀਆਂ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਤਾਂ ਅੱਜ ਥੋੜਾ ਜਿਹਾ ਨੈਟਵਰਕ ਵੀਕ ਹੈਗਾ ਹੈ ਮੇਰੇ ਫੋਨ ਤੇ ਉਹਦਾ ਕਰਕੇ ਸ਼ਾਇਦ ਤੁਹਾਡੀਆਂ ਆੜੀਆਂ ਤੁਹਾਨੂੰ ਵੀ ਦੁਬਾਰਾ ਮਿਲੀਆਂ ਹੋਣਗੀਆਂ, ਤਾਂ ਉਹਦੇ ਲਈ ਮਾਫੀ। ਤੇ ਆਓ ਫਿਰ ਵਿਨੋਦ ਕੁਮਾਰ ਭਾਜੀ ਹੁਣਾਂ ਦੀ ਜਿਹੜੀ ਆ ਸਾਂਝ ਦਿਲਾਂ ਦੀ ਗਰੁੱਪ ਜਿਹੜਾ ਮੇਰੇ ਕੋਲ ਸੀ ਤੇ ਉਹਨਾਂ ਦੇ ਚੋਂ ਇਹ ਐਡਮਨ ਸਾਹਿਬ ਤੇ ਉਹਨਾਂ ਨੇ ਇੱਕ ਖੂਬਸੂਰਤ ਰਚਨਾ ਭੇਜੀ ਆ, ਉਹ ਤੁਹਾਡੇ ਨਾਲ ਮੈਂ ਸਾਂਝੀ ਕਰਾਂ। ਸਤਿਕਾਰਯੋਗ ਅਮਨਦੀਪ ਕੌਰ ਭੈਣ ਜੀ, ਸਤਿ ਸ੍ਰੀ ਅਕਾਲ ਜੀ, ਨਮਸਤੇ ਜੀ। ਸਤਿ ਸ਼੍ਰੀ ਅਕਾਲ, ਨਮਸਤੇ ਅਵਤਾਰ ਵੀਰੇ। ਰੇਡੀਓ ਸੀਚੇਵਾਲ 90.4 ਸਾਰੇ ਹੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਤੇ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਨਮਸਤੇ, ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਵਿਨੋਦ ਭਾਜੀ, ਬਹੁਤ ਵਧੀਆ। ਅੱਜ ਬਹੁਤ ਵਧੀਆ ਵਿਸ਼ਾ ਰੱਖਿਆ, ਬਚਪਨ ਦੀਆਂ ਯਾਦਾਂ ਤੇ ਬਚਪਨ ਤੇ ਹੀ ਰਚਨਾਵਾਂ। ਲਓ ਜੀ, ਮੈਂ ਵਿਨੋਦ ਸੰਧੂ ਜਾਡਲਾ ਟਾਊਨ SBS ਨਗਰ ਤੋਂ ਆਪਣੀ ਇੱਕ ਛੋਟੀ ਜਿਹੀ ਯਾਦ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ। ਬਚਪਨ ਤੇ। ਲਓ ਅਮਨਦੀਪ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ ਆ ਗਏ ਜੀ, ਜੀ, ਆ ਗਏ ਅਸੀਂ ਤੁਹਾਡੇ ਲਈ ਜੀ ਆਇਆਂ ਨੂੰ। ਇੱਕ ਛੋਟੀ ਜਿਹੀ ਆਪਣੀ ਯਾਦ ਲੈ ਕੇ। ਓਹੋ, ਜਦੋਂ ਛੋਟੇ ਹੁੰਦੇ ਸੀ, ਛੋਟੇ ਛੋਟੇ ਬੱਚੇ ਸਾਡੇ ਨਾਲ ਹੁੰਦੇ ਸੀ। ਹਾਂਜੀ ਬਚਪਨ ਬੜਾ ਪਿਆਰਾ ਸੀ ਜੀ। ਔਰ ਮਿੱਟੀ ਦੇ ਵਿੱਚ ਖੇਡਦੇ ਹੁੰਦੇ ਸੀ। ਮਿੱਟੀ ਦੇ ਬਣਾਣੇ ਖਿਡੌਣੇ, ਕਿਆ ਬਾਤਾਂ। ਨੜੇ ਦੀ ਪਾਣੀ ਉਹਦੇ ਵਿੱਚ ਵੱਡੀ ਸਾਰੀ ਇੱਕ ਲੱਤ, ਉਹਦੇ ਉੱਤੇ ਬਣਾਣਾ ਇੱਕ ਸਾਈਕਲ ਦੀ ਤਾਰ ਦਾ ਚੱਕਰ ਜੀ। ਕਿਆ ਬਾਤਾਂ। ਥੱਲੇ ਮਿੱਟੀ ਦੇ ਚੱਕੇ ਬਣਾ ਕੇ ਸਾਈਡਾਂ ਤੇ ਗੁੱਤ ਨੂੰ ਪਾਣ ਵਾਲੀਆਂ ਪਾਣੀਆਂ ਰਬੜਾਂ ਕਿਆ ਬਾਤਾਂ। ਤੇ ਬਣਾ ਦੇਣੀ ਇੱਕ ਗੱਡੀ ਜੀ। ਵਾਹ, ਵਾਹ ਕਿਆ ਬਾਤਾਂ। ਉਹ ਬਚਪਨ ਨਹੀਂ ਭੁੱਲਦਾ। ਸਹੀ ਗੱਲ ਹੈ ਜੀ। ਕੱਚ ਦੇ ਗੋਲੇ ਖੇਡਣੇ, ਬਾਂਦਰ ਕੀਲਾ ਖੇਡਣਾ, ਵਾਹ ਜੀ ਵਾਹ। ਗੁੱਲੀ ਡੰਡਾ ਖੇਡਣਾ, ਹਾਂਜੀ ਬਚਪਨ ਦੀਆਂ ਯਾਦਾਂ। ਜੀ। ਐਕਸਪ੍ਰੈਸ ਖੇਲਣੀ, ਜਿਹਨੂੰ ਪਟੀਲੋ ਕਹਿੰਦੇ ਨੇ। ਦਰਵਾਜ਼ਿਆਂ ਪਿੱਛੇ ਲੁਕ ਜਾਣਾ, ਕਦੇ ਕੋਠਿਆਂ ਤੇ ਚੜ ਜਾਣਾ, ਕਦੇ ਥੱਲੇ ਲੁਕ ਜਾਣਾ। ਯਾ ਉਹ ਬਚਪਨ ਵਾਪਸ ਨਹੀਂ ਆਣਾ। ਸਹੀ ਗੱਲ। ਹਾਏ ਹਾਏ, ਵਾਕਈ ਉਹ ਟਾਈਮ ਵਾਪਸ ਨਹੀਂ ਆਣਾ। ਸਾਡੇ ਤਾਂ ਅਵਤਾਰ ਰੇਡੀਓ ਸੀਚੇਵਾਲ ਵਾਲਿਆਂ ਨੇ ਇਹ ਬਚਪਨ ਸਾਨੂੰ ਯਾਦ ਦਿਵਾਤਾ। ਕਿਆ ਬਾਤਾਂ। ਵਾਹ 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 ਵਾਹ, ਕਮਾਲ ਕਰਤੀ ਜੀ। ਇਹ ਜੋ ਬਚਪਨ ਇਹ ਹੈ, ਕਿਤੇ ਨਹੀਂ ਮਿਲਣਾ। ਉਹ ਸਮਾਂ ਸੀ ਜਦੋਂ ਲੜਕੀਆਂ ਨੇ ਖੋ ਖੋ ਖੇਡਣੀ ਜੀ ਤੇ ਲੜਕਿਆਂ ਨੇ ਵਾਲੀਬਾਲ ਖੇਡਣਾ, ਫੁੱਟਬਾਲ ਖੇਲਣਾ। ਇਹ ਬਾਂਦਰ ਕੀਲਾ ਕਿੰਨੀ ਵਧੀਆ ਗੇਮ ਸੀ। ਇੱਕ ਚੱਕਰ ਬਣਾਣਾ, ਕਿਆ ਬਾਤ ਉਹਦੇ ਆ। ਵਿੱਚ ਚੱਪਲਾਂ ਰੱਖ ਦੇਣੀਆਂ, ਇੱਕ ਜਾਣੇ ਨੇ ਵਿੱਚ ਖੜਨਾ, ਬਾਕੀਆਂ ਨੇ ਚੱਪਲਾਂ ਚੱਕ ਕੇ ਦੌੜਨਾ, ਭੱਜਣਾ। ਬਾਹਰ ਕੱਢ ਲੈਣੀਆਂ। ਜਦੋਂ ਨਿਕਲ ਗਈਆਂ ਫਿਰ ਉਹਦੀ ਵਾਰੀ ਆ ਜਾਂਦੀ ਸੀ ਦੌੜਨ ਦੀ। ਜੀ। ਆਹ ਚੱਪਲ, ਆਹ ਹਾਏ ਚੱਪਲ। ਬਹੁਤ ਵੱਜਦੀਆਂ ਸੀ। ਉਹ ਬਚਪਨ ਵਾਕਈ ਉਹ ਲਾਜਵਾਬ ਸੀ। ਪਰ ਇਹ ਜਿਹੜਾ ਬਚਪਨ ਆ ਨਾ, ਜੀ। ਸਾਨੂੰ ਕਦੇ ਨਹੀਂ ਭੁੱਲਣਾ। ਔਰ ਜਦੋਂ ਕਿਸੇ ਨੂੰ ਖਿੱਚਣਾ, ਕਿਸੇ ਨੂੰ ਮਾਰਨਾ, ਸਾਈਕਲ ਤੇ ਚੜਾ ਕੇ ਧੱਕਾ ਦੇ ਦੇਣਾ, ਕਿਤੇ ਚਿੱਕੜੀ ਹੋਣੀ, ਓਹੋ। ਬਰਸਾਤਾਂ ਪਈਆਂ ਹੋਣੀਆਂ, ਜੀ। ਕੱਚੀ ਜਗ੍ਹਾ ਹੋਣੀ, ਤਿਲਕਣ ਵੱਜ ਚ ਤਿਲਕ ਜਾਣਾ, ਬਾਕੀਆਂ ਨੇ ਹੱਸਣਾ। ਉਹ ਸਮਾਂ
ਸਕੂਲ ਦੇ ਵਿੱਚ ਅੰਬੀਆਂ ਲੱਗੀਆਂ ਹੋਣੀਆਂ, ਜੀ। ਹਾਏ ਹਾਏ ਖੱਟੀਆਂ ਅੰਬੀਆਂ, ਓਏ ਹੋਏ। ਨਮਕ ਲੈ ਜਾਣਾ ਘਰੋਂ, ਆਏ ਹਾਏ। ਝਾੜ ਕੇ ਅੰਬੀਆਂ, ਹਾਏ ਹਾਏ ਸਾਫ਼ ਕਰਕੇ ਦੰਦੀਆਂ ਮਾਰ ਮਾਰ ਕੇ ਖਾਣੀਆਂ। ਓਹੋ। ਉਹ ਖੱਟੀਆਂ ਅੰਬੀਆਂ ਯਾਦ ਆਉਂਦੀਆਂ ਨੇ। ਜੇ ਕਿਤੇ ਡੋਮਣਾ ਹੋਣਾ ਉਹਨੂੰ ਛੇੜ ਦੇਣਾ, ਹਾਏ ਡੋਮਣਿਆ ਛੇੜ ਦੇਣਾ ਤੇ ਡੋਮਣੇ ਨੇ ਮਗਰ ਪੈ ਜਾਣਾ, ਓਹੋ। ਲੜ ਵੀ ਜਾਣਾ। ਬਹੁਤ ਬੁਰਾ ਹਾਲ ਕਿਤੇ ਹੋਣਾ। ਪੀਲੀ ਮੱਖੀ ਜਿਹਨੂੰ ਭਰਿੰਡ ਕਹਿੰਦੇ ਨੇ, ਲੜ ਜਾਵੇ ਤਾਂ ਚੀਕਾਂ ਮਾਰਨੀਆਂ, ਹਾਏ ਲੜ ਗਈ, ਓਏ ਹੋਏ। ਫਿਰ ਫਟਾਫਟ ਉਹ ਕੀ ਹੋਇਆ ਕੀ ਹੋਇਆ, ਹਾਏ ਮੇਰੇ ਪ੍ਰਿੰਟ ਲੜ ਗਈ। ਲਿਆਓ ਲਿਆਓ ਵੀ ਫਟਾਫਟ ਭਰਿੰਡ ਕੱਢੀਏ। ਜੀ। ਉਹਦੇ ਡੰਗ ਕੱਢਣ, ਲੋਹਾ ਛਵਾਣਾ, ਮਿੱਟੀ ਦਾ ਤੇਲ ਲਾਣਾ ਤੇ ਫਿਰ ਉਹਨੂੰ ਆਰਾਮ ਆਣਾ। ਜੀ। ਇਹ ਸੀ ਇੱਕ ਛੋਟੀ ਜਿਹੀ ਬਚਪਨ ਦੀ ਯਾਦ। ਪੇਸ਼ਕਸ਼ ਵਿਨੋਦ ਸੰਧੂ ਜਾਗਲਾ ਤੋਂ, SBS ਨਗਰ ਨਵਾਂ ਸ਼ਹਿਰ ਤੋਂ। ਦੱਸਣਾ ਕਿਸ ਤਰ੍ਹਾਂ ਦੀ ਲੱਗੀ ਤੇ ਇਹ ਛੋਟੀ ਜਿਹੀ ਕੋਸ਼ਿਸ਼, ਫਿਰ ਵੀ ਕਿਤੇ ਆਵਾਂਗੇ ਲੈ ਕੇ। ਸੋ ਸਾਰਿਆਂ ਦਾ ਧੰਨਵਾਦ, ਸ਼ੁਕਰੀਆ। ਸੁਣੋ ਤੇ ਲਵੋ ਆਨੰਦ। ਜੀ ਬਹੁਤ ਬਹੁਤ ਸ਼ੁਕਰੀਆ ਬਾਜੀ, ਬਹੁਤ ਪਿਆਰੀ ਲੱਗੀ। ਸੋ ਬਚਪਨ ਦੀ ਯਾਦ ਹਰ ਇੱਕ ਦੀ, ਵੈਸੇ ਤੁਸੀਂ ਮਮਿਕਰੀ ਦੇ ਰੂਪ ਦੇ ਵਿੱਚ ਜਿਹੜਾ ਵਿੱਚ ਟੇਸਟ ਦਿੱਤਾ ਹੈ ਨਾ, ਉਹਦੇ ਨਾਲ ਇਹ ਹੋਰ ਵੀ ਜ਼ਿਆਦਾ ਖੂਬਸੂਰਤ ਹੋ ਗਈ। ਸੋ ਤੁਹਾਡੀ ਅਗਲੀ ਵੀ ਰਚਨਾ ਜਿਹੜੀ ਆ ਉਹ ਵੀ ਮੈਂ ਸਾਂਝੀ ਕਰਾਂ ਤੇ ਉਸ ਤੋਂ ਬਾਅਦ ਆਪਾਂ ਫਿਰ ਕਮਲਜੀਤ ਕੌਰ ਢਾਲੀਵਾਲ ਹੁਣਾਂ ਦੀ ਆਵਾਜ਼ ਦੇ ਵਿੱਚ ਰਚਨਾ ਸੁਣਾਂਗੇ। ਦੇਖੋ ਭੈਣ ਜੀ, ਅਵਤਾਰ ਰੇਡੀਓ ਸੀਚੇਵਾਲ 90.4 ਮੈਗਾਹਰਟਸ ਦੇ ਉੱਤੇ ਮੈਂ ਸਾਰਿਆਂ ਨੂੰ ਨਮਸਤੇ ਸਤਿ ਸ੍ਰੀ ਅਕਾਲ ਬੁਲਾਉਂਦਾ ਹਾਂ ਜੀ। ਬਹੁਤ ਹੀ ਵਧੀਆ ਪੇਸ਼ਕਾਰੀ ਅਵਤਾਰ ਰੇਡੀਓ ਸੀਚੇਵਾਲ ਦੀ। ਸ਼ੁਕਰੀਆ ਵੀਰੇ। ਸੁਣ ਕੇ ਬੜਾ ਆਨੰਦ ਆਉਂਦਾ ਹੈ। ਸੋਹਣੇ ਪ੍ਰੋਗਰਾਮ ਸਾਡੇ ਤੱਕ ਪਹੁੰਚਦੇ ਨੇ ਤੇ ਹਾਜ਼ਰ ਹਾਂ ਮੈਂ ਵਿਨੋਦ ਸੰਧੂ ਜਾਗਲਾ ਟਾਊਨ ਤੋਂ, ਇੱਕ ਛੋਟੀ ਜਿਹੀ ਅੱਜ ਬਚਪਨ ਤੇ ਹੀ ਰਚਨਾ ਲੈ ਕੇ। ਜੀ। ਉਹ ਸੋਹਣਾ ਸਮਾਂ ਹੁੰਦਾ ਸੀ, ਜੀ। ਇੱਕ ਬਚਪਨ ਬੜਾ ਪਿਆਰਾ ਸੀ। ਇੱਕ ਦੂਸਰੇ ਨੂੰ ਛੇੜਨਾ, ਗੱਲ ਬਰਦਾਸ਼ਤ ਕਰ ਲੈਣੀ, ਕਿਸੇ ਦੇ ਕੰਨ ਤੇ ਲਾਣੀ, ਦੂਸਰੇ ਨੇ ਬਾਅਦ ਵਿੱਚ ਦੂਸਰੇ ਦੇ ਲਾ ਦੇਣੀ, ਦੌੜ ਜਾਣਾ, ਇੱਕ ਦੂਸਰੇ ਨੂੰ ਨਾ ਮਿਲਣਾ, ਫਿਰ ਦੁਬਾਰਾ ਤੋਂ ਉਹੀ ਸਮਾਂ ਸ਼ਾਂਤੀ ਦੇ ਵਿੱਚ ਆ ਜਾਣਾ। ਜੀ। ਕਦੀ ਕਿਸੇ ਨੇ ਕਿਸੇ ਦਾ ਗੁੱਸਾ ਨਹੀਂ ਕਰਨਾ, ਨਾ ਕਿਸੇ ਨੇ ਗਿਲਾ ਕਰਨਾ। ਹੁਣ ਤਾਂ ਮਾਂ ਭੈਣ ਦੀ ਗੱਲ ਤੋਂ ਬਿਨਾਂ ਗੱਲ ਨਹੀਂ ਕਰਦੇ। ਸਹੀ ਗੱਲ ਆ ਜੀ। ਹੁਣ ਤਾਂ ਮਾਂ ਭੈਣ ਦੀ ਗੱਲ ਤੋਂ ਬਿਨਾਂ ਗੱਲ ਨਹੀਂ ਕਰਦੇ। ਹਾਸੇ ਮਜ਼ਾਕ ਦੇ ਵਿੱਚ ਵੀ ਗਾਲ ਕੱਢਦੇ। ਪਰ ਜੇ ਉਹ ਸਮਾਂ ਮੁੜ ਕੇ ਆ ਜਾਵੇ ਜਿੱਥੇ ਭੈਣ ਭਰਾ, ਮਹੱਲੇ ਦੀਆਂ, ਪਿੰਡ ਦੀਆਂ ਕੁੜੀਆਂ ਮੁੰਡੇ ਇਕੱਠੇ ਬੈਠਦੇ ਸੀ, ਕਦੀ ਕਿਸੇ ਨੂੰ ਮਾੜਾ ਚੰਗਾ ਨਾ ਬੋਲਣਾ, ਉਹ ਸਮਾਂ ਕਾਸ਼ ਕਿਤੇ ਵਾਪਸ ਆ ਜਾਵੇ, ਉਹ ਬਚਪਨ ਕਿਤੇ ਵਾਪਸ ਆ ਜਾਵੇ। ਜੇਕਰ ਕਿਸੇ ਦੇ ਘਰ ਜਾਣਾ, ਕਦੀ ਕਿਸੇ ਨੇ ਇਤਰਾਜ਼ ਨਹੀਂ ਕਰਨਾ, ਨਾ ਕੋਈ ਮਨ ਦੇ ਵਿੱਚ ਮਾੜਾ ਖਿਆਲ ਹੋਣਾ, ਉਹ ਬਚਪਨ ਹੁਣ ਵਾਪਸ ਨਹੀਂ ਆਉਣਾ। ਸੋ ਬਹੁਤ ਚੰਗੀਆਂ ਨੀਤਾਂ ਹੁੰਦੀਆਂ ਸੀ, ਨਾ ਕਿਸੇ ਨੇ ਮਨ ਦੇ ਵਿੱਚ ਕੋਈ ਸੋਚਿਆ ਸੀ, ਬਹੁਤ ਚੰਗੀਆਂ ਪ੍ਰੀਤਾਂ ਪੈਂਦੀਆਂ ਸੀ। ਇਹ ਕਾਸ਼ ਪ੍ਰੀਤਾਂ ਹੁਣ ਵੀ ਪੈਣ, ਚੰਗੀ ਸੋਚ ਮਨ ਦੇ ਵਿੱਚ ਆ ਜਾਵੇ। ਕਾਸ਼ ਉਹ ਬਚਪਨ ਸਾਨੂੰ ਰੱਬਾ ਵਾਪਸ ਲਿਆ ਦੇ, ਸਾਨੂੰ ਵਾਪਸ ਲਿਆ ਦੇ। ਤੇ ਇਸੇ ਤਰ੍ਹਾਂ ਸਾਡੇ ਨਵੇਂ ਭੈਣ ਭਰਾਵਾਂ ਨੂੰ ਉਸ ਬਚਪਨ ਦੀ ਤਰ੍ਹਾਂ ਮਿਲਾ ਦੇ, ਜਿੱਥੇ ਪ੍ਰੀਤਾਂ ਪੈਂਦੀਆਂ ਰਹਿਣ, ਪ੍ਰੀਤਾਂ ਪੈਂਦੀਆਂ ਰਹਿਣ। ਕਾਸ਼ ਉਹ ਬਚਪਨ ਸਾਨੂੰ ਮਿਲਾ ਦੇ। ਇਹ ਯਾਦ ਕਦੀ ਨਹੀਂ ਭੁੱਲਣੀ ਬਚਪਨ ਦੀ। ਜਦੋਂ ਸਕੂਲ ਦੇ ਵਿੱਚ ਬੈਠਣਾ, ਕਿਸੇ ਨਾ ਕਿਸੇ ਦੀ ਸਾਹੀ ਦੀ ਦਵਾਤ ਵਿੱਚੋਂ ਡੰਕ ਭਰ ਲੈਣਾ, ਆਪਣੀ ਕਾਪੀ ਤੇ ਲਿਖ ਲੈਣਾ। ਕੀ ਬਾਤਾਂ। ਇਕੱਠਿਆਂ ਹੀ ਫੱਟੀ ਰੱਖ, ਇਕੱਠਿਆਂ ਹੀ ਫੱਟੀ ਰੱਖ, ਗੱਬੇ ਦਵਾਤ ਰੱਖ ਲੈਣੀ ਏ, ਕਲਮ ਭਰ ਡੋਕਾ ਫੱਟੀ ਤੇ ਲਿਖ ਦੇਣਾ ਏ। ਊੜਾ ਐੜਾ ਲਿਖ ਕੇ
ਊੜਾ ਐੜਾ ਲਿਖ ਕੇ 35 ਪੂਰੀ ਕਰ ਦੇਣੀ ਹੈ। ਸੋਹਣੀ ਜਿਹੀ ਚਮਕਦੀ ਲਿਖਾਈ ਦੇਖ ਕੇ ਉਹਨੂੰ ਸ਼ਾਬਾਸ਼ ਟੀਚਰ ਨੇ ਦੇਣੀ ਹੈ, ਉਹਨੂੰ ਸ਼ਾਬਾਸ਼ ਟੀਚਰ ਨੇ ਦੇਣੀ ਹੈ। ਉਹ ਫੱਟੀ ਜਿਸ ਨੂੰ ਗਾਚਣੀ ਨਾਲ ਪੋਚਦੇ ਸੀ, ਉਹਨੂੰ ਸੁਕਾਣਾ ਤੇ ਉਹਦੇ ਉੱਤੇ ਸ਼ਾਈਨਿੰਗ ਆ ਜਾਣੀ। ਉਹ ਬਚਪਨ ਕਾਸ਼ ਵਾਪਸ ਨਹੀਂ ਆਣਾ। ਜਦੋਂ ਪੰਜਾਬੀ ਲਿਖਣੀ ਸਿੱਖਦੇ ਸੀ, ਇੱਕ ਡੰਕ ਦੇ ਨਾਲ ਦਵਾਤ ਦੇ ਵਿੱਚੋਂ ਡੋਕਾ ਭਰਦੇ ਸੀ, ਸੋਹਣੀ ਜਿਹੀ ਖੁਸ਼ਖਤ ਲਿਖਾਈ ਲਿਖਦੇ ਸੀ। ਊੜਾ ਐੜਾ ਲਿਖ ਕੇ ਪੂਰੀ 35 ਲਿਖ ਜਾਂਦੇ ਸੀ, ਪੂਰੀ 35 ਲਿਖ ਜਾਂਦੇ ਸੀ। ਕਾਸ਼ ਉਹ ਬਚਪਨ ਵਾਪਸ ਆ ਜਾਵੇ। ਹੁਣ ਤਾਂ ਸਿੱਧੇ ਵਾਲ ਪੇਪਰ ਹੀ ਬਣਾਏ ਜਾਂਦੇ ਨੇ। ਉਹ ਬਾਲ ਪੈਨ ਦੇ ਨਾਲ ਹੀ ਅਕਸ਼ਰ ਲਿਖੇ ਜਾਂਦੇ ਨੇ। ਉਹ ਡੰਕ ਕਾਸ਼ ਕਿਤੇ ਵਾਪਸ ਆ ਜਾਣ, ਉਹ ਡੰਕ ਕਾਸ਼ ਕਿਤੇ ਵਾਪਸ ਆ ਜਾਣ। ਬਚਪਨ ਵਾਪਸ ਆ ਜਾਵੇ ਤੇ ਸਾਨੂੰ ਫਿਰ ਸਾਰਿਆਂ ਨੂੰ ਮਿਲਾ ਜਾਵੇ। ਇਹ ਸੀ ਮੇਰੀ ਛੋਟੀ ਜਿਹੀ ਰਚਨਾ, ਮੂੰਹ ਜਵਾਨੀ ਲਾਈਵ ਬੋਲੀ ਹੈ, ਕੋਈ ਨਹੀਂ ਲਿਖੀ। ਮਨ ਦੇ ਵਿੱਚ ਜੋ ਖਿਆਲ ਤੁਹਾਡੇ ਨਾਲ ਸਾਂਝੇ ਕੀਤੇ ਆ, ਬਿਲਕੁਲ ਸੱਚਾਈ ਹੈ। ਭੈਣੋ ਭਰਾਵੋ, ਇਹ ਨਾ ਸੋਚਿਓ ਕਿ ਲਿਖੀ ਹੋਈ ਰਚਨਾ ਕੋਈ ਨਹੀਂ ਲਿਖੀ। ਨਾ ਮੈਂ ਅੱਜ ਦਿਨ ਤੱਕ ਲਿਖਿਆ ਹੈ, ਨਾ ਕੋਈ ਕਾਗਜ਼ ਕਾਲਾ ਕੀਤਾ ਹੈ। ਬਸ ਆਵਾਜ਼ ਦੇ ਉੱਤੇ ਹੀ ਜੋ ਕਾਲਾ ਹੁੰਦਾ ਹੈ ਉਹੀ ਤੁਹਾਡੇ ਸਾਹਮਣੇ ਆਉਂਦਾ ਹੈ, ਉਹੀ ਤੁਹਾਡੇ ਸਾਹਮਣੇ ਆਉਂਦਾ ਹੈ। ਵਿਨੋਦ ਸੰਧੂ, ਜਾਗਲਾ ਟਾਊਨ, ਨਵਾਂ ਸ਼ਹਿਰ, ਪੰਜਾਬ। ਸੋ ਬਿਲਕੁਲ ਜੀ ਭਾਜੀ, ਕਿਉਂਕਿ ਤੁਸੀਂ ਇੱਕ ਚੱਕਰ ਨਹੀਂ, ਪੂਰਾ ਸਕੂਲ ਦਾ ਜਿਹੜਾ ਆ ਦੌਰਾ ਸਾਨੂੰ ਦੁਬਾਰਾ ਕਰਵਾ ਦਿੱਤਾ ਜੀ। ਸੋ ਆਓ ਜੀ ਫਿਰ ਅਗਲੀਆਂ ਰਚਨਾਵਾਂ, ਜਿੱਦਾਂ ਕਮਲਜੀਤ ਹੁਣਾਂ ਦੀ ਗੱਲ ਕੀਤੀ ਸੀ, ਉਹਨਾਂ ਦੀ ਆਵਾਜ਼ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਤਾਂ ਦੇਖਦੇ ਹਾਂ ਭੈਣ ਨੇ ਕਿਹੜੇ ਰੰਗ ਬੰਨੇ ਨੇ। ਹਾਂਜੀ, ਸਤਿ ਸ੍ਰੀ ਅਕਾਲ। ਮੈਂ ਕਮਲਜੀਤ ਕੌਰ ਧਾਲੀਵਾਲ, ਮੈਂ ਮੋਗੇ ਤੋਂ ਬੋਲ ਰਹੀ ਹਾਂ। ਮੇਰੇ ਵੱਲੋਂ ਸਾਡੇ ਵੱਡੇ ਭੈਣ ਜੀ, ਸਤਿਕਾਰਯੋਗ ਵੱਡੇ ਭੈਣ ਜੀ ਅਮਨਦੀਪ ਕੌਰ ਥਿੰਦ ਭੈਣ ਜੀ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇ ਭੈਣੇ। ਮੈਂ ਆਪਣੀ ਹੀ ਲਿਖੀ ਹੋਈ ਇੱਕ ਰਚਨਾ ਤੁਹਾਡੀ ਨਜ਼ਰ ਕਰਦੀ ਹਾਂ, ਜੋ ਕਿ ਬਚਪਨ ਤੇ ਹੈ। ਇਹਦੇ ਵਿੱਚ ਕਹਿੰਦਾ ਕਿ ਜੋ ਬਚਪਨ ਗੁਜ਼ਰ ਗਿਆ, ਉਹ ਇਸ ਸਮੇਂ 'ਚ, ਇਸ ਲਾਈਫ 'ਚ ਉਹ ਚੀਜ਼ਾਂ ਨਹੀਂ ਹੈਗੀਆਂ, ਉਹ ਗੱਲਾਂ ਨਹੀਂ ਹੈਗੀਆਂ ਜੀ। ਤੇ ਜੋ ਹੈ ਨਹੀਂ, ਜੋ ਬੀਤ ਗਿਆ ਉਹ ਸਾਨੂੰ ਭੁੱਲਦਾ ਨਹੀਂ ਹੈ ਨਾ। ਸੁਣਿਓ ਜ਼ਰੂਰ ਮੈਂ ਕੀ ਤੁਹਾਡੇ ਨਾਲ ਸਿਰਫ ਸ਼ੇਅਰ ਕਰਦੀ ਹਾਂ ਇਸ ਰਚਨਾ ਦੇ ਵਿੱਚ, ਠੀਕ। ਮਾਫ ਕਰਨਾ, ਮੇਰਾ ਗਲਾ ਵੀ ਕਾਫੀ ਖਰਾਬ ਆ ਤੇ ਪਰ ਮੈਂ ਇਸ ਅਵਤਾਰ ਰੇਡੀਓ ਤੇ ਆਉਣ ਲਈ ਹਰ ਵਾਰੀ ਐਕਸਾਈਟਡ ਰਹਿੰਦੀ ਹਾਂ, ਅੱਜ ਵੀ ਹੈ। ਖੈਰ, ਬਚਪਨ ਰੁੱਸਿਆ ਰੁੱਸ ਗਈਆਂ ਸਭ ਖੇਡਾਂ ਜੀ, ਗਲੀਆਂ ਹੋਈਆਂ ਤੰਗ ਤੇ ਵੇੜਾ ਟੇਡਾ ਜੀ। ਕਿਆ ਬਾਤਾਂ। ਬਚਪਨ ਰੁੱਸਿਆ ਰੁੱਸ ਗਈਆਂ ਸਭ ਖੇਡਾਂ ਜੀ, ਗਲੀਆਂ ਹੋਈਆਂ ਤੰਗ ਤੇ ਵੇੜਾ ਟੇਡਾ ਜੀ। ਜ਼ਿੰਮੇਵਾਰੀ ਵੀ ਪਈ ਏ ਸਿਰ ਤੇ ਭਾਰੀ ਜੀ, ਵਕਤ ਬੇ ਵਕਤ ਕਰਦਾ ਫਿਰਦਾ ਛੇਡਾਂ ਜੀ। ਜ਼ਿੰਮੇਵਾਰੀ ਵੀ ਪਈ ਏ ਸਿਰ ਤੇ ਭਾਰੀ ਜੀ, ਵਕਤ ਬੇ ਵਕਤ ਕਰਦਾ ਫਿਰਦਾ ਛੇਡਾਂ ਜੀ। ਕਿਹਦੇ ਨਾਲ ਮੈਂ ਬੰਦਰ ਕਿੱਲਾ ਖੇਡਣ ਜਾਵਾਂ, ਕਿਹਦੇ ਨਾਲ ਮੈਂ ਬੰਦਰ ਕਿੱਲਾ ਖੇਡਣ ਜਾਵਾਂ। ਦੂਰ ਦਰਾਡੇ ਬੈਠਿਆਂ ਨੂੰ ਕਿੰਜ ਮੋੜ ਲੈ ਆਵਾਂ, ਦੂਰ ਦਰਾਡੇ ਬੈਠਿਆਂ ਨੂੰ ਕਿੰਜ ਮੋੜ ਲੈ ਆਵਾਂ। ਬਚਪਨ ਵਾਲੀ ਮੌਜ ਦੀਆਂ ਨੇ ਤੇਰੀ ਸਾਂ, ਬਚਪਨ ਵਾਲੀ ਮੌਜ ਦੀਆਂ ਨੇ ਤੇਰੀ ਸਾਂ। ਹੁਣ ਫਿਕਰਾਂ ਵਾਲੀ ਪੰਡ ਕੜਾਉਂਦੀ ਏ ਚੀਸਾਂ, ਕਿਸ ਦੀ ਰੋਟੀ ਡੱਬੇ ਚੋਂ ਕੱਢ ਕੇ ਖਾਵਾਂ ਮੈਂ, ਖਾ ਕੇ ਆਪ ਤੇ ਕਿਹਦੇ ਸਿਰ ਵਰਾਵਾਂ ਮੈਂ। ਕਿਸ ਦੀ ਰੋਟੀ ਡੱਬੇ ਚੋਂ ਕੱਢ ਕੇ ਖਾਵਾਂ ਮੈਂ, ਖਾ ਕੇ ਆਪ ਤੇ
ਕਿਸ ਦੇ ਸਿਰ ਵਰਾਵਾਂ ਮੈਂ ਕਮਲ ਦਿਨ ਬਚਪਨੀ ਮੁੜ ਕੇ ਕਦੇ ਆਉਣੇ ਨਾ ਕਮਲ ਦਿਨ ਬਚਪਨੀ ਮੁੜ ਕੇ ਕਦੇ ਆਉਣੇ ਨਾ ਬਣਾ ਕੇ ਨਕਲੀ ਮਾਈਕ ਤੇ ਗਾਣੇ ਗਾਉਣੇ ਨਾ ਬਣਾ ਕੇ ਨਕਲੀ ਮਾਈਕ ਤੇ ਗਾਣੇ ਗਾਉਣੇ ਨਾ ਬਣਾ ਕੇ ਨਕਲੀ ਮਾਈਕ ਤੇ ਗਾਣੇ ਗਾਉਣੇ ਨਾ ਬਹੁਤ ਮਿਹਰਬਾਨੀ ਥੈਂਕ ਯੂ ਮੈਂ ਕਮਲਜੀਤ ਕੌਰ ਧਾਲੀਵਾਲ ਮੋਗੇ ਤੋਂ ਅਮਨਦੀਪ ਕੌਰ ਥਿੰਦ ਭੈਣ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੇਰਾ ਗਲਾ ਠੀਕ ਨਹੀਂ ਸੀ ਇਸ ਲਈ ਜੋ ਵੀ ਹੈ ਕਬੂਲ ਬਹੁਤ ਖੂਬਸੂਰਤ ਹੈ ਤਾਂ ਕੋਸ਼ਿਸ਼ ਬਹੁਤ ਪਿਆਰੀ ਹੈ ਤੁਹਾਡੀ ਰਚਨਾ ਦੂਜੀ ਬਾਅਦ ਵਿੱਚ ਮੈਂ ਸਾਂਝੀ ਕਰਦੀ ਪਹਿਲਾਂ ਕਾਲਰਾਂ ਲੈ ਲਵਾਂ ਜੀ ਆਇਆਂ ਨੂੰ ਜੀ ਅਵਤਾਰ ਰੇਡੀਓ ਦੇ ਵਿਹੜੇ ਦੇ ਵਿੱਚ ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਜੀ ਕਿੱਥੋਂ ਬੋਲ ਰਹੇ ਹੋ ਮੈਂ ਜੀ ਸੁਖਵੰਤ ਕੌਰ ਵਸਤੀ ਜੀ ਬਾਬਾ ਬਟਾਲਾ ਸਾਹਿਬ ਤੋਂ ਬੋਲ ਰਹੀ ਹਾਂ ਜੀ ਜੀ ਆਇਆਂ ਨੂੰ ਜੀ ਆਇਆਂ ਨੂੰ ਬੜੇ ਮਾਫੀ ਚਾਹਾਂਗੀ ਥੋੜੀ ਵੇਟ ਧੰਨਵਾਦ ਜੀ ਭੈਣ ਜੀ ਥੋੜੀ ਵੇਟ ਕਰਵਾਈ ਬਹੁਤ ਬਹੁਤ ਜੀ ਆਇਆਂ ਨੂੰ ਅੱਜ ਕਿਵੇਂ ਰਾਹ ਅਵਤਾਰ ਰੇਡੀਓ ਦਾ ਮਿਲ ਗਿਆ ਤੁਹਾਨੂੰ ਬਿਲਕੁਲ ਜੀ ਅੱਜ ਤੇ ਬਹੁਤ ਹੀ ਚੰਗਾ ਲੱਗ ਰਿਹਾ ਵਾ ਬੜੇ ਬੜੇ ਵਧੀਆ ਜਿਹੜੇ ਕਲਾਕਾਰ ਤੁਹਾਡੇ ਕੋਲ ਜਿਹੜੇ ਗਾ ਰਹੇ ਨੇ ਤੇ ਮੈਂ ਸੁਣ ਰਹੀ ਹਾਂ ਬੈਠੀ ਹੋਈ ਹੈ ਬਹੁਤ ਵਧੀਆ ਲੱਗਾ ਕਿ ਜੇ ਤੁਹਾਨੂੰ ਸਾਡੇ ਨਿੱਕੇ ਨਿੱਕੇ ਜਿਹੜੇ ਭੈਣ ਭਰਾ ਕੋਸ਼ਿਸ਼ ਕਰ ਰਹੇ ਨੇ ਹਨਾ ਤੇ ਕਲਮਾਂ ਦੇ ਜ਼ਰੀਏ ਕੁਝ ਸਾਨੂੰ ਸੁਨੇਹਾ ਦੇਣ ਲਈ ਤੁਹਾਨੂੰ ਵਧੀਆ ਲੱਗਾ ਬਹੁਤ ਵਧੀਆ ਲੱਗਾ ਜੀ ਸੋ ਸਰ ਤੁਸੀਂ ਵੀ ਆਓ ਫਿਰ ਬਚਪਨ ਤੇ ਕੁਝ ਯਾਦਾਂ ਨੂੰ ਲੈ ਕੇ ਤਾਜ਼ੀਆਂ ਕਰੋ ਬਿਲਕੁਲ ਜੀ ਮੈਂ ਵੀ ਤੁਹਾਨੂੰ ਇੱਕ ਛੋਟੀ ਜਿਹੀ ਰਚਨਾ ਆਪਣੀ ਸੁਣਾਉਣੀ ਹੈ ਜੀ ਛੋਟੀ ਜੀ ਸਿਰਫ ਨਹੀਂ ਜੀ 3-4 ਸੁਣਾ ਦੂੰਗੀ ਕਦੋਂ ਵਿੱਚ ਹਾਂ ਫੇਰ ਠੀਕ ਆ ਜੀ ਛੋਟੀ ਜੀ ਨਹੀਂ ਸੁਣਾ ਦਾਂਗੇ ਜੀ ਹਾਂਜੀ ਆ ਜਾਓ ਜੀ ਫਿਰ ਬਚਪਨ ਤੇ ਹਾਂਜੀ ਬੜਾ ਯਾਦ ਆਉਂਦੇ ਮਾਂ ਦੇ ਘਰ ਪਏ ਗੁੱਡੀਆਂ ਪਟੋਲੇ ਕਿਆ ਬਾਤਾਂ ਬੜਾ ਯਾਦ ਆਉਂਦੇ ਮਾਂ ਦੇ ਘਰ ਪਏ ਗੁੱਡੀਆਂ ਪਟੋਲੇ ਕਦੇ ਖੇਡਦੇ ਸਾਵੇਂ ਤੇ ਕਦੇ ਬੈਠ ਮੰਜੇ ਓਲੇ ਕਦੇ ਬੈਠ ਮੰਜੇ ਓਲੇ ਕਿਆ ਬਾਤਾਂ ਬੜਾ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ ਖੇਡਦੇ ਨਾ ਥੱਕਦੇ ਸਾਂ ਗੁੱਡੀਆਂ ਪਟੋਲੇ ਗੋਲ ਉੱਚੀ ਉੱਚੀ ਹਾਸੇ ਪਾਉਂਦੇ ਸਾਂ ਪੜੋਲੇ ਜੀ ਮਾਂ ਭੱਜਦੀ ਸੀ ਮਗਰ ਅਸੀਂ ਹੋ ਜਾਂਦੇ ਓਲੇ ਕਿਆ ਬਾਤ ਬੜਾ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ ਛੱਤੋ ਦੀ ਬੇੜੀ ਜਾ ਕੇ ਮਾਰਦੇ ਸਾਂ ਟੀਮਾਂ ਤੇ ਅੰਬੋ ਦੀ ਹਵੇਲੀ ਜਾ ਕੇ ਮਾਰਦੇ ਸਾਂ ਚੀਕਾਂ ਕਿਆ ਬਾਤਾਂ ਹੱਥ ਲਾਲਾ ਛੂੰਦੇ ਫਿਰ ਭੱਜਦੇ ਸਾਂ ਓਲੇ ਓਹੋ। ਬੜਾ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ ਬੜਾ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ ਮਾਰ ਢੀਮਾਂ ਜਦੋਂ ਬੇਰ ਅਸੀਂ ਲਾਉਂਦੇ ਸਾਂ ਤੋੜਦੇ ਸਾਂ ਛੱਲੀਆਂ ਤੇ ਗੰਨੇ ਵੀ ਲਿਆਉਂਦੇ ਸਾਂ ਓਹ ਸੁਪਨੇ ਚ ਰਹਿ ਗਏ ਗੰਨੇ ਚੁੱਕੇ ਪੋਲੇ ਬੜਾ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ ਬੜਾ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ ਜੀ ਗੋਲੀ ਪਿੱਲਾ ਖੇਡਦੇ ਸਾਂ ਜੀ ਗੋਲੀ ਪਿੱਲਾ ਖੇਡਦੇ ਤੇ ਖੇਡਦੇ ਕਬੱਡੀ ਰੱਸੀ ਟੱਪਾ ਖੇਡਣਾ ਛਟਾਪੂ ਨਹੀਂ ਸੀ ਛੱਡੀ ਚੜੇ ਅਸਮਾਨੀ ਕੋਪ ਹੋ ਜਾਂਦੇ ਓਲੇ ਬੜਾ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ ਬੜਾ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ ਟਾਂਗੇ ਚੜ ਮਾਂ ਦੇ ਨਾਲ ਮੱਸਿਆ ਨੂੰ ਜਾਣਾ ਟਾਂਗੇ ਚੜ ਮਾਂ ਦੇ ਨਾਲ ਮੱਛੀਆਂ ਨੂੰ ਜਾਣਾ ਬੈਠ ਸਰਵਰ ਤੇ ਆਟਾ ਮੱਛੀਆਂ ਨੂੰ ਪਾਉਣਾ ਹੈ ਬੈਠ ਸਰੋਵਰ ਆਟਾ ਮੱਛੀਆਂ ਨੂੰ ਪਾਉਣਾ ਹਾਂਜੀ ਹਾਂ ਹੁਣ ਲਿਖਿਆ ਹੋਇਆ ਮਨਾਵਾ ਪ੍ਰਸ਼ਾਦ ਪਾਉਣਾ ਹਾਂ ਜਲੇਬੀਆਂ ਪਕੌੜਿਆਂ ਦੇ ਲੁੱਟਦੇ ਸਾਂ ਬੁੱਲੇ ਓ ਮੱਛੀਆਂ ਵਾਲਾ ਦਿਨ ਜੋ ਸੀ ਹਾਂਜੀ ਜਲੇਬੀਆਂ ਪਕੌੜਿਆਂ ਦੇ ਲੁੱਟਦੇ ਸਾਂ ਬੁੱਲੇ ਬੜਾ ਯਾਦ ਆਉਂਦੇ ਸਾਨੂੰ ਨਿੱਕੇ ਨਿੱਕੇ ਗੁੱਡੀਆਂ ਪਟੋਲੇ ਜੀ ਬਾਗਾਂ ਵਿੱਚ ਜਾਣਾ ਤੇ ਖੰਭ ਮੋੜ ਦੇ ਲਿਆਉਣੇ ਬਾਗਾਂ ਵਿੱਚ ਜਾਣਾ ਖੰਭ ਮੋੜ ਦੇ ਲਿਆਉਣੇ ਲਾ ਕੇ ਮੱਥੇ ਨਾਲ ਫਿਰ ਕਿਤਾਬਾਂ 'ਚ ਸਜਾਉਣੇ ਵਾਹ ਵਿਦਿਆ ਪੜ੍ਹਾਈ ਬੂਟਾ ਰੰਗ ਲਾਉ ਹੌਲੇ ਬੜੇ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ ਲੋਹੜੀਆਂ ਦੀਵਾਲੀਆਂ ਤਾਂ ਇਕੱਠੇ ਹੋ ਕੇ ਗਾਉਂਦੇ ਜੀ ਲੋਹੜੀਆਂ ਦੀਵਾਲੀਆਂ ਤਾਂ ਇਕੱਠੇ ਹੋ ਕੇ ਗਾਉਂਦੇ ਘਰ ਘਰ ਜਾ ਕੇ ਸੁੱਖ ਸਭ ਦੀ ਮਨਾਉਂਦੇ ਲੋਕੀ ਦਿੰਦੇ ਚਾਵਾਂ ਨਾਲ ਗੁੜ ਅਤੇ ਫੁੱਲੇ ਬੜੇ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ ਬੜੇ ਯਾਦ ਹੌਲੀ ਹੌਲੀ ਵੱਡੇ ਹੋ ਗਏ ਗੁੱਡੀਆਂ ਪਟੋਲੇ ਹਾਂਜੀ
ਹੌਲੀ ਹੌਲੀ ਵੱਡੇ ਹੋ ਗਏ ਬੁੱਢੀਆਂ ਪਟੋਲੇ, ਜਾ ਕੇ ਸਹੁਰੇ ਸਭਨਾਂ ਨੇ ਬੂਹੇ ਵਤਨਾਂ ਦੇ ਮੱਲੇ। ਜੀ ਕੁਝ ਚਲੇ ਗਏ ਸਹੁਰੇ, ਕੁਝ ਵਤਨਾਂ ਦੇ ਬੂਹੇ ਮੱਲੇ। ਚਿਰਾਂ ਬਾਅਦ ਮਿਲਦੇ ਹੁਣ, ਚਿਰਾਂ ਬਾਅਦ ਮਿਲਦੇ ਹੁਣ, ਆ ਕੇ ਹੌਲੇ ਹੌਲੇ। ਬੜਾ ਯਾਦ ਆਉਂਦੇ ਨੇ ਉਹ ਗੁੱਡੀਆਂ ਪਟੋਲੇ। ਬੜਾ ਯਾਦ ਆਉਂਦੇ ਨੇ ਉਹ ਗੁੱਡੀਆਂ ਪਟੋਲੇ। ਹੁਣ ਨਾ ਪ੍ਰੀਣਾਂ ਚ ਰੌਣਕ ਲੱਗਦੀ, ਜੀ ਹੁਣ ਨਾ ਪ੍ਰੀਣਾਂ ਚ ਰੌਣਕ ਲੱਗਦੀ। ਦਾਦੀ ਮਾਂ ਦੇਖਦੀ ਨਾ ਚਰਖਾ ਕੱਟਦੀ। ਟੁੱਟ ਗਏ ਚਰਖੇ ਤੇ ਖਾਲੀ ਛੱਜ ਬੋਲੇ, ਕਿੱਥੇ ਜਾ ਕੇ ਛੁਪ ਗਏ ਨੇ ਗੁੱਡੀਆਂ ਪਟੋਲੇ। ਵੱਸੀ ਕਿੱਥੇ ਜਾ ਕੇ ਛੁਪ ਗਏ ਨੇ ਗੁੱਡੀਆਂ ਪਟੋਲੇ। ਬੜਾ ਯਾਦ ਆਉਂਦੇ ਮੈਨੂੰ ਗੁੱਡੀਆਂ ਪਟੋਲੇ। ਬਹੁਤ ਬਹੁਤ ਧੰਨਵਾਦ ਜੀ। ਨਾ ਧੰਨਵਾਦ ਕਿਉਂ ਜੀ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਕਿ ਤੁਸੀਂ ਅੱਜ ਗੁੱਡੀਆਂ ਪਟੋਲੇ ਤੇ ਉਹ ਸਾਰੀਆਂ ਖੇਡਾਂ ਨੂੰ ਇੱਕ ਇੱਕ ਕਰਕੇ ਜ਼ਿਕਰ ਕਰ ਦਿੱਤਾ ਵੀ ਕਿੱਦਾਂ ਖੇਡਦੇ ਸੀਗੇ ਤੇ ਕੀ ਕਰਦੇ ਸੀਗੇ। ਤਾਂ ਵੈਸੇ ਜਲੇਬੀਆਂ ਵਾਲਾ ਕੰਮ ਮੈਨੂੰ ਜ਼ਿਆਦਾ ਕੁਝ ਲੱਗ ਗਿਆ, ਮੈਨੂੰ ਭੁੱਖ ਲੱਗ ਗਈ ਆ ਹੁਣ। ਆਜੋ ਜੀ ਆਜੋ, ਤੁਹਾਨੂੰ ਫਿਰ ਆਪਾਂ ਵੀ ਸੁਣਾ ਦਿੰਦੇ ਆ, ਜੀ ਤੁਹਾਨੂੰ ਜਲੇਬੀਆਂ ਵੀ ਲੈ ਕੇ ਦਿੰਦੇ ਆ ਜੀ। ਜੀ ਜੀ ਸੁਣਾਓ ਜੀ, ਸੁਣਾਓ ਫਿਰ ਜਲੇਬੀਆਂ ਖਾਈਏ। ਲਓ ਜੀ ਫਿਰ ਜਲੇਬੀਆਂ ਵੀ ਨਾਲ ਹੀ ਆ ਜਾਣੀਆਂ ਜੀ, ਬ- ਨਾਲ ਹੀ ਤੁਹਾਨੂੰ ਮੈਂ ਇੱਕ ਕਵਿਤਾ ਗਾਣਾ ਹੋਰ ਸੁਣਾ ਦੇਣਾ ਜੀ। ਜੀ ਠੀਕ ਹੈ ਜੀ, ਇੱਕ ਮਿੰਟ ਜੀ ਪਲੀਜ਼। ਨਾ ਨਾ ਪਲੀਜ਼ ਵਾਲਾ ਸ਼ਬਦ ਡਿਕਸ਼ਨਰੀ 'ਚ ਹੈ ਨਹੀਂਗਾ, ਤੁਸੀਂ 1 ਮਿੰਟ ਓਦਾਂ ਲੈ ਸਕਦੇ ਹੋ, ਇਧਰੋਂ ਗੱਲਾਂ ਕਰ ਲੈਂਦੇ ਆ। ਸੁਖਵਸੀ ਜੀ ਤੁਹਾਡਾ ਹਾਸਾ ਬਿਲਕੁਲ ਮੈਨੂੰ ਉਹ 10 ਤਰੀਕ ਵਾਲੇ ਦਿਨ ਤੇ ਲੈ ਗਿਆ ਕਿ 10 ਤਰੀਕ ਦੇ ਦਿਨ ਤੇ ਮਹਿਫਲ ਲੱਗੀ ਸੀ ਜੀ ਅਵਤਾਰ ਰੇਡੀਓ ਦੇ ਵਿਹੜੇ ਦੇ ਵਿੱਚ, ਬਿਲਕੁਲ ਜੀ। ਤੇ ਅੱਜ ਤੁਹਾਡਾ ਹਾਸਾ ਬਿਲਕੁਲ ਹੂਬਹੂ ਉਹੀ ਚੀਜ਼ ਬਿਆਨ ਕਰ ਰਿਹਾ। ਮੈਨੂੰ ਏਦਾਂ ਲੱਗ ਰਿਹਾ ਕਿ ਤੁਸੀਂ ਬਿਲਕੁਲ ਉਸੇ ਸੀਟ ਤੇ ਬੈਠੇ ਹੋ ਅੱਜ ਵੀ। ਬਿਲਕੁਲ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਜੀ ਇੱਕ ਕਵਿਤਾ ਛੋਟੀ ਜਿਹੀ ਹੋ ਰਹੀ ਜੀ, ਨਿੱਕੇ ਹੁੰਦਿਆਂ। ਜੀ ਕਾਂ ਬਨੇਰੇ ਬੋਲਦਾ ਤੇ ਦਿਲ ਸੀ ਮੇਰਾ ਲੋਚਦਾ। ਕੀ ਪਤਾ ਕਾਂ ਬਨੇਰੇ ਬੋਲਦਾ ਦਿਲ ਸੀ ਮੇਰਾ ਲੋਚਦਾ। ਕਦੋਂ ਪ੍ਰਾਹੁਣਾ ਆਵੇਗਾ ਤੇ ਖਾਣ ਨੂੰ ਚੀਜ਼ੀ ਲਿਆਵੇਗਾ। ਹਾਂ, ਕਦੋਂ ਪ੍ਰਾਹੁਣਾ ਆਵੇਗਾ ਤੇ ਖਾਣ ਨੂੰ ਚੀਜ਼ੀ ਲਿਆਵੇਗਾ। ਹਾਂਜੀ, ਕਦੋਂ ਪ੍ਰਾਹੁਣਾ ਆਵੇਗਾ ਤੇ ਖਾਣ ਨੂੰ ਚੀਜ਼ੀ ਲਿਆਵੇਗਾ। ਖੇਤਾਂ ਵਿੱਚ ਜਾਂਦੇ ਤਾਂ ਜੀ ਬਾਪੂ ਜੀ ਦੀ ਰੋਟੀ ਲਿਜਾਂਦੇ ਸਾਂ। ਹਾਂਜੀ ਗੰਨੇ ਸਾਂ ਚੂਪਦੇ ਤੇ ਬੇਰ ਤੋੜ ਖਾਂਦੇ ਸਾਂ। ਤੇ ਪਿੰਡ ਵਿੱਚ ਨਸ਼ੇੜੀਆਂ ਦਾ ਵੱਗ ਸੀ। ਉਹ ਨਸ਼ੇੜੀਆਂ ਦਾ ਵੱਗ ਸੀ, ਇੱਕ ਬਿੱਲਾ ਲਾਈ ਲੱਗ ਸੀ। ਓਹੋ ਨਾਲ ਨਸ਼ਾ ਖਾਂਦੇ ਸੀ ਤੇ ਪਿੰਡ ਚ ਪਰਥੂ ਪਾਉਂਦੇ ਸੀ। ਅੱਛਾ ਜੀ। ਹਾਂਜੀ, ਨਾ ਮੋਹ ਪੱਠੀ ਵਾਲੀ ਸੀ, ਨਾ ਮੋਹ ਪੱਠੀ ਵਾਲੀ ਸੀ, ਰੰਗ ਦੀ ਭਾਵੇਂ ਕਾਲੀ ਸੀ ਜੀ ਤੇ ਦਾਣੇ ਭੁੰਨ ਦਿੰਦੀ ਸੀ। ਦਿਲ ਦੀ ਉਹ ਰਾਣੀ ਸੀ, ਦਿਲ ਦੀ ਉਹ ਰਾਣੀ ਸੀ। ਜੀ ਤੂੜੀ ਤੰਦ ਸਾਂਭ ਵੇਖੋ ਜੱਟ ਮੰਡੀ ਜਾਂਦਾ ਸੀ। ਜੀ ਤੂੜੀ ਤੰਦ ਸਾਂਭ ਦੇ ਵੇਖੋ ਜੱਟ ਮੰਡੀ ਜਾਂਦਾ ਸੀ। ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕਰ ਆਂਦਾ ਸੀ। ਮਾਲ ਲੰਬੜ ਟਾਂਡਾ ਸਾਂਭ ਕੇ ਹਾਂ ਮੇਲੇ ਫੇਰ ਜਾਂਦਾ ਸੀ। ਜੀ ਮਾਲ ਟਾਂਡਾ ਟਾਂਡਾ ਸਾਂਭ ਕੇ ਮੇਲੇ 'ਚ ਜਾਂਦਾ ਸੀ। ਪਾ ਕੇ ਨਵੇਂ ਕੱਪੜੇ ਤੇ ਲੁੱਡੀਆਂ ਉਹ ਪਾਉਂਦਾ ਸੀ, ਲੁੱਡੀਆਂ ਉਹ ਪਾਉਂਦਾ ਸੀ। ਠੀਕ ਆ ਜੀ। ਤੁੰਬੀ ਉਹ ਵਜਾਂਦਾ ਸੀ ਤੇ ਨਾਲ ਬੋਲੀਆਂ ਵੀ ਪਾਉਂਦਾ ਸੀ। ਜੀ ਸਿੰਘ ਨੂੰ ਪਿਆਰ ਸੀ, ਲੰਗੋਟੇ ਕੱਸ ਲੈ ਯਾਰ ਸੀ, ਲੰਗੋਟੇ ਕੱਸ ਲੈ ਯਾਰ ਸੀ। ਲੱਡੂਆਂ, ਰੇਵੜੀਆਂ, ਜਲੇਬੀਆਂ, ਸੇਬ ਅਤੇ ਕੇਲੇ ਸੀ। ਜੀ ਖੋਸਾ ਖਾਣੇ ਸੀ, ਨਾ ਪੈਸਾ ਸਾਡੇ ਪੱਲੇ ਸੀ, ਓਹੋ ਨਾ ਪੈਸਾ ਸਾਡੇ ਪੱਲੇ ਸੀ। ਵੇਖ ਵੇਖ ਸਭ ਨੂੰ ਕਲੇਜਾ ਬੜਾ ਘਿਰਦਾ। ਵੇਖ ਵੇਖ ਸਭ ਨੂੰ ਕਲੇਜਾ ਬੜਾ ਘਿਰਦਾ। ਵਸੀ ਖਾਲੀ ਹੱਥ ਮੇਰੇ ਸੀ, ਮੈਂ ਮੇਲੇ ਵਿੱਚ ਫਿਰਦਾ। ਖਾਲੀ ਹੱਥ ਮੇਰੇ ਸੀ, ਮੈਂ ਮੇਲੇ ਵਿੱਚ ਕੀ ਬਾਤ ਹੈ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਆਪਣੇ ਇਸ ਖਜ਼ਾਨੇ ਨੂੰ ਥੋੜਾ ਸਾਂਭ ਕੇ ਰੱਖਿਓ ਤੇ ਅਸੀਂ ਬਹੁਤ ਜਲਦੀ ਤੁਹਾਨੂੰ ਮਿਲਾਂਗੇ ਤੇ ਪੂਰਾ ਤਰਤੀਬ ਵਾਈਜ਼ ਦੇ ਖਜ਼ਾਨਾ ਜਿਹੜਾ ਵਾ ਉਹ ਤੁਹਾਡੇ ਤੋਂ ਲਵਾਂਗੇ ਅਸੀਂ। ਬਿਲਕੁਲ ਜੀ, ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ। ਜ਼ਰੂਰ ਮਿਲਾਂਗੇ ਜੀ। ਜੀ ਸ਼ੁਕਰੀਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸੁਖਬਸੀ ਜੀ ਕਿ ਤੁਸੀਂ ਆਪਣੀ ਹਾਜ਼ਰੀ ਲਵਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਸੁਖਵਸੀ ਭੈਣ ਜੀ ਤੇ ਆਪਾਂ ਇਹਨਾਂ ਨੂੰ ਵੀ ਹੋਰ ਗੱਲਾਂ ਬਾਤਾਂ ਕਰਾਂਗੇ, ਪਰ ਇੱਥੇ ਆਪਣੀ ਇੱਕ ਰਚਨਾ ਰਹਿੰਦੀ ਸੀ ਭੈਣ ਦੀ, ਹਨਾ। ਤਾਂ ਕਮਲਜੀਤ ਕੌਰ ਧਾਰੀਵਾਲ ਭੈਣ ਹੁਣਾਂ ਦੀ ਇੱਕ ਰਚਨਾ ਰਹਿੰਦੀ ਹੈ, ਉਹ ਤੁਹਾਡੇ ਨਾਲ ਸਾਂਝੀ ਕਰਕੇ ਤੇ ਅਗਲੀ ਕਾਲ ਵੱਲ ਵੀ ਚੱਲਦੇ ਆ ਜੀ। ਸਾਡੇ ਭੈਣ ਜੀ ਇੱਕ ਸਾਡੇ ਨਾਲ
ਨਾਰਾਜ਼ ਹੋ ਰਹੇ ਨੇ, ਕਹਿੰਦੇ ਕਿ ਹੁਣ ਸਾਡਾ ਫੋਨ ਵੀ ਨਹੀਂ ਚੱਕਦੇ। ਉਹਨਾਂ ਨਾਲ ਵੀ ਗੱਲਬਾਤ ਆਪਾਂ ਕਰਨੀ ਹੈ, ਪਹਿਲਾਂ ਇਹ ਰਚਨਾ ਸਾਂਝੀ ਕਰ ਲਈਏ ਜੀ। ਤਾਂ ਸੁਖਵਸੀ ਨੇ ਬੜੀ ਮਹਿਫਲ ਭੈਣ ਨੇ ਲਾਈ, ਤਾਂ ਬਚਪਨ ਦੇ ਵਿੱਚ ਹਾਏ ਮੇਲਾ ਤਾਂ ਯਾਦ ਕਰਾਤਾ, ਨਾਲ ਦੇ ਨਾਲ ਉਹ ਸਮਾਂ ਦੌਰ ਵੀ ਯਾਦ ਕਰਾਤਾ ਕਿ ਪਰਿਵਾਰਾਂ ਦੇ ਵਿੱਚ ਉਦੋਂ ਪੈਸਾ ਤੇ ਇੰਨਾ ਨਹੀਂ ਹੁੰਦਾ ਸੀ, ਤਾਂ ਹਰ ਚੀਜ਼ ਨੂੰ ਦੇਖ ਕੇ ਨਾ ਮਨ ਤਾਂ ਬਹੁਤ ਕਰਦਾ ਸੀ, ਪਰ ਜੇਬ ਦਾ ਕਰਕੇ ਅਸੀਂ ਉਹ ਚੀਜ਼ ਨੂੰ ਪ੍ਰਾਪਤ ਨਹੀਂ ਕਰ ਪਾਉਂਦੇ ਸੀ। ਉਸ ਦੌਰ ਦੇ ਵਿੱਚ, ਉਸ ਸਮੇਂ ਦੇ ਵਿੱਚ ਸਾਨੂੰ ਲੈ ਕੇ ਗਏ, ਬਹੁਤ ਆਨੰਦ ਆਇਆ। ਤੇ ਜਲਦੀ ਸੁਖਵਸੀ ਹੁਣਾਂ ਨੂੰ ਤੁਹਾਡੇ ਨਾਲ ਰੂਬਰੂ ਕਰਾਂਗੇ ਪੂਰਾ 1 ਘੰਟਾ। ਆਓ ਫਿਰ ਪਹਿਲਾਂ ਕਰਮਜੀਤ ਭੈਣ ਹੁਣਾਂ ਦੀ, ਕਮਲਜੀਤ ਭੈਣ ਹੁਣਾਂ ਦੀ ਢਾਲੀਵਾਲ ਦੀ ਇੱਕ ਰਚਨਾ ਰਹਿੰਦੀ, ਉਹ ਤੁਹਾਡੇ ਨਾਲ ਸਾਂਝੀ ਕਰਾਂ। ਹਾਂਜੀ, ਸਤਿ ਸ੍ਰੀ ਅਕਾਲ। ਮੈਂ ਕਮਲਜੀਤ ਕੌਰ ਧਾਲੀਵਾਲ ਮੋਗੇ ਤੋਂ ਮੈਂ ਫਿਰ ਤੋਂ ਅਵਤਾਰ ਰੇਡੀਓ ਸੀਚੇਵਾਲ ਦੇ ਰਾਹੀਂ ਤੁਹਾਡੀ ਰੂਬਰੂ ਹੋਣ ਜਾ ਰਹੀ ਹਾਂ। ਜੀ ਆਇਆਂ ਨੂੰ ਜੀ। ਆਪਣੀ ਹੀ ਲਿਖੀ ਇੱਕ ਹੋਰ ਰਚਨਾ ਤੁਹਾਡੀ ਨਜ਼ਰ ਕਰਦੀ ਹਾਂ, ਉਹ ਵੀ ਬਚਪਨ ਤੇ ਹੀ ਲਿਖੀ ਹੋਈ ਹੈ ਜੀ, ਤੇ ਜਰਾ ਗੌਰ ਫਰਮਾਣਾ ਜ਼ਰੂਰ ਜੀ। ਮੁੜਿਆ ਬਚਪਨ ਸਿਉਂ ਤੂੰ ਕਿੱਧਰ ਲੰਘ ਗਿਆ ਈ, ਮੁੜਿਆ ਬਚਪਨ ਸਿਉਂ ਤੂੰ ਕਿੱਧਰ ਲੰਘ ਗਿਆ ਈ, ਜ਼ਿੰਮੇਵਾਰੀਆਂ ਦੇ ਕੇ ਜਾਨ ਸੂਲੀ ਤੇ ਟੰਗ ਗਿਆ ਏ। ਸਹੀ ਗੱਲ ਆ ਜੀ। ਮੁੜਿਆ ਬਚਪਨ ਸਿਉਂ ਤੂੰ ਕਿੱਧਰ ਲੰਘ ਗਿਆ ਏ, ਜ਼ਿੰਮੇਵਾਰੀਆਂ ਦੇ ਕੇ ਜਾਨ ਸੂਲੀ ਤੇ ਟੰਗ ਗਿਆ ਏ। ਤੋਤਲੀਆਂ ਗੱਲਾਂ ਤੇ ਤੋਤਲੇ ਹਾਣੀ ਲੈ ਗਿਓ ਨਾਲ ਤੂੰ, ਦੁਨੀਆਦਾਰੀ ਦੇ ਖੰਜਰ ਮਾਰ ਕਰ ਗਿਓ ਕਮਾਲ ਤੂੰ ਜੀ। ਤੋਤਲੀਆਂ ਗੱਲਾਂ ਤੇ ਤੋਤਲੇ ਹਾਣੀ ਲੈ ਗਿਓ ਨਾਲ ਤੂੰ, ਦੁਨੀਆਦਾਰੀ ਦੇ ਖੰਜਰ ਮਾਰ ਕਰ ਗਿਓ ਕਮਾਲ ਤੂੰ। ਦੇ ਗਿਓ ਜਵਾਨੀ ਤੂੰ ਮੈਨੂੰ ਭੈੜੀ ਜੋ ਸਗਾਤ ਵਿੱਚ, ਭਿੱਜਦਾ ਨੀ ਨਾਲ ਕੋਈ ਹੰਝੂਆਂ ਦੀ ਬਰਸਾਤ ਵਿੱਚ, ਭਿੱਜਦਾ ਨੀ ਨਾਲ ਕੋਈ ਹੰਝੂਆਂ ਦੀ ਬਰਸਾਤ ਵਿੱਚ। ਢਲ ਗਈ ਜਵਾਨੀ ਆਉਣ ਵਾਲਾ ਹੀ ਬੁਢਾਪਾ ਏ, ਹੱਡ ਗੋਡੇ ਦੁੱਖਣ ਦਾ ਰੋਜ਼ ਰਹਿਣਾ ਹੀ ਸਿਆਪਾ ਏ। ਢਲ ਗਈ ਜਵਾਨੀ ਆਉਣ ਵਾਲਾ ਹੀ ਬੁਢਾਪਾ ਏ, ਹੱਡ ਗੋਡੇ ਦੁੱਖਣ ਦਾ ਰੋਜ਼ ਰਹਿਣਾ ਹੀ ਸਿਆਪਾ ਏ। ਬੁਢਾਪੇ ਵੇਲੇ ਦੱਸ ਭਾਵੇਂ ਕਿਹਨੇ ਮੇਰੀ ਬਾਤ ਪੁੱਛਣੀ, ਦਿਨ ਕਿਵੇਂ ਲੰਘਿਆ ਈ ਦਿਨ ਰਾਤ ਪੁੱਛਣੀ। ਇੱਕ ਦਿਨ ਸਾਰਾ ਖੇਡਾਂ ਮੈਂ ਕਿਹਾ ਮੁੱਕ ਜਾਣਾ ਏ, ਇੱਕ ਦਿਨ ਸਾਰਾ ਖੇਡਾਂ ਮੈਂ ਕਿਹਾ ਮੁੱਕ ਜਾਣਾ ਏ, ਰੂਹ ਨੇ ਰੂਹ ਚੋਂ ਨਿਕਲ ਕਿਧਰੇ ਲੁਕ ਜਾਣਾ ਏ। ਨਿਮਾਣੀ ਉਮਰ ਤੇ ਲਾੜ ਖੋ ਕੇ ਕਰ ਤੰਗ ਗਿਆ ਏ, ਨਿਆਣੀ ਉਮਰ ਤੇ ਲਾੜ ਖੋ ਕੇ ਕਰ ਤੰਗ ਗਿਆ ਏ। ਮੁੜਿਆ ਬਚਪਨ ਸਿਉਂ ਤੂੰ ਕਿੱਧਰ ਲੰਘ ਗਿਆ ਏ। ਕਮਲ ਨੂੰ ਰਹਿਣੀ ਬਚਪਨਾ ਬਸ ਤੇਰੀ ਹੀ ਉਡੀਕ ਵੇ, ਕਮਲ ਨੂੰ ਰਹਿਣੀ ਬਚਪਨਾ ਬਸ ਤੇਰੀ ਹੀ ਉਡੀਕ ਵੇ। ਜਿਸ ਦਿਨ ਤੂੰ ਮੁੜਨਾ ਉਹ ਕਿੰਨੀ ਤਰੀਕ ਵੇ, ਜਿਸ ਦਿਨ ਤੂੰ ਮੁੜਨਾ ਉਹ ਕਿੰਨੀ ਤਰੀਕ ਵੇ। ਬਹੁਤ ਮਿਹਰਬਾਨੀ, ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਜੀ ਭੈਣ ਜੀ। ਸੋ ਆਓ ਹੁਣ ਫਿਰ ਅਗਲੀ ਰਚਨਾ ਵੱਲ ਚੱਲਦੇ ਹਾਂ। ਅਗਲੀ ਰਚਨਾ ਹੈ ਜੀ ਸਾਡੀ ਸਿਮਰਜੀਤ ਕੌਰ ਸਿਮਰ ਹੁਣਾਂ ਦੀ। ਆਓ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਸਿਮਰਨਜੀਤ ਕੌਰ ਸਿਮਰ, ਜ਼ਿਲ੍ਹਾ ਪਟਿਆਲਾ ਦੀ ਰਹਿਣ ਵਾਲੀ, ਤੁਹਾਡੇ ਰੂਬਰੂ ਆਪਣੀਆਂ ਬਚਪਨ ਨਾਲ ਸੰਬੰਧਿਤ 2 ਰਚਨਾਵਾਂ ਪੇਸ਼ ਕਰਾਂਗੀ। ਉਮੀਦ ਹੈ ਤੁਹਾਨੂੰ ਪਸੰਦ ਆਉਣਗੀਆਂ। ਮੇਰੀ ਪਹਿਲੀ ਰਚਨਾ ਦਾ ਸਿਰਲੇਖ ਹੈ ਬਚਪਨ। ਯਾਦਾਂ ਬਣ ਦਿਲ ਵਿੱਚ ਗੋਤੇ ਖਾਈ ਜਾਂਦਾ ਏ, ਮੈਨੂੰ ਚੇਤੇ ਅੱਜ ਮੇਰਾ ਪਿੰਡ ਆਈ ਜਾਂਦਾ ਏ। ਕਿਆ ਬਾਤਾਂ। ਯਾਦਾਂ ਬਣ ਦਿਲ ਵਿੱਚ ਗੋਤੇ ਖਾਈ ਜਾਂਦਾ ਏ, ਮੈਨੂੰ ਚੇਤੇ ਅੱਜ ਮੇਰਾ ਪਿੰਡ ਆਈ ਜਾਂਦਾ ਏ। ਬਾਪੂ ਨੇ ਸਾਰਾ ਦਿਨ ਧੁੱਪੇ ਹੱਡ ਤੋੜਨੇ, ਬਾਪੂ ਨੇ ਸਾਰਾ ਦਿਨ ਧੁੱਪੇ ਹੱਡ ਤੋੜਨੇ, ਬੇਬੇ ਨੇ ਵੀ ਸੀ ਦਾਜ ਵਰੀਆਂ ਤੋਂ ਜੋੜਨੇ। ਐਵੇਂ ਜਾਪੇ ਧੀਆਂ ਵਾਲਾ ਬੋਝ ਖਾਈ ਜਾਂਦਾ ਏ, ਮੈਨੂੰ ਚੇਤੇ ਅੱਜ ਮੇਰਾ ਪਿੰਡ ਆਈ ਜਾਂਦਾ ਏ, ਮੈਨੂੰ ਚੇਤੇ ਅੱਜ ਮੇਰਾ ਪਿੰਡ ਆਈ ਜਾਂਦਾ ਏ। ਪਿੱਪਲਾਂ ਤੇ ਬੋੜਾਂ ਹੇਠ ਬਾਬੇ ਆ ਬਹਿੰਦੇ ਸੀ, ਕਿਆ ਬਾਤਾਂ। ਪਿੱਪਲਾਂ ਤੇ ਬੋੜਾਂ ਹੇਠ ਬਾਬੇ ਆ ਬਹਿੰਦੇ ਸੀ, ਭਲਾ ਹੋਵੇ ਸਭ ਦਾ ਇੱਕੋ ਗੱਲ ਕਹਿੰਦੇ ਸੀ। ਹੁਣ ਬੰਦਾ ਬੰਦੇ ਨੂੰ ਮੁਕਾਈ ਜਾਂਦਾ ਏ, ਮੈਨੂੰ ਚੇਤੇ ਅੱਜ ਮੇਰਾ ਪਿੰਡ ਆਈ ਜਾਂਦਾ ਏ, ਮੈਨੂੰ ਚੇਤੇ ਅੱਜ ਮੇਰਾ ਪਿੰਡ ਆਈ ਜਾਂਦਾ ਏ। ਭੁੱਲੀ ਨਹੀਂ ਅਜੇ ਮੈਂ ਅਮਰੂਦਾਂ ਵਾਲੀ ਮਾਰ ਨੂੰ, ਭੁੱਲੀ ਨਹੀਂ ਅਜੇ ਮੈਂ ਅਮਰੂਦਾਂ ਵਾਲੀ ਮਾਰ ਨੂੰ, ਭੱਜੇ ਸਾਰੇ ਆਏ ਵੀ ਨਾ ਲੈਣ ਮੇਰੀ ਸਾਰ ਨੂੰ। ਫੇਰ ਇਹੋ ਵੇਖ ਅਮਰੂਦ ਬੁਲਾਈ ਜਾਂਦਾ ਏ, ਮੈਨੂੰ ਚੇਤੇ ਅੱਜ ਮੇਰਾ ਪਿੰਡ ਆਈ ਜਾਂਦਾ ਏ, ਮੈਨੂੰ ਚੇਤੇ ਅੱਜ ਮੇਰਾ ਪਿੰਡ ਆਈ ਜਾਂਦਾ ਏ। ਮੁੰਜੀ ਦੇ ਵੀ ਚੋਰੀ ਚੋਰੀ ਭਰੇ ਚੋਰੀ ਕੀਤੇ ਸੀ, ਮੁੰਜੀ ਦੇ ਵੀ ਚੋਰੀ ਚੋਰੀ ਭਰੇ ਚੋਰੀ ਕੀਤੇ ਸੀ, ਵੇਚ ਹੱਟੀ ਕੁਝ ਕੁਝ ਪੈਸੇ ਇਕੱਠੇ ਕੀਤੇ ਸੀ।
ਗੁੱਲਕ ਨੂੰ ਵੀ ਲੱਗਾ ਹੁਣ ਜੰਗ ਖਾਈ ਜਾਂਦਾ ਏ। ਮੈਨੂੰ ਚੇਤੇ ਅੱਜ ਮੇਰਾ ਪਿੰਡ ਆਈ ਜਾਂਦਾ ਏ। ਮੈਨੂੰ ਚੇਤੇ ਅੱਜ ਮੇਰਾ ਪਿੰਡ ਆਈ ਜਾਂਦਾ ਏ। ਧੰਨਵਾਦ, ਬਹੁਤ ਸ਼ੁਕਰੀਆ। ਮੇਰੀ ਅਗਲੀ ਰਚਨਾ ਦਾ ਸਿਰਲੇਖ ਹੈ ਗਰੀਬੀ। ਜੀ। ਚੰਦਰੀ ਗਰੀਬੀ ਮੇਰਾ ਬਚਪਨ ਖਾ ਗਈ, ਨਿੱਕੀ ਜਿਹੀ ਉਮਰੇ ਹੀ ਸਿਰ ਬੋਝ ਪਾ ਗਈ। ਚੰਦਰੀ ਗਰੀਬੀ ਮੇਰਾ ਬਚਪਨ ਖਾ ਗਈ, ਨਿੱਕੀ ਜਿਹੀ ਉਮਰੇ ਹੀ ਸਿਰ ਬੋਝ ਪਾ ਗਈ। ਉੱਠਣਾ ਸੀ ਮੈਂ ਕਿਸੇ ਵੱਜੀ ਆਵਾਜ਼ ਤੋਂ, ਜ਼ਿੰਮੇਵਾਰੀ ਮੈਨੂੰ ਅੱਧ ਨੀਂਦਰੇ ਹੀ ਠਾ ਗਈ। ਚੁੱਕ ਚੁੱਕ ਭਾਰ ਵੇਖ ਹੱਥੀ ਛਾਲੇ ਹੋ ਗਏ, ਚਾਅ ਅਰਮਾਨ ਸਾਰੇ ਅੱਖੋਂ ਮੇਰੇ ਚੋ ਗਏ। ਖੇਡਣਾ ਸੀ ਜਿੱਥੇ ਮੈਂ ਸੰਗ ਯਾਰਾਂ ਬੇਲੀਆਂ, ਘਿਰ ਗਿਆ ਵਿੱਚੇ ਨਾ ਵੱਡੀਆਂ ਹਵੇਲੀਆਂ। ਪੜ੍ਹਨੇ ਦੀ ਉਮਰੇ ਕੰਮੇ ਹਿਲਾ ਗਈ, ਬਾਪੂ ਜਾਣ ਪਿੱਛੋਂ ਵਾਰੀ ਮੇਰੀ ਹੁਣ ਆ ਗਈ। ਚੰਦਰੀ ਗਰੀਬੀ ਮੇਰਾ ਬਚਪਨ ਖਾ ਗਈ, ਨਿੱਕੀ ਜਿਹੀ ਉਮਰੇ ਹੀ ਸਿਰ ਬੋਝ ਪਾ ਗਈ। ਸ਼ੌਂਕ ਮੈਨੂੰ ਵੀ ਨੇ ਗਲੀਆਂ 'ਚ ਟਾਇਰ ਜੇ ਭਜਾਉਣ ਦੇ, ਮਿੱਟੀ ਨਾਲ ਖੇਡ ਕੱਚੇ ਘਰ ਜੇ ਬਣਾਉਣ ਦੇ। ਸ਼ੌਂਕ ਮੈਨੂੰ ਵੀ ਨੇ ਗਲੀਆਂ 'ਚ ਟਾਇਰ ਜੇ ਭਜਾਉਣ ਦੇ, ਮਿੱਟੀ ਨਾਲ ਖੇਡ ਕੱਚੇ ਘਰ ਜੇ ਬਣਾਉਣ ਦੇ। ਕਰ ਕਰ ਕੰਮ ਹੁਣ ਰੂਹ ਜਾਵੇ ਹੰਬਦੀ, ਕੁਝ ਪਲ ਸੌਣ ਲਈ ਮਾਂ ਵੀ ਨਾ ਲੱਭਦੀ। ਮੋਢਿਆਂ ਤੇ ਬੈਗ ਪਾ ਸਕੂਲ ਕਦੇ ਜਾਣਾ ਸੀ, ਜਿੱਤ ਜਿੱਤ ਨਾਮ ਘਰ ਆ ਵਖਾਣਾ ਸੀ। ਮਿਹਨਤ ਤੇ ਸ਼ੌਂਕ ਕਿੱਥੇ ਚੰਨ ਤੇ ਪਹੁੰਚਾਉਣਾ ਸੀ, ਮਾੜੀ ਤਕਦੀਰ ਮੇਰੀ ਮਿੱਟੀ 'ਚ ਰਲਾ ਗਈ। ਚੰਦਰੀ ਗਰੀਬੀ ਮੇਰਾ ਬਚਪਨ ਖਾ ਗਈ, ਨਿੱਕੀ ਜਿਹੀ ਉਮਰੇ ਸਿਰ ਬੋਝ ਪਾ ਗਈ। ਚੰਦਰੀ ਗਰੀਬੀ ਮੇਰਾ ਬਚਪਨ ਖਾ ਗਈ, ਨਿੱਕੀ ਜਿਹੀ ਉਮਰੇ ਸਿਰ ਬੋਝ ਪਾ ਗਈ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ ਸਿਮਰ ਜੀ ਕਿ ਤੁਸੀਂ ਆਪਣੀਆਂ ਖੂਬਸੂਰਤ ਦੋ ਰਚਨਾਵਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਤੇ ਆਓ ਜੀ ਅਗਲੇ ਕਾਲਰਾਂ ਨੂੰ ਰੂਬਰੂ ਕਰਦੇ ਹਾਂ। ਜੀ ਆਇਆਂ ਨੂੰ ਜੀ ਅਵਤਾਰ ਰੇਡੀਓ ਦੇ ਵਿਹੜੇ ਦੇ ਵਿੱਚ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਰਮਜੀਤ ਕੌਰ ਜੀ ਆਜੋ ਜੀ। ਜੀ ਆਇਆਂ ਨੂੰ। ਗੁੱਸਾ ਬੜੀ ਛੇਤੀ ਕਰ ਜਾਂਦੇ ਤੁਸੀਂ। ਆਪਦਾ ਤੇ ਮਾਣ ਹੁੰਦਾ ਨਾ ਜੀ। ਹਾਂ, ਗੁੱਸਾ ਵੀ ਆਪਣੇ ਤੇ ਕੀਤਾ ਜਾਂਦਾ, ਬਗਾਨਾ ਗੁੱਸਾ ਕਰਕੇ ਵੀ ਦਿਖਾਵੇ। ਹੋਰ ਸੁਣਾਓ ਜੀ। ਬਹੁਤ ਵਧੀਆ ਆ, ਤੁਸੀਂ ਸੁਣਾਓ ਜੀ। ਕੱਲ ਹੀ ਮਾਫੀ ਚਾਹੁੰਦੇ ਆ ਜੀ। ਤਾਂ ਨਹੀਂ ਜੀ, ਕੋਈ ਗੱਲ ਨਹੀਂ ਜੀ। ਹਾਂਜੀ, ਤੇ ਅੱਜ ਵਾਲੇ ਪ੍ਰੋਗਰਾਮ ਦੇ ਵਿੱਚ ਫਿਰ ਬਚਪਨ ਤੇ ਲਹਿਰਾਂ ਬਹਿਰਾਂ ਬਣਾਈਆਂ। ਹਾਂਜੀ, ਵੈਸੇ ਵੀ ਪਰਮਜੀਤ ਭੈਣ ਜੀ, ਵੈਸੇ ਵੀ ਭੈਣਾਂ ਭੈਣਾਂ ਦੇ ਵਿੱਚ ਜਿੰਨੀ ਕੁ ਲੜਾਈ ਹੋ ਜਾਵੇ ਵਧੀਆ ਰਹਿੰਦੀ ਹੈ, ਕਿਉਂਕਿ ਫਿਰ ਥੋੜਾ ਜਿਹਾ ਨਾ ਵੀ ਟੇੜਾ ਮੇਡਾ ਨਹੀਂ ਹੁੰਦਾ ਬੰਦਾ। ਸਹੀ ਗੱਲ ਆ ਜੀ। ਲਾਈਨ ਤੇ ਰਹਿੰਦਾ ਹੈ। ਬਿਲਕੁਲ 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 ਜੀ। ਆਓ ਜੀ। ਹਾਂਜੀ, ਇਹ ਮੈਂ ਤੁਹਾਨੂੰ ਆਪਣੀ ਹਕੀਕਤ ਹੀ ਹੈ ਜੀ, ਮੇਰੇ ਆਪਣੇ ਬਚਪਨ ਦੀ ਕਹਾਣੀ ਹੈ ਤੇ ਉਹਨੂੰ ਕਵਿਤਾ ਦਾ ਰੂਪ ਦਿੱਤਾ ਛੋਟਾ ਜਿਹਾ ਮੈਂ। ਬਿਲਕੁਲ ਬਿਲਕੁਲ, ਹਕੀਕਤ ਜੇ ਬਿਆਨ ਹੋਣੀ ਹੈ ਤਾਂ ਫਿਰ ਕਵਿਤਾ ਦੇ ਰੂਪ ਦੇ ਵਿੱਚ ਹੀ ਹੋਣੀ, ਓਦਾਂ ਤਾਂ ਕਿਸੇ ਨੇ ਕਬੂਲ ਵੀ ਨਹੀਂ ਕਰਨੀ। ਆਜੋ ਜੀ। ਇਹ ਹੈ ਜੀ, ਛੋਟੀ ਹੁੰਦੀ ਸੀਗੀ ਮੈਂ ਤੇ ਮੇਰੇ ਭੈਣ ਭਰਾ ਵੱਡੇ ਸੀਗੇ ਦੋਨੇ ਜੀ। ਉਹਨਾਂ ਨੂੰ ਲੈਣ ਵਾਸਤੇ ਮੇਰੇ ਨਾਨਕਿਆਂ ਤੋਂ ਮਾਮਾ ਜੀ ਆ ਗਏ ਤੇ ਮੈਨੂੰ ਕਿਸੇ ਨੇ ਪੁੱਛਿਆ ਹੀ ਨਾ ਵੀ ਤੂੰ ਵੀ ਨਾਲ ਜਾਣਾ। ਮੈਂ ਛੋਟੀ ਕਰਕੇ ਤੇ ਮੈਨੂੰ ਉਹਨਾਂ ਨੇ ਮਤਲਬ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਉਹਨਾਂ ਨੇ ਕਿਹਾ ਨਾ ਮੈਨੂੰ, ਤੇ ਮੈਨੂੰ ਪਤਾ ਵੀ ਨਹੀਂ ਸੀਗਾ। ਓਹ ਮੈਂ ਕੀ ਕੀਤਾ, ਛੋਟੀ ਹੁੰਦੀ ਨੇ ਮੈਂ ਆਪ ਜਾਣੀ ਕਿ ਤਿਆਰ ਹੋਣ ਵਾਸਤੇ ਵੀਰੇ ਦਾ ਨਾ ਸਰਦੀਆਂ ਵਾਲਾ ਕੋਟ ਪਿਆ ਸੀ ਤੇ ਜੂਨ ਦੇ ਮਹੀਨੇ ਵਿੱਚ ਮੈਂ ਉਹ ਪਾ ਕੇ ਤੇ ਤਿਆਰ ਹੋ ਗਈ ਆਪਦੇ ਆਪ। ਜੀ ਜੀ ਜੀ। ਤੇ ਮੈਨੂੰ ਛੱਡ ਗਏ ਸੀਗੇ ਉਹ। ਓਹੋ, ਮੈਨੂੰ ਹੁਣ ਯਾਦ ਆ ਗਈ ਗੱਲ ਤੇ ਫਿਰ ਮੈਂ ਮਤਲਬ ਆਪਣੀਆਂ ਭਾਵਨਾਵਾਂ ਜਿਹੜੀਆਂ ਉਹ ਫਿਰ ਮੈਂ ਲਿਖੀਆਂ ਸੀ ਕਵਿਤਾ 'ਚ। ਆਉਣ ਦਿਓ ਫਿਰ, ਅਸੀਂ ਵੀ ਸੁਣੀਏ ਭੈਣ ਨੇ ਕਿੰਨਾ ਕੁ ਗੁੱਸਾ ਕੱਢਿਆ। ਹਾਂਜੀ, ਗੱਲ ਮੈਂ ਸੁਣਾਵਾਂ ਤੁਹਾਨੂੰ ਬੜੇ ਹੀ ਕਮਾਲ ਦੀ। ਉਦੋਂ ਸੀ ਮੈਂ ਕੋਈ 3-4 ਸਾਲ ਦੀ। ਓ ਸਹੀ ਆ। ਹਾਂਜੀ, ਗੱਲ ਮੈਂ ਸੁਣਾਵਾਂ ਤੁਹਾਨੂੰ ਬੜੇ ਹੀ ਕਮਾਲ ਦੀ। ਉਦੋਂ ਸੀ ਮੈਂ ਕੋਈ 3-4 ਸਾਲ ਦੀ। ਗਰਮੀ ਦੇ ਦਿਨ ਸੀ ਤੇ ਜੂਨ ਦਾ ਮਹੀਨਾ ਸੀ। ਹਾੜ ਬੜਾ ਤਪਦਾ ਸੀ ਤੇ ਆਉਂਦਾ ਬਹੁਤ ਹੀ ਪਸੀਨਾ ਸੀ। ਓਹੋ, ਸਹੀ ਗੱਲ ਆ।
ਮੇਰੇ ਦੋਨੋਂ ਭੈਣ ਭਾਈ ਜਿਹੜੇ ਮੇਰੇ ਤੋਂ ਤਾਂ ਵੱਡੇ ਸੀ, ਸ਼ਰਾਰਤਾਂ ਚ ਉਹਨਾਂ ਨੇ ਵੀ ਝੰਡੇ ਬੜੇ ਕੱਢੇ ਸੀ। ਕੀ ਬਾਤਾਂ। ਹਾਂਜੀ, ਜਾਂਦੇ ਸੀ ਸਕੂਲ ਦੋਵੇਂ ਤੇ ਮੈਂ ਰਹਿੰਦੀ ਘਰ ਸੀ। ਸਾਰਾ ਦਿਨ ਖੇਡਣਾ, ਨਾ ਕਿਸੇ ਦਾ ਕੋਈ ਡਰ ਸੀ। ਕੀ ਬਾਤਾਂ। ਵੱਡੇ ਦਿਨਾਂ ਦੀਆਂ ਛੁੱਟੀਆਂ ਚ ਹਾੜ ਵਿੱਚ ਹੁੰਦੀਆਂ, ਜਾਣਾ ਮਾਮੇ ਪਿੰਡ, ਉਹਨਾਂ ਗੋਂਦਾ ਸੀ ਇਹ ਗੁੰਦੀਆਂ ਜੀ। ਛੁੱਟੀਆਂ ਦਾ ਕੰਮ 4 ਦਿਨਾਂ ਚ ਮੁਕਾ ਲਿਆ ਜੀ। ਬਾਕੀ ਜੋ ਸੀ ਰਹਿੰਦਾ ਉਹ ਬੈਗ ਵਿੱਚ ਪਾ ਲਿਆ ਸੀ, ਚਲੋ ਉੱਥੇ ਜਾ ਕੇ ਕਰ ਲਾਂਗੇ। ਹਾਂ, ਹੁੰਦਾ ਹੀ ਆ ਜੀ, ਵੈਸੇ ਭਾਵੇਂ ਕਰੀਏ ਜਾਂ ਨਾ ਕਰੀਏ ਪਰ ਹੁੰਦਾ ਜ਼ਰੂਰ ਆ। ਹਾਂਜੀ, ਗੁੱਜੀ ਜਾਣ ਦੀ ਤਿਆਰੀ ਕਰੀ ਜਾਂਦੇ ਸੀ। ਕਿਤੇ ਲੱਗ ਜੇ ਨਾ ਪਤਾ, ਮੈਨੂੰ ਦੋਵੇਂ ਡਰੀ ਜਾਂਦੇ ਸੀ ਕਿਤੇ ਵੀ ਨਾ ਤਿਆਰ ਹੋ ਜੇ ਸਾਡੇ ਨਾਲ। ਆਓ ਸਾਂਭਣਾ ਬਣਾ ਨਾ। ਹਾਂਜੀ ਹਾਂਜੀ। ਆ ਗਿਆ ਉਹ ਦਿਨ ਜਦੋਂ ਮਾਮਾ ਲੈਣ ਆ ਗਿਆ, ਲੱਗਦੇ ਨਾ ਪੈਰ ਪੁੰਜੇ, ਜਾਂ ਦਾਦਾ ਹੀ ਛਾ ਗਿਆ ਜੀ। ਰੋਟੀ ਪਾਣੀ ਖਾ ਕੇ ਸੀ ਮਾਮਾ ਜੀ ਨੇ ਤੁਰਨਾ। 2:30 ਵਜੇ ਬੱਸ ਨੇ ਸੀ ਜਗਰਾਉਂ ਤੋਂ ਮੁੜਨਾ। ਸਾਡੀ ਇੱਕੋ ਹੀ ਬੱਸ ਆਉਂਦੀ ਹੁੰਦੀ ਸੀ ਜੀ ਪਿੰਡ ਦੇ 2:30 ਵਜੇ ਜੀ। ਉਹ 2:30 ਵਾਲੀ ਬੱਸ ਹੀ ਹੁੰਦੀ ਸੀ ਪੱਕਾ ਟਾਈਮ ਉਹਦਾ। ਚਲੋ ਹੁਣ ਤਾਂ ਵਾਧੂ ਹੋ ਗਈਆਂ। ਹਾਂਜੀ ਹਾਂਜੀ। ਮੈਂ ਵੀ ਸੀ ਤਿਆਰੀ ਪੂਰੀ ਕਸੀ ਬੈਠੀ ਕੀਤੀਆਂ, ਕਾਲੇ ਸੀ ਫਰਾਕ ਤੇ ਗੁੱਤਾਂ ਵੀ ਸੀ ਕੀਤੀਆਂ। ਹੌਲੀ ਕੁ ਦੇਣੇ ਦਾ ਆਪਣਾ ਮੈਂ ਲਾ ਲਿਆ, ਕੱਢ ਕੇ ਸੰਦੂਕ ਵਿੱਚੋਂ ਕੋਟ ਵੀਰੇ ਦਾ ਮੈਂ ਪਾ ਲਿਆ। ਕੀ ਬਾਤਾਂ। ਇਹ ਨਹੀਂ ਪਤਾ ਸੀਗਾ ਵੀ ਸਰਦੀ ਚ ਪਾਈਦਾ ਜਾਂ ਗਰਮੀ ਚ ਪਾਈਦਾ। ਚਾਹ ਸੀ ਨਾ। ਹਾਂਜੀ ਹਾਂਜੀ। ਅਸੀਂ ਟੇਮ ਚ ਬਾਹਰ ਅੰਦਰ ਜਾਈਦਾ ਕੋਟ ਪਾ ਕੇ ਜਾਈਦਾ। ਹੋ ਗਈ ਸੀ ਤਿਆਰ ਮੈਂ ਵੀ ਨਾਨਕੇ ਜਾਣ ਨੂੰ, ਬੱਸ ਵਿੱਚ ਬੈਠ ਕੇ ਮੁੰਡੇ ਖਾਣ ਨੂੰ। ਚੱਕ ਲਿਆ ਝੋਲਾ ਮੈਂ ਵੀ ਲੀੜਿਆਂ ਨਾਲ ਭਰਿਆ, ਪਰ ਮੇਰੇ ਵੱਲ ਤਾਂ ਧਿਆਨ ਹੀ ਨਾ ਕਿਸੇ ਕਰਿਆ। ਓਹੋ, ਬਹੁਤ ਮਾੜੀ ਹੋਈ। ਪਤਾ ਵੀ ਮੈਂ ਤਿਆਰੀ ਕਰੀ ਵੇਖੀ ਆ। ਬਹੁਤ ਮਾੜੀ ਹੋਈ। ਮਾਮਾ ਜੀ ਨਿਆਣਿਆਂ ਨੂੰ ਲੈ ਕੇ ਬੱਸ ਵਿੱਚ ਬਹਿ ਗਏ। ਪਰਮ ਹੋਣੀ ਬੱਸ ਖੜੇ, ਲੋਕ ਲੋ ਹੀ ਕਹਿੰਦੇ ਰਹਿ ਗਏ। ਪਰਮ ਹੋਣੀ ਖੜੇ, ਬੱਸ ਲੋਕ ਲੋ ਹੀ ਕਹਿੰਦੇ ਰਹਿ ਗਏ। ਮੈਂ ਸਾਰੀ ਖੜੀ ਉੱਥੇ ਅੱਡੇ ਤੇ, ਪਤਾ ਹੀ ਕਹੀ ਜਾਵਾਂ ਲੋਕ ਲੋ ਵੀ ਮੈਨੂੰ ਵੀ ਲੈ ਸੋ ਨਾ। ਚਲੋ ਕੁੱਲ ਮਿਲਾ ਕੇ ਗਰਮੀ ਚ ਤੁਹਾਨੂੰ ਬਚਾ ਦਿੱਤਾ, ਤਾਂ ਵੈਸੇ ਨਹੀਂ ਤਾਂ ਗਰਮੀ ਬਹੁਤ ਜ਼ਿਆਦਾ ਲੱਗ ਜਾਣੀ ਸੀ ਤੁਹਾਨੂੰ। ਹਾਂਜੀ ਹਾਂਜੀ। ਉਹ ਛੋਟੇ ਸੀ ਨਾ ਤਾਂ ਮੈਨੂੰ ਹਜੇ ਮਤਲਬ ਖੇਡਦੇ ਹੁੰਦੇ ਵੀ ਤੂੰ ਰਹਿ ਗਈ ਤੇ ਅਸੀਂ ਚਲੇ ਗਏ ਸੀ। ਕਿ ਚਲੋ ਕੋਈ ਨੀ, ਗਰਮੀ ਵੀ ਤੁਸੀਂ ਖਾਧੀ ਸੀ, ਮੈਂ ਕੋਈ ਗੱਲ ਨਹੀਂ, ਮੈਂ ਕੋਟ ਪਾ ਲਿਆ ਸੀ ਸਿਆਲਾਂ ਵਾਲਾ, ਇਸ ਕਰਕੇ ਮੈਨੂੰ ਲਾ ਨਹੀਂ ਲੈ ਕੇ ਗਏ, ਮੈਂ ਦਿਖੀ ਨਹੀਂ ਤੁਹਾਨੂੰ, ਕਿਉਂਕਿ ਗਰਮੀ ਦੇ ਵਿੱਚ ਸਿਆਲਾਂ ਵਾਲਾ ਕੋਟ ਨਹੀਂ ਨਾ ਦੇਖਣ ਨੂੰ ਜੀ ਕਰਦਾ। ਸਹੀ ਗੱਲ ਹੈ ਜੀ ਜੀ ਜੀ। ਸੋ ਬਹੁਤ ਵਧੀਆ ਜੀ। ਤੇ ਆਪਾਂ ਇੱਕ ਅੱਧੀ ਰਚਨਾ ਹੋਰ ਸਾਂਝੀ ਕਰੀਏ। ਨਹੀਂ, ਅੱਜ ਫਿਲਹਾਲ ਬਚਪਨ ਤੇ ਇੱਕੋ ਹੀ ਹੈ ਜੀ। ਜੀ, ਬਹੁਤ ਬਹੁਤ ਸ਼ੁਕਰੀਆ। ਫਿਰ ਤੁਸੀਂ ਇੱਕ ਲੈ ਕੇ ਆਏ ਹੋ, ਬਹੁਤ ਵਧੀਆ ਲੱਗਾ ਕਿ ਤੁਸੀਂ ਛੋਟੀ ਜੀ ਬੇਨਤੀ ਤੇ ਹਾਜ਼ਰੀ ਭਰੀ ਆ, ਬਹੁਤ ਵਧੀਆ ਲੱਗਾ ਤੇ ਬਹੁਤ ਬਹੁਤ ਸ਼ੁਕਰੀਆ ਭੈਣੇ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸਾਡੇ ਭੈਣ ਜੀ, ਤਾਂ ਬਹੁਤ ਬਹੁਤ ਸ਼ੁਕਰਾਨਾ ਕਿ ਉਹਨਾਂ ਨੇ ਆਪਣੀ ਹਾਜ਼ਰੀ ਜਿਹੜੀ ਆ ਭਰੀ ਹੈ ਤੇ ਇੱਕ ਬਚਪਨ ਦਾ ਯਾਦ। ਬਾਕੀ ਬਚਪਨ ਦੇ ਛੋਟੇ ਬੱਚਿਆਂ ਨੂੰ ਨਾ ਇਹ ਕਹਿ ਦਿੱਤਾ ਜਾਂਦਾ ਕਿ ਗਰਮੀ ਬਹੁਤ ਆ ਪੁੱਤ ਤੁਸੀਂ ਜਾਣਾ ਹਨਾ, ਵੈਸੇ ਤਾਂ ਚੋਰੀ ਜਾਣ ਦੀ ਕੋਸ਼ਿਸ਼ ਵੀ ਕਰਦੇ, ਪਰ ਅੱਜ ਕੱਲ ਦੇ ਬੱਚੇ ਇਦਾਂ ਦੇ ਨਹੀਂ ਹੈਗੇ। ਸੋ ਆਓ ਫਿਰ ਪ੍ਰੀਤਮਾ ਭੈਣ ਜੀ ਹੁਣਾਂ ਦੀ ਇੱਕ ਭੇਜੀ ਹੋਈ ਰਚਨਾ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ। ਬਾਕੀ ਤੁਸੀਂ ਫੋਨ ਕਾਲ ਤੇ ਵੀ ਆ ਸਕਦੇ ਹੋ ਜੀ ਭੈਣ ਜੀ, ਵੀਰ ਜੀ ਜਿਨ੍ਹਾਂ ਨੇ ਵੀ ਹਾਜ਼ਰੀ ਲਵਾਉਣੀ ਹੈ। ਤਾਂ ਪ੍ਰੀਤਮਾ ਭੈਣ ਤੋਂ ਬਾਅਦ ਵਿੱਚ ਜਿਹੜੇ ਕਾਲਰ ਮੇਰੇ ਕੋਲ ਪਹੁੰਚੇ ਹੋਏ ਨੇ ਉਹਨਾਂ ਨੂੰ ਆਪਾਂ ਲੈਣੇ ਆ। ਤੇ ਆਓ ਪਹਿਲਾਂ ਪ੍ਰੀਤਮਾ ਭੈਣ ਦੀ ਇਹ ਰਚਨਾ ਸੁਣਦੇ ਆ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪ੍ਰੀਤਮਾ ਬੋਲ ਰਹੀ ਹਾਂ ਦਿੱਲੀ ਤੋਂ ਜੀ। ਅੱਜ ਬਚਪਨ ਬਾਰੇ ਇੱਕ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਜੀ ਆਪ ਜੀ ਸੁਣੋ। ਮਾਸੂਮ ਸਾਰੇ ਵੇੜਿਆਂ ਦੀ ਸ਼ਾਨ ਹੁੰਦੇ ਸੀ, ਬਜ਼ੁਰਗ ਭਾਵੇਂ ਸ਼ੋਰ ਤੋਂ ਪਰੇਸ਼ਾਨ ਹੁੰਦੇ ਸੀ, ਰੌਣਕਾਂ ਲਗਾਉਂਦੇ ਓ ਪਿਆਰੀ ਯਾਦ ਆ ਗਈ। ਕੀ ਬਾਤ ਆ ਜੀ। ਰੌਣਕਾਂ ਲਗਾਉਂਦੇ ਓ ਪਿਆਰੀ ਯਾਦ ਆ ਗਈ, ਬਚਪਨ ਦੇ ਮੈਨੂੰ ਅੱਜ ਨਜ਼ਾਰੇ ਯਾਦ ਆ ਗਏ, ਬਚਪਨ ਦੇ ਮੈਨੂੰ ਅੱਜ ਨਜ਼ਾਰੇ ਯਾਦ ਆ ਗਏ। ਰੁੱਸਦਾ ਸੀ ਕੋਈ ਤੇ ਭੱਜ ਕੇ ਮਨਾਉਣਾ ਚੀ, ਨਿੱਕੀ ਨਿੱਕੀ ਗੱਲ ਤੇ ਹੱਸਣਾ ਹਸਾਉਣਾ ਚੀ, ਖੇਡਦੇ ਸੀ ਰਲ ਕੇ ਉਹ
ਨਜ਼ਾਰੇ ਯਾਦ ਆ ਗਏ ਬਚਪਨ ਦੇ ਮੈਨੂੰ ਅੱਜ ਨਜ਼ਾਰੇ ਯਾਦ ਆ ਗਏ ਕਿਹੜੀ ਖੇਡ ਖੇਡਣੀ ਏ ਹੁੰਦਾ ਸੀ ਵਿਚਾਰ ਜੀ ਗੁੱਲੀ ਡੰਡਾ ਲਈ ਸਾਰੇ ਹੋ ਗਏ ਤਿਆਰ ਜੀ ਟੁੱਲ ਮਾਰ ਮਾਰ ਨਸਦੇ ਸਿਤਾਰੇ ਯਾਦ ਆ ਗਏ ਬਚਪਨ ਦੇ ਮੈਨੂੰ ਅੱਜ ਨਜ਼ਾਰੇ ਯਾਦ ਆ ਗਏ ਮੋਰ ਬਣ ਕੇ ਨੱਚਦੇ ਸੀ ਬਿਰਖਾਂ ਦੀ ਛਾਵੇਂ ਜੀ ਖੋ ਖੋ ਕਦੇ ਲੁਕਣ ਮਿੱਟੀ ਬਾਜ਼ੀ ਹਰ ਥਾਵੇਂ ਜੀ ਕਦੋਂ ਕਿਸ ਚਾਲ ਤੇ ਜਿੱਤੇ ਹਾਰ ਯਾਦ ਆ ਗਏ ਬਚਪਨ ਦੇ ਮੈਨੂੰ ਅੱਜ ਨਜ਼ਾਰੇ ਯਾਦ ਆ ਗਏ ਬਚਪਨ ਦੇ ਮੈਨੂੰ ਅੱਜ ਨਜ਼ਾਰੇ ਯਾਦ ਆ ਗਏ ਬਹੁਤ ਬਹੁਤ ਸ਼ੁਕਰੀਆ ਪ੍ਰੀਤਮਾ ਜੀ ਕਿ ਤੁਸੀਂ ਆਪਣੀ ਰਚਨਾ ਭੇਜੀ ਤੇ ਆਓ ਅਗਲੇ ਕਾਲਰਾਂ ਨੂੰ ਆਪਾਂ ਰੂਬਰੂ ਕਰਦੇ ਹਾਂ ਕਾਫੀ ਟਾਈਮ ਤੋਂ ਉਡੀਕ ਦੇ ਵਿੱਚ ਜੀ ਆਇਆਂ ਨੂੰ ਜੀ ਅਵਤਾਰ ਰੇਡੀਓ ਦੇ ਵਿਹੜੇ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਜੋ ਜੀ ਆਇਆਂ ਨੂੰ ਲੰਘ ਆਓ ਅਵਤਾਰ ਰੇਡੀਓ ਦੇ ਵਿਹੜੇ ਦੇ ਵਿੱਚ ਆਏ ਜੀ ਆਏ ਆ ਗਏ ਜੀ ਬਲਵਿੰਦਰ ਕੌਰ ਕੰਗ ਜੀ ਆਇਆਂ ਨੂੰ ਮੈਂ ਕਿਹਾ ਭੈਣ ਜੀ ਬੜੇ ਦੇਰ ਦੇ ਯਾਦ ਕਰਦੇ ਪਏ ਆ ਤੇ ਟਾਈਮ ਨਹੀਂ ਮਿਲ ਰਿਹਾ ਤੇ ਅੱਜ ਜ਼ਰੂਰ ਭੈਣ ਜੀ ਉਹਨਾਂ ਨਾਲ ਗੱਲਬਾਤ ਕਰਨੀ ਆ ਜਰੂਰ ਜੀ ਜਰੂਰ ਅਸੀਂ ਵੀ ਉਡੀਕ ਹੀ ਕਰ ਰਹੇ ਸੀ ਹਾਂਜੀ ਜੀ ਤੇ ਮੈਂ ਤੁਹਾਨੂੰ ਅੱਜ ਸੁਣਾਉਣੀ ਆ ਪਹਿਲਾਂ ਤਾਂ ਤੁਹਾਨੂੰ ਸੁਣਾਉਣੀ ਆ ਮੈਂ ਬਚਪਨ ਦੀ ਯਾਦ ਤੁਸੀਂ ਬਚਪਨ ਦੀ ਯਾਦ ਕਹਿੰਦੇ ਤੇ ਆਪਾਂ ਤੁਹਾਨੂੰ ਬਚਪਨ ਦੀ ਯਾਦ ਹੀ ਪਹਿਲਾਂ ਸੁਣਾਵਾਂਗੇ ਜਰੂਰ ਜੀ ਯਾਦ ਆਉਣ ਖੇਡਣ ਦੀਆਂ ਥਾਵਾਂ ਉਸ ਬਚਪਨ ਤੋਂ ਵਾਰੇ ਜਾ ਰੇੜਨਾ ਸਿੱਖਾ ਬਾਜੀ ਲਾਵਾਂ ਵੇੜੇ ਦਾ ਮੈਂ ਫੁੱਲਿਆ ਖਵਾਵਾਂ ਡਿੱਗਦਾ ਟੈਂਦਾ ਰੇੜਦਾ ਜਾਵਾਂ ਦਾਦੀ ਮਾਂ ਦੇ ਗੜੇ ਲੱਗ ਜਾਵਾਂ ਲੁੱਕ ਛੱਪ ਕੇ ਕਿਧਰੇ ਬਹਿ ਜਾਵਾਂ ਲੱਭਣ ਤਾਂ ਲੱਭਿਆ ਨਾ ਜਾਵਾਂ ਲੱਭ ਕੇ ਜਦ ਸਾਰੇ ਥੱਕ ਜਾਵਣ ਹੌਲੀ ਜਈ ਮੈਂ ਚਾਹ ਬੁਲਾਵਾਂ ਸਾਰੇ ਮੇਰੇ ਪਿੱਛੇ ਦੌੜਨ ਮੈਂ ਅੱਗੇ ਫਿਰ ਦੌੜਦਾ ਜਾਵਾਂ ਉਸ ਬਚਪਨ ਤੋਂ ਵਾਰੇ ਜਾਵਾਂ ਯਾਦ ਆਉਣ ਖੇਡਣ ਦੀਆਂ ਥਾਵਾਂ
ਕੀ ਬਾਤਾਂ। ਭੂਆ ਗੱਲਾਂ ਕਰਨ ਸਕਾਵੇ, ਬਾਬਾ ਮਾਮਾ ਜੋ ਅਖਵਾਵੇ, ਖੇਡ ਖਡਾਉਣੇ ਕੱਢ ਲਿਆਵੇ, ਹਰ ਤਰ੍ਹਾਂ ਮੇਰਾ ਜੀ ਪਰਚਾਵੇ। ਮੈਂ ਵੀ ਸਭ ਦਾ ਦਿਲ ਪਰਚਾਵਾਂ, ਤੋਤਲੀ ਜਈ ਕੋਈ ਗੱਲ ਸੁਣਾਵਾਂ। ਜਦ ਕੋਈ ਕੰਮ ਵਿਗੜ ਕੇ ਮੈਥੋਂ ਦੀਦੀ ਦਾ ਚਟਨਾ ਲਗਾਵਾਂ, ਮੰਮੀ ਕੋਲੋਂ ਮਾਰ ਜੇ ਪੈਂਦੀ, ਹੱਥ ਜੋੜ ਕੇ ਮੈਂ ਛੁੱਟ ਜਾਵਾਂ। ਪਰ ਉਸ ਬਚਪਨ ਤੋਂ ਮਾਰੇ ਜਾਵਾਂ, ਯਾਦ ਆਉਣ ਖੇਡਣ ਦੀਆਂ ਥਾਵਾਂ। ਜਦ ਮੈਂ ਨਕਲ ਕਿਸੇ ਦੀ ਲਾਵਾਂ, ਸਭਨਾਂ ਨੂੰ ਮੈਂ ਬੜਾ ਹਸਾਵਾਂ। ਜਿਸ ਬੁੱਢੀ ਦੀ ਨਕਲ ਲਗਾਈ, ਦੌੜ ਕੇ ਮੈਨੂੰ ਮਾਰਨ ਆਈ। ਬੁੱਢੀ ਬਦਲਾ ਲੈਣ ਨੀ ਆਵੇ, ਦਾਦੀ ਭੱਜ ਕੇ ਗਲੇ ਲਗਾਵੇ। ਦਾਦੀ ਚੁੰਨੀ ਵਿੱਚ ਛਪਾਵੇ, ਮੈਨੂੰ ਕਿਹੜਾ ਹੱਥ ਲਗਾਵੇ। ਮੈਂ ਵੀ ਡਰਦਾ ਲੁਕਦਾ ਜਾਵਾਂ, ਉਸ ਬਚਪਨ ਤੋਂ ਮਾਰੇ ਜਾਵਾਂ। ਯਾਦ ਆਉਣ ਖੇਡਣ ਦੀਆਂ ਥਾਵਾਂ। ਜਦੋਂ ਮੈਂ ਵੱਡਾ ਹੋਇਆ, ਸਕੂਲ ਜਾਣ ਲਈ ਉੱਠ ਖਲੋਇਆ। ਦਾਦੀ ਮਾਂ ਦੇ ਕੋਲ ਮੈਂ ਜਾਵਾਂ, 1 ਰੁਪਈਆ ਮੰਗ ਲਿਆਵਾਂ। ਚੋਰੀ ਚੋਰੀ ਅੱਖ ਬਚਾ ਕੇ, ਚੀਜ਼ੀ ਲੈ ਕੇ ਘਰ ਆ ਜਾਵਾਂ। ਮੰਮੀ ਜਦ ਗੁੱਸੇ ਹੋ ਜਾਵੇ, ਬਸਤਾ ਚੁੱਕ ਸਕੂਲੇ ਜਾਵਾਂ। ਪੜਨ ਵਿੱਚ ਨਾ ਦੇਰ ਲਗਾਵਾਂ, ਊੜਾ ਐੜਾ ਸਿੱਖ ਕੇ ਆਵਾਂ। ਉਸ ਬਚਪਨ ਤੋਂ ਵਾਰੇ ਜਾਵਾਂ, ਯਾਦ ਆਉਣ ਖੇਡਣ ਦੀਆਂ ਥਾਵਾਂ। ਦਾਦਾ ਜੀ ਜਦ ਆਵਾਜ਼ ਲਗਾਉਂਦੇ, ਦੌੜ ਲਗਾ ਕੇ ਉਸ ਕੋਲ ਜਾਵਾਂ। ਚਸ਼ਮਾ ਖੂੰਡੀ ਦੇ ਕੇ ਜੁੱਤੀ, ਬਾਹੋਂ ਫੜ ਕੇ ਬਾਹਰ ਲਿਆਵਾਂ। ਬਚਪਨ ਦੇ ਦਿਨ ਕਿੰਨੇ ਚੰਗੇ, ਬਿਨਾਂ ਈਰਖਾ ਦਿਨ ਹੈ ਲੰਗੇ। ਆਓ ਸਾਰੇ ਰਲ ਮਿਲ ਜਾਈਏ, ਬਚਪਨ ਦੇ ਨਾ ਦਿਨ ਪਲਾਈਏ। ਸਰਗੀ ਪਿਆਰੀਆਂ ਪਿਆਰੀਆਂ ਮਾਵਾਂ, ਉਸ ਬਚਪਨ ਤੋਂ ਮਾਰੇ ਜਾਵਾਂ। ਯਾਦ ਆਉਣ ਖੇਡਣ ਦੀਆਂ ਥਾਵਾਂ, ਉਸ ਬਚਪਨ ਤੋਂ ਮਾਰੇ ਜਾਵਾਂ। ਉਸ ਬਚਪਨ ਤੋਂ ਮਾਰੇ ਜਾਵਾਂ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਭੈਣੇ, ਤੁਸੀਂ ਤਾਂ ਸਾਰਾ ਹੀ ਉਹ ਮਸਲਾ ਹੀ ਸਾਹਮਣੇ ਲੈ ਆਂਦਾ ਹੈ ਤੇ ਪੂਰੀ ਇੱਕ ਛਵੀ ਬਣਾ ਦਿੱਤੀ ਕਿ ਬਚਪਨ ਦੇ ਵਿੱਚ ਕੀ ਕਿਸ ਤਰ੍ਹਾਂ, ਹਨਾ। ਸੋ ਬਲਵਿੰਦਰ ਭੈਣ ਜੀ, ਤੁਸੀਂ ਇਸ ਲੈਅ ਦੇ ਨਾਲ ਗਾਉਂਦੇ ਆ, ਪੂਰੀ ਰੂਹਦਾਰੀ ਦੇ ਨਾਲ ਉਸ ਕਵਿਤਾ ਦੇ ਵਿੱਚ ਖੁੱਭ ਜਾਂਦੇ ਹੋ ਨਾ, ਤਾਂ ਇਵੇਂ ਲੱਗਦਾ ਹੁੰਦਾ ਕਿ ਬਿਲਕੁਲ ਹੂਬਹੂ ਸਾਡੀ ਗੱਲ ਹੋ ਰਹੀ ਆ। ਜੀ ਤਾਂ ਬਹੁਤ ਬਹੁਤ ਸ਼ੁਕਰੀਆ ਜੀ। ਜੀ ਤੇ ਬਹੁਤ ਮਾਣ ਸਤਿਕਾਰ ਦਿੱਤਾ ਜੀ। ਤਾਂ ਸ਼ੁਕਰਾਨਾ ਤੁਹਾਡਾ ਕਿ ਤੁਸੀਂ ਇੰਨੀ ਵਧੀਆ ਕਲਮ ਦੇ ਨਾਲ ਤੁਹਾਡਾ ਗਲਾ ਵੀ ਕੁਦਰਤ ਵੱਲੋਂ ਇੰਨਾ ਪਿਆਰਾ ਆ ਤੇ ਉਹਨੂੰ ਤੁਸੀਂ ਬਹੁਤ ਮੇਨਟੇਨ ਕਰਕੇ ਰੱਖਿਆ ਹੈ ਤੇ ਬਹੁਤ ਸਲੀਕੇ ਦੇ ਨਾਲ ਤੁਸੀਂ ਆਪਣੀ ਹਰ ਇੱਕ ਰਚਨਾ ਜਿਹੜੀ ਆ ਉਹ ਪੂਰਾ ਝੂਮ ਕੇ ਗਾ ਕੇ ਜਿਹੜਾ ਆ ਤੇ ਉਹਦਾ ਪੂਰਾ ਆਨੰਦ ਲੈਨੇ ਵੀ ਹੋ ਤੇ ਸਾਨੂੰ ਵੀ ਪੂਰਾ ਆਉਂਦਾ ਆ। ਸ਼ੁਕਰੀਆ ਜੀ, ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਭੈਣੇ ਕਾਲ ਕਰਨ ਦੇ ਲਈ। ਤੇ ਹੋਰ ਰਚਨਾ ਵੀ ਸਾਂਝੀ ਕਰਨੀ ਇੱਕ ਅੱਧੀ? ਇਹ ਕਹੋਗੇ ਤਾਂ ਕਰ ਦਿੰਦੇ ਆ ਭਾਈ। ਨਹੀਂ ਕਹਾਂਗੇ ਕਿਉਂ ਨਹੀਂ, ਅਸੀਂ ਤਾਂ ਉਡੀਕਦੇ ਰਹਿੰਦੇ ਹਾਂ ਕਿਉਂਕਿ ਤੁਹਾਡੇ ਕੋਲ ਸਮਾਂ ਘੱਟ ਹੁੰਦਾ ਹੈ ਤਾਂ ਤੁਸੀਂ ਜ਼ਰੂਰ ਭਰੋ ਅਗਲੀ ਕਵਿਤਾ ਦੀ ਵੀ ਹਾਜ਼ਰੀ। ਮੈਂ ਤੁਹਾਨੂੰ ਇਹ ਕਵਿਤਾ ਪੇਸ਼ ਕਰਦੀ ਹਾਂ ਕਿ ਮਾਂ ਬਿਨਾਂ ਘਰ ਸੁੰਨਾ ਲੱਗਦਾ ਜੀ। ਮਾਂ ਬਿਨਾਂ ਘਰ ਸੁੰਨਾ ਲੱਗਦਾ, ਆਖਣ ਲੋਕ ਸਿਆਣੇ। ਮਾਂ ਬਿਨਾਂ ਕੋਈ ਦੇਵੇ ਨਾ ਟੁਕੜਾ, ਭੁੱਖੇ ਮਰਨ ਨਿਆਣੇ। ਮਾਂ ਬਿਨਾਂ ਘਰ ਸੁੰਨਾ ਲੱਗਦਾ, ਆਖਣ ਲੋਕ ਸਿਆਣੇ। ਮਾਂ ਜਦੋਂ ਹੈ ਚੌਂਕੇ ਵੜਦੀ, ਪਰ ਜਾਂਦਾ ਏ ਵੇੜਾ। ਬੈਠੀ ਹੋਵੇ ਘਰ ਵਿੱਚ ਮਾਂ ਤੇ, ਆ ਕੇ ਬੋਲੂ ਕਿਹੜਾ।
ਵਿੱਚ ਮਾਂ ਤੇ ਆਕੇ ਬੋਲੂ ਕਿਹੜਾ। ਨੀਂਦ ਬੜੀ ਹੈ ਕੁੜੀ ਆਉਂਦੀ ਰੱਖ ਮਾਂ ਦੀ ਬਾਂਸਰਾਣੇ ਮਾਂ ਬਿਨਾ ਕਰ ਸੁਣਨਾ ਲੱਗਦਾ ਆਖਣ ਲੋਕ ਸਿਆਣੇ ਮਾਂ ਬਿਨਾ ਕਰ ਸੁਣਨਾ ਲੱਗਦਾ ਆਖਣ ਲੋਕ ਸਿਆਣੇ ਚੁੱਕੇ ਤੇ ਮਾਂ ਪਾਉਂਦੀ ਸਾਨੂੰ ਗਿੱਲੇ ਪੈਂਦੀ ਆਪ ਤਾਹੀ ਲੋਕੀ ਮਾਂ ਨੂੰ ਆਖਣ ਰੱਬ ਵਰਗਾ ਹੈ ਸਾਕ ਤਾਹੀ ਲੋਕੀ ਮਾਂ ਨੂੰ ਆਖਣ ਰੱਬ ਵਰਗਾ ਹੈ ਸਾਕ ਪੀਸ ਕੇ ਆਟਾ ਰੋਟੀ ਦੇਂਦੀ ਚੱਕੀ ਦੇ ਵਿੱਚ ਦਾਣੇ ਮਾਂ ਬਿਨਾ ਕਰ ਸੁਣਨਾ ਲੱਗਦਾ ਆਖਣ ਲੋਕ ਸਿਆਣੇ ਮਾਂ ਬਿਨਾ ਕਰ ਸੁਣਨਾ ਲੱਗਦਾ ਆਖਣ ਲੋਕ ਸਿਆਣੇ ਮੇਜੇ ਤੀ ਬਲਵਿੰਦਰ ਵਰਗੀ ਮਾਂ ਦੀ ਫੜੀ ਡੰਗੋਰੀ ਮਾਪਿਆਂ ਦੀ ਰਲ ਕਰ ਲੋ ਸੇਵਾ ਕਰਗੀ ਗੱਲ ਹੈ ਤੋਰੀ ਮਾਪਿਆਂ ਦੀ ਰਲ ਕਰ ਲੋ ਸੇਵਾ ਸਰਗੀ ਨੇ ਗੱਲ ਤੋਰੀ ਗਲਤੀ ਨਾ ਤੁਸੀਂ ਕਰਿਓ ਲੋਕੋ ਕਦੇ ਵੀ ਵਿੱਚ ਅਣਜਾਣੇ ਮਾਂ ਬਿਨਾ ਕਰ ਸੁਣਨਾ ਲੱਗਦਾ ਆਖਣ ਲੋਕ ਸਿਆਣੇ ਮਾਂ ਬਿਨਾ ਕੋਈ ਦੇਵੇ ਨਾ ਟੁਕੜਾ ਭੁੱਖੇ ਮਰਨ ਨਿਆਣੇ ਮਾਂ ਬਿਨਾ ਕਰ ਸੁਣਨਾ ਲੱਗਦਾ ਆਖਣ ਲੋਕ ਸਿਆਣੇ ਮਾਂ ਬਿਨਾ ਕਰ ਸੁਣਨਾ ਲੱਗਦਾ ਆਖਣ ਲੋਕ ਸਿਆਣੇ। ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਭੈਣੇ ਕਿ ਤੁਸੀਂ ਆਪਣੀ ਹਾਜ਼ਰੀ ਜਿਹੜੀ ਭਰੀ ਆ। ਤਾਂ ਇਸ ਹਾਜ਼ਰੀ ਦੇ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਤਾਂ ਇੱਕ ਪਿਆਰ, ਇੱਕ ਮੋਹ ਦੀ ਤੰਦ ਜਿਹੜੀ ਆ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਬਹੁਤ ਬਹੁਤ ਸ਼ੁਕਰੀਆ। ਤੇ ਜਲਦੀ ਮਿਲਦੇ ਆ ਆਪਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਤੇ ਲੰਮੀ ਕੜੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ। ਠੀਕ ਹੈ ਜੀ, ਠੀਕ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਹੁਤ ਬਹੁਤ ਪਿਆਰ ਤੇ ਸਤਿਕਾਰ ਭੈਣੇ। ਤਾਂ ਹੁਣ ਮਨਪ੍ਰੀਤ ਕੌਰ ਉਗਰਾਹਾਂ ਵਾਲਿਆਂ ਨੇ ਵੀ ਇੱਕ ਰਚਨਾ ਆਪਣੇ ਨਾਲ ਭੇਜੀ ਹੈ ਤੇ ਪ੍ਰੋਗਰਾਮ ਦੇ ਵਿੱਚ ਆਓ ਉਹਨਾਂ ਨੂੰ ਵੀ ਸਾਂਝਾ ਕਰਦੇ ਹਾਂ। ਤੇ ਬਾਕੀ ਸਰੋਤੇ ਜਿਹੜੇ ਤੁਸੀਂ ਵੀ ਹਾਜ਼ਰੀ ਭਰਨਾ ਚਾਹੁੰਦੇ ਹੋ ਤੇ ਆਪਣੇ ਸਟੂਡੀਓ ਦਾ ਨੰਬਰ ਹੈ ਜੀ 94 7 85 56 7 93 ਤੇ ਕਾਲ ਕਰ ਸਕਦੇ ਹੋ। ਆਓ ਸੁਣਦੇ ਆ ਭੈਣ ਦੀ ਰਚਨਾ। ਮੇਰੇ ਵੱਲੋਂ ਜਾਨੀ ਕਿ ਮਨਪ੍ਰੀਤ ਕੌਰ ਜੱਸਲ ਪਿੰਡ ਉਗਰਾਹਾਂ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਵੱਲੋਂ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਸਾਂਝ ਪ੍ਰੋਗਰਾਮ ਦੇ ਲਈ ਆਪਣੇ ਲਿਖੇ ਹੋਏ 4 ਸ਼ਬਦ ਬਚਪਨ ਜਿਨ੍ਹਾਂ ਨੂੰ ਤੁਹਾਡੇ ਰੂਬਰੂ ਕਰ ਰਹੀ ਹਾਂ। ਆਸ ਕਰਦੀ ਹਾਂ ਕਿ ਆਪ ਜੀ ਨੂੰ ਪਸੰਦ ਆਵੇਗਾ। ਮੇਰੀ ਰਚਨਾ ਹੈ ਬਚਪਨ। ਬਚਪਨ ਦੀ ਮੈਂ ਗੱਲ ਸੁਣਾਵਾਂ ਹੈ ਜੀ ਬਹੁਤ ਪਿਆਰਾ। ਬਚਪਨ ਦੀਆਂ ਯਾਦਾਂ ਦੇ ਨਾਲ ਭਰਿਆ ਪਿਆ ਪਿਟਾਰਾ। ਬਚਪਨ ਦੇ ਵਿੱਚ ਬਾਂਦਰ ਕਿੱਲਾ, ਲੁਕਣ ਮਿਚਾਈ, ਗੀਟੇ ਫੜਨ ਫੜਾਈ, ਸਭ ਤੋਂ ਗੁੱਡੀ ਪਟੋਲੇ ਵਾਲੀ, ਖੇਡ ਸੀ ਲੱਗਦੀ ਪਿਆਰੀ। ਬਚਪਨ ਮੁੰਨੀ ਆਉਣਾ ਇਹਦੇ ਜਿਹੀ ਲੱਭਣੀ ਨੀ ਸਰਦਾਰੀ। ਬਚਪਨ ਦੀ ਮੈਂ ਗੱਲ ਸੁਣਾਵਾਂ ਹੈ ਜੀ ਬਹੁਤ ਪਿਆਰਾ। ਬਚਪਨ ਚੀਜ਼ ਹੀ ਅਵੱਲੀ ਸੀ, ਨਾ ਸੀ ਕੋਈ ਚਿੰਤਾ ਨਾ ਫਿਕਰ ਫਾਕਾ। ਉਦੋਂ ਜਿੰਦ ਬਿਲਕੁਲ ਇਕੱਲੀ ਸੀ। ਉਦੋਂ ਮौज ਮਸਤੀਆਂ ਕਰਦੇ ਸੀ ਜੀ। ਕੋਈ ਸ਼ਰਾਰਤ ਐਸੀ ਕਰਦੇ ਸੀ ਕੁੱਟ ਤੋਂ ਬਚਣ ਦੀ ਖਾਤਰ ਦਾਦੀ ਦੀ ਕੁੱਛੜ ਜਾ ਵੜਦੇ ਸੀ। ਕਿਆ ਬਾਤਾਂ। ਆਪਾਂ ਉਦੋਂ ਵੀ ਆਕੜ ਨਾ ਕਿਸੇ ਦੀ ਝੱਲੀ ਸੀ। ਵਾਹ। ਬਚਪਨ ਯਾਰੋ ਚੀਜ਼ ਹੀ ਅਵੱਲੀ ਸੀ। ਬਚਪਨ ਯਾਰੋ ਚੀਜ਼ ਹੀ ਅਵੱਲੀ ਸੀ। ਸਮੇਂ ਦੇ ਬਦਲਣ ਨਾਲ ਸਭ ਕੁਝ ਬਦਲ ਜਾਣਾ ਜੀ। ਅੱਜ ਕੱਲ ਦੇ ਬੱਚਿਆਂ ਦਾ ਬਚਪਨ ਵੀ ਬਦਲ ਹੈ ਜਾਣਾ। ਉਹਨਾਂ ਮਨੀ ਵਾਂਗਰਾਂ ਬਚਪਨ ਦਾ ਹਾਲ ਨਹੀਂ ਸੁਣਾਉਣਾ। ਅੱਜ ਕੱਲ ਦੇ ਬੱਚਿਆਂ ਨੇ ਏਦਾਂ ਬਚਪਨ ਨੂੰ ਫਰਮਾਉਣਾ। ਟੈਕਨੀਕਲ ਹੈ ਯੁੱਗ, ਉਹ ਟੈਕਨੀਕਲ ਗੱਲਾਂ ਨੂੰ ਹੈ ਦਰਸਾਉਣਾ। ਕਿਆ ਬਾਤ ਆ। ਪਹਿਲਾਂ ਵਾਲਾ ਬਚਪਨ ਨਾ ਰਹਿਣਾ, ਕਿਸੇ ਨਾਲ ਖੇਡਣਾ ਗਿੱਲੀ ਡੰਡਾ। ਇਹਨਾਂ ਦਾ ਸਥਾਨ ਤਾਂ ਮੋਬਾਈਲ ਫੋਨਾਂ ਨੇ ਲੈ ਲੈਣਾ। ਕੋਈ ਸ਼ੱਕ ਨਹੀਂ। ਹੁਣ ਪਹਿਲਾਂ ਵਾਲੀ ਗੱਲ ਨਾ ਰਹਿ ਗਈ ਜੋ ਲੱਗਦੀ ਸੀ ਪਿਆਰੀ। ਬਚਪਨ ਵਰਗੀ ਮੌਜ ਨੀ ਲੱਭਣੀ,
ਭਾਵੇਂ ਫਰੋਲ ਕੇ ਵੇਖ ਲਿਓ ਜ਼ਿੰਦਗੀ ਸਾਰੀ। ਬਚਪਨ ਦੀ ਮੈਂ ਗੱਲ ਸੁਣਾਵਾਂ, ਹੈ ਜੀ ਬਹੁਤ ਪਿਆਰਾ, ਇਹਦੀਆਂ ਯਾਦਾਂ ਦੇ ਨਾਲ ਭਰਿਆ ਪਿਆ ਪਿਟਾਰਾ। ਜੀ ਇਹਦੀਆਂ ਯਾਦਾਂ ਦੇ ਨਾਲ ਭਰਿਆ ਭਰਿਆ ਪਿਆ ਪਿਆ ਪਿਟਾਰਾ। ਪਿਟਾਰਾ। ਧੰਨਵਾਦ। ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਭੈਣੇ। ਸੋ ਹੁਣ ਮੈਨੂੰ ਇੱਕ ਰਚਨਾ ਭੇਜੀ ਹੈ ਜੀ ਗੁਰਵਿੰਦਰ ਕੌਰ ਗੁਰੀ ਲੁਧਿਆਣੇ ਵਾਲਿਆਂ ਨੇ, ਤੇ ਆਓ ਉਹਨਾਂ ਦੀ ਵੀ ਆਪਾਂ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਤਾਂ ਜੀ ਮੈਂ ਗੁਰਵਿੰਦਰ ਕੌਰ ਗੁਰੀ ਆਪ ਜੀ ਨਾਲ ਆਪਣੀ ਮੌਲਿਕ ਰਚਨਾ ਸਾਂਝੀ ਕਰ ਰਹੀ ਹਾਂ, ਬਚਪਨ ਦੀਆਂ ਯਾਦਾਂ। ਜੀ ਅੱਜ ਬਚਪਨ ਦੀਆਂ ਯਾਦਾਂ ਨਾਲ ਕੀਤੀ ਛੋਟੀ ਜਿਹੀ ਛੇੜਖਾਨੀ, ਕੀ ਬਾਤ ਹੈ। ਦੇਖਾਂ ਤਾਂ ਸਹੀ ਕੌਣ ਕੌਣ ਸਾਂਭੀ ਬੈਠਾ ਹੈ ਬਚਪਨ ਦੀ ਨਿਸ਼ਾਨੀ। ਤਸਵੀਰਾਂ ਦੇਖ ਹਰ ਕੋਈ ਸੋਚਾਂ 'ਚ ਪੈ ਗਿਆ ਕਿ ਹਾਏ ਰੱਬਾ ਉਹ ਸਮਾਂ ਕਿੱਥੇ ਰਹਿ ਗਿਆ। ਕਿੱਥੇ ਗਏ ਉਹ ਬਜ਼ੁਰਗ, ਕਿੱਥੇ ਗਈਆਂ ਉਹ ਸੜਕਾਂ, ਜਿਨ੍ਹਾਂ ਨਾਲ ਸੀ ਸਾਂਝ ਤੇ ਜਿੱਥੇ ਤੁਰਦੇ ਸੀ ਨਾਲ ਮੜਕਾਂ। ਉਹ ਤਸਵੀਰਾਂ ਇੰਜ ਜਾਪਣ ਜਿਵੇਂ ਬੋਲਦੀਆਂ ਨੇ, ਹਰ ਇੱਕ ਨੂੰ ਲੱਗੇ ਸਾਡੀ ਹੀ ਜੀਵਨੀ ਫਰੋਲਦੀਆਂ ਨੇ। ਕੀ ਬਾਤ ਹੈ। ਕਿਸੇ ਨੇ ਇਹ ਸਭ ਹੰਡਾਇਆ ਏ ਤੇ ਕਿਸੇ ਨੂੰ ਸਿਰਫ ਕਿਤਾਬਾਂ 'ਚ ਹੀ ਪੜਾਇਆ ਏ। ਜੀ ਬਹੁਤਿਆਂ ਲਈ ਇਹ ਸਭ ਬੜਾ ਅਨੋਖਾ ਤੇ ਅਜੀਬ ਏ। ਬਹੁਤਿਆਂ ਲਈ ਇਹ ਸਭ ਬੜਾ ਅਨੋਖਾ ਤੇ ਅਜੀਬ ਏ, ਪਰ ਕਈਆਂ ਲਈ ਤਾਂ ਕੁਝ ਸਾਲ ਪੁਰਾਣਾ ਤੇ ਦਿਲ ਦੇ ਕਰੀਬ ਏ। ਉਹ ਸ਼ਰਾਰਤਾਂ ਤੇ ਮਾਸੂਮੀਅਤ ਦੇ, ਉਹ ਸ਼ਰਾਰਤਾਂ ਤੇ ਮਾਸੂਮੀਅਤ ਦੇ ਗਵਾਚਣ ਦੀ ਸਭ ਨੇ ਭਰੀ ਗਵਾਹੀ ਏ। ਉਹ ਸ਼ਰਾਰਤਾਂ ਤੇ ਮਾਸੂਮੀਅਤ ਦੇ ਗਵਾਚਣ ਦੀ ਸਭ ਨੇ ਭਰੀ ਗਵਾਹੀ ਏ, ਕਿਉਂਕਿ ਅਜੋਕੇ ਸਮੇਂ 'ਚ ਪੁਰਾਣੇ ਤੌਰ ਤਰੀਕਿਆਂ ਨਾਲ ਜਿਉਣ ਦੀ ਮਨਾਹੀ ਏ। ਕਿਉਂਕਿ ਅਜੋਕੇ ਸਮੇਂ 'ਚ ਪੁਰਾਣੇ ਤੌਰ ਤਰੀਕਿਆਂ ਨਾਲ ਜਿਉਣ ਦੀ ਮਨਾਹੀ ਏ। ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਭੈਣੇ ਕਿ ਤੁਸੀਂ ਆਪਣੀ ਹਾਜ਼ਰੀ ਭਰੀ। ਤੇ ਆਓ ਫਿਰ ਅੱਗੇ ਪੁਨੀਤ ਜੀ ਹੁਣਾਂ ਦੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਦੇ ਆ। ਅੱਜ ਮੇਰੇ ਨਾ ਫੋਨ 'ਚ ਥੋੜਾ ਨੈਟਵਰਕ ਥੋੜਾ ਜਿਹਾ ਸਲੋ ਚੱਲ ਰਿਹਾ, ਜਿਹਦਾ ਕਰਕੇ ਥੋੜੀ ਜੀ ਦਿੱਕਤ ਮੈਨੂੰ ਵੀ ਆ ਰਹੀ ਹੈ, ਤਾਂ ਤੁਹਾਨੂੰ ਵੀ ਥੋੜੀ ਥੋੜੀ ਕਿਤੇ ਸੁਣਨ ਨੂੰ ਮਿਲ ਰਹੀ ਹੋਊਗੀ। ਆਓ ਜੀ ਪੁਨੀਤ ਹੁਣਾਂ ਦੀ ਆਵਾਜ਼ ਦੇ ਵਿੱਚ ਇਹ ਅਗਲੀ ਰਚਨਾ। ਨਮਸਕਾਰ ਦੋਸਤੋ, ਮੈਂ ਪੁਨੀਤ ਗੋਇਲ ਪਟਿਆਲਾ ਤੋਂ ਜੀ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਤਿਕਾਰ ਕਰਦੀ ਹਾਂ। ਜੀ ਅਮਨਦੀਪ ਕੌਰ ਭੈਣ ਜੀ ਦਾ ਤਹਿ ਦਿਲੋਂ ਧੰਨਵਾਦ। ਬਚਪਨ ਇੱਕ ਅਜਿਹੀ ਚੀਜ਼ ਹੈ, ਸ਼ੈ ਹੈ, ਜਿਸ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ ਤੇ ਸ਼ਾਇਦ ਉਹ ਸਾਡੇ ਮਨ ਦੇ ਅੰਦਰ ਕਿਤੇ ਨਾ ਕਿਤੇ ਅੱਜ ਵੀ ਜ਼ਿੰਦਾ ਹੈ। ਜੀ ਉਸ ਨੂੰ ਹੀ ਮੱਦੇ ਨਜ਼ਰ ਰੱਖਦੇ ਹੋਏ ਮੈਂ ਆਪਣੀ ਇੱਕ ਕਵਿਤਾ ਪੇਸ਼ ਕਰ ਰਹੀ ਹਾਂ, ਚਿੜੀ ਅਤੇ ਕਾਂ। ਕੀ ਬਾਤਾਂ। ਛੋਟੇ ਹੁੰਦੇ ਖੇਡਦੇ ਸੀ ਚਿੜੀ ਉੱਡ ਕਾਂ ਉੱਡ। ਛੋਟੇ ਹੁੰਦੇ ਖੇਡਦੇ ਸੀ ਚਿੜੀ ਉੱਡ ਕਾਂ ਉੱਡ। ਸੱਚਮੁੱਚ ਹੀ ਉੱਡ ਗਈ ਚਿੜੀ ਅਤੇ ਉੱਡ ਗਿਆ ਕਾਂ। ਸੱਚਮੁੱਚ ਹੀ ਉੱਡ ਗਈ ਚਿੜੀ ਤੇ ਉੱਡ ਗਿਆ ਕਾਂ। ਖਾਲੀ ਪਏ ਨੇ ਬਨੇਰੇ, ਕੌਣ ਬੈਠੇ ਹੁਣ ਇਸ ਥਾਂ। ਕੀ ਬਾਤਾਂ। ਖਾਲੀ ਪਏ ਨੇ ਬਨੇਰੇ, ਕੌਣ ਬੈਠੇ ਹੁਣ ਇਸ ਥਾਂ। ਫੇਰ ਆ ਜਾਣ ਕੀਤੋਂ ਚਿੜੀ ਅਤੇ ਕਾਂ। ਜੀ ਫੇਰ ਆ ਜਾਣ ਕੀਤੋਂ ਚਿੜੀ ਅਤੇ ਕਾਂ। ਮੈਂ ਉਹਨਾਂ ਲਈ ਖਿਚੜੀ ਦੇਵਾਂ ਬਣਾ। ਬਾਤਾਂ ਆਪਣੇ ਬੱਚਿਆਂ ਨੂੰ, ਬਾਤਾਂ ਆਪਣੇ ਬੱਚਿਆਂ ਨੂੰ ਗੋਦੀ ਵਿੱਚ ਬਿਠਾ ਕੇ ਦੇਵਾਂ ਸੁਣਾ। ਚੀਂ ਚੀਂ ਕਾਕਾਂ ਦਾ ਜਦੋਂ ਪੈਂਦਾ ਸੀ ਰੌਲਾ, ਚੀਂ ਚੀਂ ਕਾਕਾਂ ਦਾ ਜਦੋਂ ਪੈਂਦਾ ਸੀ ਰੌਲਾ, ਮੈਂ ਝਟਪਟ ਚੂਰੀ ਦਿੰਦੀ ਸੀ ਰਲਾ। ਪਤਾ ਨਹੀਂ ਕਿੱਧਰ ਤੁਰ ਗਏ ਉਹ, ਪਤਾ ਨਹੀਂ ਕਿੱਧਰ ਤੁਰ ਗਏ ਉਹ। ਹੁਣ ਨਾ ਖਿਚੜੀ ਬਣਾਵਾਂ ਤੇ ਨਾ ਚੂਰੀ ਰਲਾਵਾਂ। ਹੁਣ ਨਾ ਖਿਚੜੀ ਬਣਾਵਾਂ ਤੇ ਨਾ ਚੂਰੀ ਰਲਾਵਾਂ। ਕਿੱਥੋਂ ਮੈਂ ਚਿੜੀ ਅਤੇ ਕਾਂ ਲਿਆਵਾਂ, ਕਿੱਥੋਂ ਮੈਂ ਚਿੜੀ ਅਤੇ ਕਾਂ ਲਿਆਵਾਂ। ਸਮਾਂ ਨਿਕਲ ਗਿਆ ਬਹੁਤ ਅੱਗੇ, ਸਮਾਂ ਨਿਕਲ ਗਿਆ ਬਹੁਤ ਅੱਗੇ। ਪੁਨੀਤ, ਮੇਰੀਆਂ ਯਾਦਾਂ ਵਿੱਚ ਹੀ ਰਹਿ ਗਏ, ਮੇਰੀਆਂ ਯਾਦਾਂ ਵਿੱਚ ਹੀ ਰਹਿ ਗਏ ਇਹ ਚਿੜੀ ਅਤੇ ਕਾਂ, ਇਹ ਚਿੜੀ ਅਤੇ ਕਾਂ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਭੈਣੇ। ਤਾਂ ਆਓ ਜੀ ਫਿਰ ਅੱਗੇ ਚੱਲਦੇ ਆਂ ਅਲੀਨਾ ਧੀਮਾਨ ਹੁਣਾਂ ਦੀ ਇੱਕ ਰਚਨਾ। ਸੋ ਉਹਨਾਂ ਦੀਆਂ ਰਚਨਾਵਾਂ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ। ਤੁਹਾਡੇ ਬਹੁਤ ਸਾਰੇ ਕਮੈਂਟ ਜਿਹੜੇ ਆ ਉਹ ਮੈਨੂੰ ਮਿਲ ਰਹੇ ਨੇ, ਪਰ ਉਹਨਾਂ ਨੂੰ ਮੈਂ ਅਗਲੀ ਮਤਲਬ ਪ੍ਰੋਗਰਾਮ ਤੋਂ ਬਾਅਦ ਵਿੱਚ ਰਿਪਲਾਈ ਸਾਰਿਆਂ ਦਾ ਦਵਾਂਗੇ। ਤੁਸੀਂ ਬਹੁਤ ਸ਼ਮੂਲੀਅਤ ਕੀਤੀ ਹੈ। ਆਓ ਫਿਰ ਅਗਲੀ ਰਚਨਾ ਅਲੀਨਾ ਭੈਣ ਹੁਣਾਂ ਦੀ ਸੁਣਦੇ ਹਾਂ।
ਸਤਿ ਸ਼੍ਰੀ ਅਕਾਲ ਅਮਨਦੀਪ ਕੌਰ ਥਿੰਦ ਮੇਰੇ ਵੱਡੇ ਭੈਣ ਜੀ ਨੂੰ ਸਤਿ ਸ਼੍ਰੀ ਅਕਾਲ ਭੈਣ ਜੀ ਦੇ ਸਾਰੀ ਸਮੁੱਚੀ ਟੀਮ ਨੂੰ ਜੀ ਮੇਰੇ ਵੱਲੋਂ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਮੈਂ ਜੀ ਆਇਆਂ ਨੂੰ। ਅਲੀਨਾ ਦੀਵਾਨ ਬੋਲ ਰਹੀ ਹਾਂ ਮੋਗਾ ਤੋਂ। ਮੇਰੀ ਬਚਪਨ ਦੀ ਖੇਡ ਜਿਹਦੇ ਬਾਰੇ ਮੈਂ ਜ਼ਿਕਰ ਕਰਨ ਜਾ ਰਹੀ ਹਾਂ, ਮੇਰੇ ਕੋਲੇ 4.5 ਫੁੱਟ ਦਾ ਟੈਡੀ ਸੀ ਜਿਹਦੇ ਬਾਰੇ ਮੈਂ ਇੱਕ ਕਵਿਤਾ ਲਿਖੀ, ਕਿਆ ਉਹ ਬਾਤ ਵੀ ਹੈ। ਆਪ ਜੀ ਦੇ ਨਾਲ ਸਾਂਝੀ ਕਰ ਰਹੀ ਹਾਂ। ਆਜੋ ਜੀ ਆਜੋ ਮੇਰੀ ਕਵਿਤਾ ਦਾ ਸਿਰਲੇਖ ਆ, ਮੈਂ ਤੇ ਮੇਰਾ ਖਿਡੌਣਾ। ਜੀ। ਬੜੇ ਚੰਗੇ ਦੋਸਤ ਸੀ ਮੈਂ ਤੇ ਮੇਰਾ ਖਿਡੌਣਾ, ਬੜੇ ਚੰਗੇ ਦੋਸਤ ਸੀ ਮੈਂ ਤੇ ਮੇਰਾ ਖਿਡੌਣਾ। ਮੈਂ ਉਸ ਦਾ ਦਿਲ ਲਾਈ ਰੱਖਣਾ ਤੇ ਉਸ ਮੇਰਾ ਡਾਢਾ ਦਿਲ ਲਵਾਉਣਾ। ਬੜੇ ਹੀ ਚੰਗੇ ਦੋਸਤ ਸੀ ਮੈਂ ਤੇ ਮੇਰਾ ਖਿਡੌਣਾ। ਨਾ ਹੀ ਮੈਂ ਖਿਡੌਣੇ ਤੋਂ ਕਦੀ ਥੱਕਣਾ, ਨਾ ਹੀ ਮੈਂ ਖਿਡੌਣੇ ਤੋਂ ਕਦੀ ਥੱਕਣਾ, ਤੇ ਨਾ ਖਿਡੌਣਾ ਮੇਰੇ ਤੋਂ ਅੱਕਦਾ ਸੀ। ਮੈਨੂੰ ਉਸ ਨਾਲ ਸੀ ਬਹੁਤ ਪਿਆਰ, ਉਹ ਵੀ ਮੇਰੇ ਨਾਲ ਮੋਹ ਰੱਖਦਾ ਸੀ। ਭੋਲੇ ਬਾਲਪਨ ਦਾ ਉਹ ਭੋਲਾਪਣ ਹੋਣਾ, ਬੜੇ ਚੰਗੇ ਦੋਸਤ ਸੀ ਮੈਂ ਤੇ ਮੇਰਾ ਖਿਡੌਣਾ। ਬੜੇ ਹੀ ਚੰਗੇ ਦੋਸਤ ਸੀ ਮੈਂ ਤੇ ਮੇਰਾ ਖਿਡੌਣਾ। ਮੈਂ ਜੋ ਮੂੰਹ ਆਉਣਾ ਉਹ ਬੋਲੀ ਜਾਣਾ, ਮੈਂ ਜੋ ਮੂੰਹ ਆਉਣਾ ਉਹ ਬੋਲੀ ਜਾਣਾ। ਉਸ ਨਾ ਘੂਰੀ ਵੱਟਣੀ ਤੇ ਨਾ ਦੂਰ ਹੋਣਾ। ਘੁੱਟ ਕੇ ਗਲ ਕਦੀ ਕੰਨਾਂ ਤੇ ਦੋ ਲਾਉਣਾ, ਘੁੱਟ ਕੇ ਗਲ ਕਦੀ ਕੰਨਾਂ ਤੇ ਦੋ ਲਾਉਣਾ। ਫਿਰ ਵੀ ਉਸ ਮੇਰਾ ਤੇ ਮੇਰਾ ਉਸ ਦੇ ਹੋਣਾ। ਬੜੇ ਚੰਗੇ ਦੋਸਤ ਸੀ ਮੈਂ ਤੇ ਮੇਰਾ ਖਿਡੌਣਾ, ਬੜੇ ਹੀ ਚੰਗੇ ਦੋਸਤ ਸੀ ਮੈਂ ਤੇ ਮੇਰਾ ਖਿਡੌਣਾ। ਮੇਰੇ ਦਿਲ ਦੀ ਰਮਜ ਉਹ ਜਾਣਦਾ ਸੀ, ਸ਼ਾਇਦ ਮੇਰੇ ਆਪੇ ਦਾ ਆਪਾ ਪਹਿਚਾਣਦਾ ਸੀ। ਤਾਂ ਹੀ ਔਖਾ ਹੁੰਦਾ ਸੀ ਇੱਕ ਦੂਜੇ ਤੋਂ ਦੂਰ ਹੋਣਾ, ਤਾਂ ਹੀ ਔਖਾ ਹੁੰਦਾ ਸੀ ਇੱਕ ਦੂਜੇ ਤੋਂ ਦੂਰ ਹੋਣਾ। ਬੜੇ ਚੰਗੇ ਦੋਸਤ ਸੀ ਮੈਂ ਤੇ ਮੇਰਾ ਖਿਡੌਣਾ, ਬੜੇ ਹੀ ਚੰਗੇ ਦੋਸਤ ਸੀ ਅਲੀਨਾ ਤੇ ਉਹਦਾ ਖਿਡੌਣਾ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰਾਨੇ ਸਮੁੱਚੀ ਟੀਮ ਦੇ ਕਿ ਮੈਨੂੰ ਪ੍ਰੋਗਰਾਮ ਸਾਂਝ ਵਿੱਚ ਆਪਣੀ ਰਚਨਾ ਪੇਸ਼ ਕਰਨ ਦਾ ਤੁਸੀਂ ਮੌਕਾ ਬਖਸ਼ਿਆ। ਧੰਨਵਾਦ, ਸ਼ੁਕਰਾਨੇ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਅੱਗੇ ਚੱਲਦੇ ਹਾਂ ਜੀ ਮਨਦੀਪ ਹੈਪੀ ਹੁਣਾਂ ਦੀ ਰਚਨਾ। ਸੋ ਆਓ ਦੇਖੀਏ ਵੀਰ ਜੀ ਹੁਣੀ ਕੀ ਗਾਉਂਦੇ ਨੇ। ਅਵਤਾਰ ਰੇਡੀਓ ਸੀਚੇਵਾਲ ਸੁਣਦੇ ਹੋਏ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਮਨਦੀਪ ਹੈਪੀ ਜੋਸਨ, ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪ ਜੀ ਦੇ ਲਈ ਬਚਪਨ ਵਾਲੀਆਂ ਖੇਡਾਂ ਸੰਬੰਧੀ ਇੱਕ ਰਚਨਾ ਲੈ ਕੇ ਹਾਜ਼ਰ ਹੋਇਆ ਹਾਂ ਜੀ। ਜ਼ਿੰਦਗੀ ਵਿਅਸਤ ਹੋ ਗਈ ਮੇਰੇ ਸਾਰੇ ਹਾਣੀਆਂ ਦੀ, ਜ਼ਿੰਦਗੀ ਵਿਅਸਤ ਹੋ ਗਈ ਮੇਰੇ ਸਾਰੇ ਹਾਣੀਆਂ ਦੀ। ਖਿੱਦੋ ਖੁੰਡੀ ਗੁੱਲੀ ਡੰਡਾ ਜਿੰਨਾ ਨਾ ਸੀ ਖੇਡਦੇ, ਯਾਦ ਕਰ ਗੱਲਾਂ ਉਹ ਦਿਲ ਨੇ ਮੁਸਕਰਾਉਂਦੇ। ਬਚਪਨ ਵਾਲੀਆਂ ਖੇਡਾਂ ਦੇ ਉਹ ਦਿਨ ਯਾਦ ਆਉਂਦੇ, ਬਚਪਨ ਵਾਲੀਆਂ ਖੇਡਾਂ ਦੇ ਉਹ ਦਿਨ ਯਾਦ ਆਉਂਦੇ। ਕੈਂਚੀ ਸਾਈਕਲ ਵਾਲਾ ਦਿਨ ਫਿਰ ਯਾਦ ਆਇਆ, ਵੱਡੇ ਹੋਏ ਸਾਈਕਲਾਂ ਨੂੰ ਹੱਥ ਵੀ ਨਾ ਕਦੇ ਲਾਇਆ। ਲੱਗ ਜਾਵੇ ਸੱਟ ਕਿਤੇ ਫਿਰਦੇ ਸੀ ਲਕਾਉਂਦੇ, ਬਚਪਨ ਵਾਲੀਆਂ ਖੇਡਾਂ ਦੇ ਉਹ ਦਿਨ ਯਾਦ ਆਉਂਦੇ, ਬਚਪਨ ਵਾਲੀਆਂ ਖੇਡਾਂ ਦੇ ਉਹ ਦਿਨ ਯਾਦ ਆਉਂਦੇ। ਸਕੂਲ ਵਿੱਚ ਪੂਰਾ ਅਸੀਂ ਜੋਸ਼ ਨਾਲ ਸੀ ਪੜ੍ਹਦੇ, ਫੱਟੀਆਂ ਤੇ ਲਿਖਣ ਲਈ ਕਲਮਾਂ ਸੀ ਘੜਦੇ। ਸਾਫ਼ ਕਰ ਗਾਚੀ ਨਾਲ ਫੱਟੀਆਂ ਨੇ ਲਿਸ਼ਕਾਉਂਦੇ, ਬਚਪਨ ਵਾਲੀਆਂ ਖੇਡਾਂ ਦੇ ਉਹ ਦਿਨ ਯਾਦ ਆਉਂਦੇ, ਬਚਪਨ ਵਾਲੀਆਂ ਖੇਡਾਂ ਦੇ ਉਹ ਦਿਨ ਯਾਦ ਆਉਂਦੇ। ਘਰ ਆ ਕੇ ਵਰਦੀ ਵੀ ਕਦੇ ਨਹੀਂ ਸੀ ਲਾਈ, ਘਰ ਆ ਕੇ ਵਰਦੀ ਵੀ ਕਦੇ ਨਹੀਂ ਸੀ ਲਾਈ। ਗਲੀਆਂ 'ਚ ਫਿਰਦੇ ਸੀ ਸਾਈਕਲ ਭਜਾਈ, ਕਾਠੀ ਉੱਤੇ ਬਹਿੰਦੇ ਨਹੀਂ ਕੈਂਚੀ ਸੀ ਚਲਾਉਂਦੇ, ਬਚਪਨ ਵਾਲੀਆਂ ਖੇਡਾਂ ਦੇ ਉਹ ਦਿਨ ਯਾਦ ਆਉਂਦੇ। ਕੀ ਬਾਤ ਆ। ਆਥਣੇ ਨੂੰ ਨਿੱਤ ਅਸੀਂ ਬਾਂਦਰ ਕਿੱਲਾ ਖੇਡਦੇ, ਆਥਣੇ ਨੂੰ ਨਿੱਤ ਅਸੀਂ ਬਾਂਦਰ ਕਿੱਲਾ ਖੇਡਦੇ। ਪਿੱਲ ਗੋਲੀ ਕਲੀ ਜੋਟਾ ਬੰਟਿਆਂ ਨਾਲ ਸੀ ਖੇਡਦੇ, ਇਕੱਠੇ ਕਰ ਬੰਟੇ ਸਾਰੇ ਮਿੱਟੀ 'ਚ ਸੀ ਦਬਾਉਂਦੇ, ਬਚਪਨ ਵਾਲੀਆਂ ਖੇਡਾਂ ਦੇ ਉਹ ਦਿਨ ਯਾਦ ਆਉਂਦੇ, ਬਚਪਨ ਵਾਲੀਆਂ ਖੇਡਾਂ ਦੇ ਉਹ ਦਿਨ ਯਾਦ ਆਉਂਦੇ। ਸਕੂਲ ਵਾਲਾ ਕੰਮ ਨਿੱਤ
ਰਾਤ ਨੂੰ ਸੀ ਕਰਦੇ ਸਕੂਲ ਵਾਲਾ ਕੰਮ ਨਿਤ ਰਾਤ ਨੂੰ ਸੀ ਕਰਦੇ ਚੋਰੀ ਚੋਰੀ ਟੀਵੀ ਵੇਂਦੇ ਨਾਲੇ ਅਸੀਂ ਪੜ੍ਹਦੇ ਸੌਣ ਲੱਗੇ ਦਾਦੀ ਮਾਂ ਨਿਤ ਕਹਾਣੀ ਸੀ ਸੁਣਾਉਂਦੇ ਬਚਪਨ ਵਾਲੀਆਂ ਖੇਡਾਂ ਦੇ ਉਹ ਦਿਨ ਯਾਦ ਆਉਂਦੇ ਬਚਪਨ ਵਾਲੀਆਂ ਖੇਡਾਂ ਦੇ ਉਹ ਦਿਨ ਯਾਦ ਆਉਂਦੇ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ ਮਨਦੀਪ, ਹੈਪੀ ਵੀਰ ਜੀ। ਤਾਂ ਤੁਹਾਡੀ ਖੂਬਸੂਰਤ ਰਚਨਾ ਤੇ ਇਸ ਰਚਨਾ ਦੀ ਤੁਸੀਂ ਹਾਜ਼ਰੀ ਭਰੀ ਹੈ। ਵੈਸੇ ਤੁਹਾਡਾ ਰੁਝੇਵਾਂ ਥੋੜੀ ਜੀ ਤੁਹਾਡੀ ਝਾਤ ਜਿਹੜੀ ਮਿਲੀ ਸੀ ਤੇ ਬਾਕੀ ਤੁਸੀਂ ਫਿਰ ਵਾਪਸ ਆਪਣੇ ਕੰਮਕਾਜ ਤੇ ਚੱਲ ਗਏ। ਸੋ ਆਓ ਜੀ ਫਿਰ ਅੱਗੇ ਹਰਜੀਤ ਕੌਰ ਪਟਿਆਲਵੀ ਜੀ ਹੁਣਾਂ ਦੀ ਆਵਾਜ਼ ਦੇ ਵਿੱਚ, ਹਰਜੀਤ ਪਟਿਆਲਵੀ ਉਹਨਾਂ ਦੀ ਆਵਾਜ਼ ਦੇ ਵਿੱਚ ਆਪਾਂ ਇੱਕ ਰਚਨਾ ਸੁਣਦੇ ਹਾਂ। ਤਾਂ ਫਿਰ ਇਸ ਰਚਨਾ ਤੋਂ ਪਾਰ ਫਿਰ ਰੂਬਰੂ ਹੁੰਦੇ ਹਾਂ। ਸਤਿ ਸ੍ਰੀ ਅਕਾਲ ਅਮਨ ਭੈਣ ਜੀ, ਸਤਿ ਸ੍ਰੀ ਅਕਾਲ ਭੈਣੇ। ਸਭ ਸਰੋਤਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਹਰਜੀਤ ਕੌਰ ਪਟਿਆਲਾ ਤੋਂ ਪ੍ਰੋਗਰਾਮ ਸਾਂਝ ਲਈ ਆਪਣੀ ਰਚਨਾ ਪੇਸ਼ ਕਰਨ ਜਾ ਰਹੀ ਹਾਂ। ਸਾਡਾ ਬਚਪਨ ਪਿੰਡ ਵਿੱਚ ਬੀਤਿਆ ਤੇ ਉਸ ਬਾਰੇ ਮੈਂ ਕੁਝ ਸਤਰਾਂ ਪਹਿਲਾਂ ਕਹਿਣਾ ਚਾਹ ਰਹੀ ਹਾਂ। ਉਹ ਖੇਤਾਂ ਦੇ ਨਜ਼ਾਰੇ, ਉਹ ਨਦੀ ਦਾ ਕਿਨਾਰਾ, ਉਹ ਖੇਤਾਂ ਦੇ ਨਜ਼ਾਰੇ, ਉਹ ਨਦੀ ਦਾ ਕਿਨਾਰਾ, ਹਾੜੇ ਕੱਢ ਲਈਏ ਲੱਖਾਂ, ਨਹੀਂ ਉਹ ਲੱਭਣੇ ਦੁਬਾਰਾ। ਪੱਥਰਾਂ ਦੇ ਸ਼ਹਿਰ ਦੇ ਪੱਥਰ ਹੀ ਹੋ ਗਏ ਆ, ਪੱਥਰਾਂ ਦੇ ਸ਼ਹਿਰ ਦੇ ਪੱਥਰ ਹੀ ਹੋ ਗਏ ਆ। ਝੂਠੇ ਹਾਸੇ ਹੱਸ ਕੇ ਹੰਝੂ ਅੱਖਾਂ ਚ ਲਕੋਰੇ ਆ ਜੀ। ਨਦੀ ਵਿੱਚ ਤੈਰਦੇ ਸੀ, ਖੇਤਾਂ ਵਿੱਚ ਘੁੰਮਦੇ ਸੀ, ਗੁੱਡਦੇ ਕਿਆਰੀਆਂ ਤੇ ਨਰਮੇ ਵੀ ਚੁਗਦੇ ਸੀ। ਖੇਡਾਂ ਸੀ ਪਿਆਰੀਆਂ ਤੇ ਸ਼ੌਂਕ ਵੀ ਅਵੱਲੇ ਸੀ। ਕਦੇ ਇਕੱਠੇ ਹੋ ਕੇ ਖੇਡਦੇ, ਕਦੇ ਖੇਡ ਲੈਂਦੇ ਇਕੱਲੇ ਸੀ। ਪਤਾ ਨਹੀਂ ਸਮੇਂ ਵਿੱਚੋਂ ਕਿੰਜ ਸਮਾਂ ਕੱਢ ਲੈਂਦੇ ਸੀ, ਪਤਾ ਨਹੀਂ ਸਮੇਂ ਵਿੱਚੋਂ ਕਿੰਜ ਸਮਾਂ ਕੱਢ ਲੈਂਦੇ ਸੀ। ਕੰਮ ਵੀ ਕਰਾਉਂਦੇ, ਖੇਡਾਂ ਵੀ ਖੇਡਦੇ, ਕਦੇ ਫੇਲ ਵੀ ਨਾ ਹੁੰਦੇ ਸੀ। ਗੀਟੇ ਤੇ ਸਟਾਪੂ, ਗੁੱਲੀ ਡੰਡਾ ਤੇ ਬੰਟੇ, ਥੱਕਦੇ ਨਾ ਅੱਕਦੇ ਸੀ, ਖੇਡੀ ਜਾਣਾ ਕਿੰਨੇ ਘੰਟੇ। ਟੱਪ ਟੱਪ ਰੱਸੀਆਂ ਥੱਕ ਜਦੋਂ ਜਾਂਦੇ ਸੀ, ਚੋਰ ਸਿਪਾਹੀ ਜਾਂ ਚਿੜੀ ਤੋਤੇ ਨੂੰ ਉਡਾਉਂਦੇ ਸੀ। ਛੁੱਟੀਆਂ ਵਿੱਚ ਨਾਨਕੇ ਇਕੱਠੇ ਸਾਰੇ ਹੁੰਦੇ ਸੀ, ਅੰਤਾਕਸ਼ਰੀ ਤੇ ਕਹਾਣੀਆਂ ਸੁਣਦੇ ਸੁਣਾਉਂਦੇ ਸੀ। ਰੱਜ ਰੱਜ ਖਾਂਦੇ ਤੇ ਮੌਜਾਂ ਰਹਿੰਦੇ ਮਾਣਦੇ ਸੀ, ਦੁੱਖ ਤੇ ਚਿੰਤਾਵਾਂ ਨੂੰ ਭੋਰਾ ਵੀ ਨਾ ਜਾਣਦੇ ਸੀ। ਰੱਜ ਰੱਜ ਖਾਂਦੇ ਤੇ ਮੌਜਾਂ ਰਹਿੰਦੇ ਮਾਣਦੇ ਸੀ, ਦੁੱਖ ਤੇ ਚਿੰਤਾਵਾਂ ਨੂੰ ਭੋਰਾ ਵੀ ਨਾ ਜਾਣਦੇ ਸੀ। ਅੱਜ ਦੇ ਜ਼ਮਾਨੇ ਵਿੱਚ ਉਹ ਖੇਡਾਂ ਵੀ ਨਾ ਰਹੀਆਂ ਨੇ, ਬੱਚਿਆਂ ਦੇ ਚਿਹਰਿਆਂ ਤੇ ਰੌਣਕਾਂ ਵੀ ਨਾ ਰਹੀਆਂ ਨੇ। ਟੀਵੀ ਤੇ ਮੋਬਾਈਲਾਂ ਨੇ ਲਿਆ ਸਭ ਖੋਏ, ਮੈਨੂੰ ਤਾਂ ਲੱਗਦਾ ਏ ਹਾਸੇ ਲੁੱਟਣ ਵਾਲਾ ਗਿਰੋਹ ਏ। ਟੀਵੀ ਤੇ ਮੋਬਾਈਲਾਂ ਨੇ ਲਿਆ ਸਭ ਖੋਏ, ਮੈਨੂੰ ਤਾਂ ਲੱਗਦਾ ਏ ਹਾਸੇ ਲੁੱਟਣ ਵਾਲਾ ਗਿਰੋਹ ਏ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਭੈਣੇ। ਤੇ ਆਓ ਜੀ ਸਰਬਜੀਤ ਸਹੋਤਾ ਭੈਣ ਜੀ ਹੁਣਾਂ ਦੀ ਲੁਧਿਆਣੇ ਤੋਂ, ਉਹਨਾਂ ਦੀ ਵੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ। ਭੈਣ ਜੀ ਅਮਨਦੀਪ ਕੌਰ ਅਤੇ ਅਵਤਾਰ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਰਬਜੀਤ ਕੌਰ ਸਹੋਤਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਨੂੰ ਬਚਪਨ ਤੇ ਲਿਖੀ ਹੋਈ ਇੱਕ ਰਚਨਾ ਸੁਣਾਉਣ ਜਾ ਰਹੀ ਹਾਂ, ਜਿਸ ਦਾ ਲੇਖ ਵੀ ਬਚਪਨ ਹੀ ਹੈ ਜੀ। ਇਕੱਠੇ ਹੋ ਕੇ ਸਾਰੇ ਖੇਡਦੇ ਨਜ਼ਾਰੇ ਬਹੁਤ ਲੈਂਦੇ ਸੀ, ਯਾਰਾਂ ਦੋਸਤਾਂ ਦੇ ਨਾਲ ਇਕਜੁੱਟ ਰਹਿੰਦੇ ਸੀ। ਖੇਡਣ ਭੁੱਖਣ ਭਾਣੇ ਨਾ ਸੀ ਕਦੇ ਸੌਂਦੇ, ਬਚਪਨ ਵਾਲੇ ਦਿਨ ਬੜੇ ਯਾਦ ਆਉਂਦੇ, ਬਚਪਨ ਵਾਲੇ ਦਿਨ ਬੜੇ ਯਾਦ ਆਉਂਦੇ। ਗੇਂਦਾਂ ਗਿੱਟੇ ਖੇਡਣੇ ਤੇ ਲਾਉਂਦੇ ਸੀ ਵਾਰੀ, ਬੰਟੇ ਤੇ ਗੁੱਲੀ ਡੰਡਾ ਖੇਡ ਵੀ ਨਿਆਰੀ। ਮੁੰਡੇ ਕੁੜੀਆਂ ਖੇਡਣ ਇਕੱਠੇ, ਖੌਰੂ ਬਹੁਤ ਪਾਉਂਦੇ ਸੀ, ਬਚਪਨ ਵਾਲੇ ਦਿਨ ਬੜੇ ਯਾਦ ਆਉਂਦੇ, ਬੜੇ ਯਾਦ ਆਉਂਦੇ। ਕਦੇ ਖੇਡਣ ਚੋਰ ਸਿਪਾਹੀ, ਕਦੇ ਲੁਕਣ ਮਿਚੀ ਸੀ, ਬਾਂਦਰ ਕਿੱਲਾ ਖੇਡਣ ਦੀ ਵਾਰੀ ਸਭ ਨੇ ਦਿੱਤੀ ਸੀ। ਜੇ ਕੋਈ ਰੁੱਸ ਜਾਵੇ ਦੋਸਤ ਝੱਟ ਪੱਟ ਸੀ ਮਨਾਉਂਦੇ, ਬਚਪਨ ਵਾਲੇ ਦਿਨ ਬੜੇ ਯਾਦ ਆਉਂਦੇ, ਬਚਪਨ ਵਾਲੇ ਦਿਨ ਬੜੇ ਯਾਦ ਆਉਂਦੇ। ਕਦੇ ਨਹਾਉਂਦੇ ਬੰਬੀ ਉੱਤੇ ਤੇ ਕਦੇ ਨਹਿਰੀ ਛਾਲਾਂ ਲਾਉਂਦੇ ਸੀ, ਕੱਪੜੇ ਸੀ ਉਸ ਵੇਲੇ ਫਟੇ ਪੁਰਾਣੇ ਪਾਉਂਦੇ ਸੀ। ਸਾਈਕਲ ਵਾਲਾ ਟਾਇਰ ਡੰਡੇ ਨਾਲ ਸੀ ਭਜਾਉਂਦੇ,
ਬਚਪਨ ਵਾਲੇ ਦਿਨ ਬੜੇ ਯਾਦ ਆਉਂਦੇ, ਬਚਪਨ ਵਾਲੇ ਦਿਨ ਬੜੇ ਯਾਦ ਆਉਂਦੇ। ਮਾਂ ਚੋਰੀ ਕੁੱਟ-ਕੁੱਟ ਦਿੰਦੀ, ਬਾਪੂ ਕੱਢਦਾ ਗਾਲਾਂ ਸੀ। ਉਸ ਵੇਲੇ ਗਾਲਾਂ ਵੀ ਲੱਗਦੀਆਂ ਘਿਓ ਦੀਆਂ ਨਾਲਾਂ ਸੀ। ਉਸ ਵੇਲੇ ਗਾਲਾਂ ਵੀ ਲੱਗਦੀਆਂ ਘਿਓ ਦੀਆਂ ਨਾਲਾਂ ਸੀ। ਦਾਦੀ ਦਾਦਾ ਸੌਣ ਵੇਲੇ ਕਹਾਣੀਆਂ ਬਹੁਤ ਸੁਣਾਉਂਦੇ। ਬਚਪਨ ਵਾਲੇ ਦਿਨ ਬੜੇ ਯਾਦ ਆਉਂਦੇ, ਬਚਪਨ ਵਾਲੇ ਦਿਨ ਬੜੇ ਯਾਦ ਆਉਂਦੇ। ਮੁੜ ਆਵੇ ਵੇਲਾ ਉਹ ਸਰਬ ਕਰੇ ਅਰਦਾਸਾਂ। ਬਚਪਨ ਹੀ ਚੰਗਾ ਸੀ, ਹੁਣ ਤਾਂ ਬਣੇ ਪਏ ਹਾਂ ਲਾਸਾਂ। ਹੁਣ ਤਾਂ ਬਣੇ ਪਏ ਹਾਂ ਲਾਸਾਂ। ਅੱਜ ਦੇ ਸਮੇਂ 'ਚ ਮਾਮੂਲੀ ਗੱਲ ਵੀ ਲੱਗਦੀ ਦਿਲ, ਸਾਰੇ ਦਿਲ ਨੂੰ ਲਾਉਂਦੇ ਨੇ। ਬਚਪਨ ਵਾਲੇ ਦਿਨ ਬੜੇ ਯਾਦ ਆਉਂਦੇ, ਬਚਪਨ ਵਾਲੇ ਦਿਨ ਬੜੇ ਯਾਦ ਆਉਂਦੇ, ਬੜੇ ਯਾਦ ਆਉਂਦੇ, ਬੜੇ ਯਾਦ ਆਉਂਦੇ। ਬਹੁਤ ਬਹੁਤ ਸ਼ੁਕਰੀਆ ਭੈਣੇ। ਸੋ ਪਿੰਡ ਗੁੜੀ, ਜ਼ਿਲ੍ਹਾ ਸੰਗਰੂਰ ਤੋਂ, ਨਹੀਂ ਜ਼ਿਲ੍ਹਾ ਮੁਕਤਸਰ ਤੋਂ। ਤਾਂ ਆਪਣੇ, ਵੈਸੇ ਮੈਂ ਤਾਂ ਪਰਮਿੰਦਰ ਕਹਿੰਦੀ ਉਹਨਾਂ ਨੂੰ, ਤੇ ਆਓ ਫਿਰ ਉਹਨਾਂ ਦੀ ਇੱਕ ਕਾਵਿ ਰਚਨਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਮੈਂ ਪਰਮਿੰਦਰ ਸਿੰਘ, ਕੈਮਿਸਟਰੀ ਲੈਕਚਰਰ, ਸਰਕਾਰੀ ਕੰਨਿਆ ਸਕੂਲ ਅਬਲ ਕਰਾਨਾ, ਪਿੰਡ ਤੇ ਡਾਕਖਾਨਾ ਗੁੜੀ ਸੰਗਰ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਤੁਹਾਡੇ ਸਨਮੁਖ ਅਵਤਾਰ ਰੇਡੀਓ ਸੀਚੇਵਾਲ ਦੇ ਜਰੀਏ ਆਪਣੀ ਇੱਕ ਰਚਨਾ ਪੇਸ਼ ਕਰ ਰਿਹਾ ਹਾਂ। ਮੇਰੀ ਰਚਨਾ ਦਾ ਸਿਰਲੇਖ ਹੈ ਬਚਪਨ। ਕੱਲ ਮੈਂ ਮਿੱਟੀ ਨੱਚਦੀ ਦੇਖੀ, ਕੱਲ ਮੈਂ ਮਿੱਟੀ ਨੱਚਦੀ ਦੇਖੀ, ਜਦ ਇੱਕ ਬੱਚਾ ਉਸ ਦੀਆਂ ਮੁੱਠੀਆਂ ਭਰ ਭਰ ਕੇ ਉਡਾ ਰਿਹਾ ਸੀ। ਕਿਆ ਬਤਾ। ਕੱਲ ਮੈਂ ਮਿੱਟੀ ਨੱਚਦੀ ਦੇਖੀ, ਜਦ ਇੱਕ ਬੱਚਾ ਉਸ ਦੀਆਂ ਮੁੱਠੀਆਂ ਭਰ ਭਰ ਕੇ ਉਡਾ ਰਿਹਾ ਸੀ। ਕੱਲ ਹੀ ਮੈਂ ਤਾਰੇ ਹੱਸਦੇ ਦੇਖੇ, ਕੱਲ ਹੀ ਮੈਂ ਤਾਰੇ ਹੱਸਦੇ ਦੇਖੇ, ਜਦ ਇੱਕ ਬੱਚਾ ਉਹਨਾਂ ਨੂੰ ਆਪਣੀਆਂ ਗੱਲਾਂ ਸੁਣਾ ਰਿਹਾ ਸੀ। ਕੱਲ ਹੀ ਮੈਂ ਹਵਾ ਝੂਮਦੀ ਦੇਖੀ, ਕੱਲ ਹੀ ਮੈਂ ਹਵਾ ਝੂਮਦੀ ਦੇਖੀ, ਜਦ ਇੱਕ ਬੱਚਾ ਉਸ ਵਿੱਚ ਆਪਣੇ ਹੱਥ ਘੁਮਾ ਰਿਹਾ ਸੀ। ਕੱਲ ਮੈਂ ਜੋ ਵੀ ਕੁਛ ਦੇਖਿਆ, ਕੱਲ ਮੈਂ ਜੋ ਵੀ ਕੁਛ ਦੇਖਿਆ, ਉਹ ਆਪਣੀਆਂ ਖੁਸ਼ੀਆਂ ਬਚਪਨ ਨਾਲ ਮਨਾ ਰਿਹਾ ਸੀ। ਉਹ ਆਪਣੀਆਂ ਖੁਸ਼ੀਆਂ ਬਚਪਨ ਨਾਲ ਮਨਾ ਰਿਹਾ ਸੀ। ਧੰਨਵਾਦ। ਬਿਲਕੁਲ ਜੀ। ਤੇ ਅੱਜ ਉਹ ਜਿਹੜੀਆਂ ਸਾਰੀਆਂ ਖੁਸ਼ੀਆਂ ਆ ਉਹ ਗਾਇਬ ਹੋ ਗਈਆਂ। ਉਹਦਾ ਕਾਰਨ ਆਪਾਂ ਸਾਰੇ ਜਾਣਦੇ ਆ। ਸੋ ਅੱਜ ਬੱਚੇ ਨੂੰ ਅਸੀਂ ਮਿੱਟੀ ਤੋਂ ਬੜਾ ਦੂਰ ਰੱਖਦੇ ਆ, ਹਨਾ। ਮਤਲਬ ਡਸਟ ਆ ਜ਼ਰੂਰ ਆ, ਹਨਾ, ਪਰ ਬੱਚਾ, ਇਨਸਾਨ ਮਿੱਟੀ ਤੋਂ ਉਪਜਦਾ ਆ, ਹਨਾ। ਮਿੱਟੀ ਹੈ ਇੱਕ ਸਰੀਰ ਸਾਡਾ, ਤਾਂ ਅਸੀਂ ਮਿੱਟੀ ਤੋਂ ਹੀ ਬੱਚੇ ਨੂੰ ਦੂਰ ਕਰਦੇ। ਪੈਰੀ ਚੱਪਲ ਨਹੀਂ ਲਾਉਣ ਦਿੰਦੇ ਕਈ ਵਾਰ ਤਾਂ ਨਾ, ਮੈਂ ਵੀ ਏਦਾਂ ਹੀ ਕਰਦੀ ਆ, ਪਰ ਨਹੀਂ, ਹੁਣ ਗਰਮੀਆਂ ਆ ਤਾਂ ਫਿਰ ਚੱਪਲ ਜ਼ਰੂਰੀ ਹੈ ਜੀ। ਸੋ ਬੱਚੇ ਨੂੰ ਮਿੱਟੀ ਦੇ ਵਿੱਚ ਵੀ ਖੇਡਣ ਦਿਓ। ਤਾਂ ਹਵਾ ਦੇ ਵਿੱਚ ਝੂਮਣਾ, ਬੱਚੇ ਸਾਰਾ ਕੁਝ ਭੁੱਲ ਚੁੱਕੇ, ਕਿਉਂਕਿ ਫੋਨ ਉਹ ਬੈੱਡ ਤੇ ਪਏ ਜਾਂ ਕੁਰਸੀ ਤੇ ਬੈਠੇ ਲਗਾਤਾਰ ਦੇਖੀ ਜਾ ਰਹੇ ਆ, ਤੇ ਬਿਲਕੁਲ ਹੀ ਮਿੱਟੀ ਅੱਜ ਨਹੀਂ ਖੇਡ ਰਹੀ, ਤਾਂ ਹਵਾ ਵੀ ਨਹੀਂ ਝੂਮ ਰਹੀ। ਤਾਂ ਬੜੀਆਂ ਚੀਜ਼ਾਂ ਨੇ ਜੀ, ਕਿਤੇ ਨਾ ਕਿਤੇ ਅਸੀਂ ਵਿਸਰ ਚੁੱਕੇ ਜਾਂ ਵਿਸਾਰ ਰਹੇ ਆ। ਸੋ ਅੱਜ ਦੀਆਂ ਰਚਨਾਵਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕਿਉਂਕਿ ਸਾਰੇ ਭੈਣ ਭਰਾਵਾਂ ਨੇ ਆਪਣੀ ਜਿਹੜੀ ਹਾਜ਼ਰੀ ਆ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਲਾਈ ਆ ਜੀ। ਸੋ ਆਓ ਜੀ, ਪ੍ਰੋਗਰਾਮ ਦੇ ਆਖਿਰ ਦੇ ਵਿੱਚ ਇੱਕ ਨਿਮਨ ਜੋਸ਼ਨ ਭੈਣ ਹੋਣਾ ਦੀ ਇੱਕ ਪੋਇਟਰੀ ਤੁਹਾਡੇ ਨਾਲ ਮੈਂ ਸਾਂਝੀ ਕਰ ਲਾਂ। ਥੋੜਾ ਜਿਹਾ ਨੈਟਵਰਕ ਦੀ ਸਮੱਸਿਆ ਹੈ ਤੇ ਆਡੀਓ ਰੁਕ ਵੀ ਸਕਦੀ ਥੋੜੀ ਜੀ। ਆਓ ਫਿਰ ਆਖਿਰ ਦੇ ਵਿੱਚ ਇੱਕ ਪੋਇਟਰੀ ਤੁਹਾਡੇ ਨਾਲ ਸਾਂਝੀ ਕਰਾਂ। ਅਵਤਾਰ ਰੇਡੀਓ ਸੀਚੇਵਾਲ ਸੁਣ ਰਹੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ, ਯਾਨੀ ਕਿ ਨਿਰਮ ਜੋਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇਹ ਜਿਹੜੀ ਪੋਇਟਰੀ ਆ ਮੈਂ ਤੁਹਾਡੇ ਨਾਲ ਚਲੋ ਸਾਂਝੀ ਕਰਾਂ ਜੀ। ਕਿ ਬਚਪਨ ਅਤੇ ਬਚਪਨ ਦੀਆਂ ਖੇਡਾਂ ਤੇ ਆਧਾਰਿਤ ਹੈ, ਲੈ ਕੇ ਪੇਸ਼ ਹੋਈ ਹਾਂ। ਸੋ ਗੌਰ ਫਰਮਾਉਣਾ ਜੀ। ਨਿੱਕੇ ਹੁੰਦੇ ਬਾਬਲ ਘਰ ਜੋ ਗੁਜ਼ਾਰੇ, ਪਲ ਲੱਗਦੇ ਮੈਨੂੰ ਉਹ ਜਾਨੋਂ ਪਿਆਰੇ। ਬਣ ਕੇ ਰਹਿੰਦੇ ਕਲੈਰੀ ਮੋਰ ਜੀ, ਬਚਪਨ ਜਿਹਾ ਨਾ ਲੱਭੇ ਕੁਝ ਹੋਰ ਜੀ। ਗੁੱਲੀ ਡੰਡਾ ਖੇਡ ਕਦੇ ਵੀ ਨਾ ਰੱਜਦੇ, ਛੂਣ ਲਈ ਇੱਕ ਦੂਜੇ ਪਿੱਛੇ ਭੱਜਦੇ। ਹਰ ਕੋਈ ਬਣਿਆ ਸਿਪਾਹੀ ਚੋਰ ਜੀ,
ਬਚਪਨ ਜਿਹਾ ਨਾ ਲੱਭੇ ਕੁਝ ਹੋਰ ਜੀ। ਕੋਟਲਾ ਛਪਾਕੀ ਵੀ ਨਿੱਤ ਅਸੀਂ ਖੇਡਦੇ, ਦਾਈ ਵਾਲੇ ਭਾਈ ਨੂੰ ਪਿੱਛੋਂ ਸਾਰੇ ਛੇੜਦੇ। ਅਖਾੜਿਆਂ ਵਿੱਚ ਦੇਖੀ ਜਾਂਦੇ ਜ਼ੋਰ ਜੀ, ਬਚਪਨ ਜਿਹਾ ਨਾ ਲੱਭੇ ਕੁਝ ਹੋਰ ਜੀ। ਖਿੱਦੋ ਖੂੰਡੀ ਲਈ ਲੀਰਾਂ ਲੱਭ ਰੱਖਦੇ, ਬਾਂਦਰ ਕਿੱਲੇ ਦੀ ਜਾਂਚ ਤਾਈਂ ਦੱਸਦੇ। ਪਤੰਗਾਂ ਨਾਲ ਬੰਨੀ ਫਿਰਦੇ ਡੋਰ ਜੀ, ਬਚਪਨ ਜਿਹਾ ਨਾ ਲੱਭੇ ਕੁਝ ਹੋਰ ਜੀ। ਰੱਸਾ ਕਸ਼ੀ ਦੇ ਸਾਰੇ ਬਾਲੇ ਸ਼ੌਕੀਨ ਜੀ, ਉਸਤਾਦ ਆਖਦੇ ਸ਼ਿਸ਼ ਨੇ ਜਹੀਨ ਜੀ। ਇਲਾਕੇ ਪੂਰੇ ਵਿੱਚ ਵੱਖਰੀ ਟੌਰ ਜੀ, ਬਚਪਨ ਜਿਹਾ ਨਾ ਲੱਭੇ ਕੁਝ ਹੋਰ ਜੀ। ਗੀਟੇ ਕੌਡੀਆਂ ਦੀ ਟੁੱਟ ਜੋ ਕਿਵੇਂ ਬਾਜੀ, ਕਦੇ ਬਣ ਬਹਿੰਦੇ ਸੱਥਾਂ ਵਿੱਚ ਸਾਜੀ। ਆਉਂਦੇ ਕਾਰਵਾਈ ਅੱਖਾਂ ਦੇ ਫੋਰ ਜੀ, ਬਚਪਨ ਜਿਹਾ ਨਾ ਲੱਭੇ ਕੁਝ ਹੋਰ ਜੀ। ਜਾਤਾਂ ਪਾਤਾਂ ਵਾਲੀਆਂ ਕੰਧਾਂ ਸਭ ਢਾਈਆਂ, ਅਮੀਰੀ ਗਰੀਬੀ ਵਾਲੀਆਂ ਨਾ ਫਾਹੀਆਂ। ਕਰੋ ਸਾਰੇ ਇਸ ਗੱਲ ਉੱਤੇ ਗੌਰ ਜੀ, ਬਚਪਨ ਜਿਹਾ ਨਾ ਲੱਭੇ ਕੁਝ ਹੋਰ ਜੀ। ਦਾਦੇ ਦਾਦੀਆਂ ਦੀਆਂ ਅੱਖਾਂ ਦੇ ਤਾਰੇ, ਚਾਚੇ ਭੂਆ ਸਭ ਤਾਈਂ ਜਾਨੋ ਪਿਆਰੇ। ਦਿਲੀ ਸਾਂਝਾਂ ਵਾਲੀ ਰਹੇ ਚੜੀ ਲੋਰ ਜੀ, ਬਚਪਨ ਜਿਹਾ ਨਾ ਲੱਭੇ ਕੁਝ ਹੋਰ ਜੀ। ਨਸ਼ਿਆਂ ਤੋਂ ਰਹਿੰਦੇ ਸਾਰੇ ਕੋਹਾਂ ਦੂਰ ਸੀ, ਆੜੀਆਂ ਦੀ ਯਾਰੀ ਵਿੱਚ ਮਗਰੂਰ ਸੀ। ਹੁੰਦੀ ਮਸਤਾਨੀ ਸਭ ਦੀ ਹੀ ਤੋਰ ਜੀ, ਬਚਪਨ ਜਿਹਾ ਨਾ ਲੱਭੇ ਕੁਝ ਹੋਰ ਜੀ। ਪਿੰਡ ਦੀਆਂ ਗਲੀਆਂ ਕਦੇ ਵੀ ਨਾ ਭੁੱਲਦੀਆਂ, ਅੱਖਾਂ ਵਾਰ-ਵਾਰ ਮੇਰੀਆਂ ਡੁੱਲਦੀਆਂ। ਅਰਜ਼ੋਈਆਂ ਕਰਾਂ ਰੱਬਾ ਹੱਥ ਜੋੜ ਜੀ, ਬਚਪਨ ਜਿਹਾ ਨਾ ਲੱਭੇ ਕੁਝ ਹੋਰ ਜੀ। ਸੱਚੀ ਬਚਪਨ ਜਿਹਾ ਨਾ ਲੱਭੇ ਕੁਝ ਹੋਰ ਜੀ। ਧੰਨਵਾਦ ਜੀ। ਬਹੁਤ ਬਹੁਤ ਸ਼ੁਕਰਾਨਾ ਜੀ। ਤਾਂ ਜਿੰਨੇ ਵੀ ਭੈਣ ਭਰਾਵਾਂ ਨੇ ਅੱਜ ਆਪਣੀਆਂ ਰਚਨਾਵਾਂ ਭੇਜੀਆਂ, ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਜੇ ਕੋਈ ਭੈਣ ਭਰਾ ਰਹਿ ਗਿਆ ਤਾਂ ਉਹਦੀ ਆਡੀਓ ਜਿਹੜੀ ਆ ਉਹ ਫਿਰ ਦੁਬਾਰਾ ਅਸੀਂ ਸਾਂਝੀ ਕਰ ਦੇਵਾਂਗੇ, ਕਿਉਂਕਿ ਇਹ ਇੱਕ ਐਸਾ ਵਿਸ਼ਾ ਆ ਜਿਹਦੇ ਤੇ ਅਸੀਂ ਜਿੰਨਾ ਵੀ ਬੋਲੀਏ ਉਹ ਘੱਟ ਆ। ਸੋ ਇਹਦੇ ਤੇ ਬੋਲਣਾ, ਹੋਰ ਵੀ ਬੋਲਿਆ ਬਹੁਤ ਕੁਝ ਜਾ ਸਕਦਾ। ਅੱਜ ਲਈ ਇੰਨਾ ਹੀ। ਸਮਾਂ ਲਗਭਗ ਉੱਪਰ ਮੈਂ 15 ਤੋਂ 17 ਮਿੰਟ ਲੈ ਚੁੱਕੀ ਹਾਂ ਜੀ। ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ ਤੇ ਸੁਣਦੇ ਰਹੋ ਅਵਤਾਰ ਰੇਡੀਓ ਸੀਚੇਵਾਲ, ਕੁਦਰਤ ਦੀ ਆਵਾਜ਼। ਅੱਜ ਲਈ ਇੰਨਾ ਹੀ। ਸਾਰਿਆਂ ਨੂੰ ਹੀ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।